ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅੱਜ ਬਹੁਤ ਅਸੀਂ ਇੱਕ ਖੂਬਸੂਰਤ ਮੁਕਾਮ ਤੇ ਕਿ ਅੱਜ ਸਾਡੇ ਪੰਜਾਬੀ ਦੇ ਵਾਢਾਕਾਰੀ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਹੋਰਾਂ ਦਾ ਜਨਮ ਦਿਹਾੜਾ ਹੈ। ਉਹ ਬੇਸ਼ੱਕ ਸਾਥੋਂ 2-3 ਸਾਲ ਪਹਿਲੇ ਤੁਰ ਗਏ ਸਾਡੇ ਕੋਲੋਂ, ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਕੀਤੇ ਹੋਏ ਕੰਮ, ਉਹਨਾਂ ਦੇ ਨਾਟਕ, ਉਹਨਾਂ ਦੇ ਸ਼ਬਦ, ਉਹਨਾਂ ਦੇ ਲਿਖੇ ਹੋਏ ਡਾਇਲੌਗ ਔਰ ਉਹਨਾਂ ਦੇ ਰਾਹਾਂ ਤੇ ਤੁਰਨ ਵਾਲੇ ਉਹਨਾਂ ਦੇ ਕਲਾਕਾਰ, ਉਹਨਾਂ ਦੇ ਪਰਿਵਾਰ, ਉਹਨਾਂ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਜਿਹੜੇ ਆ, ਉਹ ਸਾਰੇ ਜਿਹੜੇ ਆ ਉਹਨਾਂ ਦੀਆਂ ਯਾਦਾਂ ਦੇ ਨਾਲ ਜੁੜੇ ਹੋਏ ਨੇ। ਸੋ ਅੱਜ ਸਾਰੇ ਅਸੀਂ ਉਹਨਾਂ ਨੂੰ ਜਨਮ ਦਿਹਾੜੇ ਤੇ ਅਜਮੇਰ ਔਲਖ ਹੋਰਾਂ ਦੇ ਯਾਦ ਕਰ ਰਹੇ ਹਾਂ ਔਰ ਅਸੀਂ ਉਹਨਾਂ ਦਾ ਪੂਰਾ ਪਰਿਵਾਰ ਅੱਜ ਸਾਡੇ ਨਾਲ ਹੈ ਔਰ ਸਾਡੇ ਨਾਲ ਉਸ ਪਰਿਵਾਰ ਦਾ ਇੱਕ ਅਹਿਮ ਹਿੱਸਾ ਪ੍ਰੀਤਮ ਰੁਪਾਲ ਹੋਰੀ ਵੀ ਸਾਡੇ ਨਾਲ ਜੁੜ ਗਏ ਨੇ। ਉਹ ਵੀ ਆਪਣੀਆਂ ਗੱਲਾਂ, ਆਪਣੀਆਂ ਯਾਦਾਂ ਸਾਂਝੀਆਂ ਕਰਨਗੇ ਸਾਡੇ ਨਾਲ। ਔਰ ਤੁਹਾਨੂੰ ਸਾਰੇ ਪਰਿਵਾਰ ਨੂੰ, ਔਲਖ ਪਰਿਵਾਰ ਨੂੰ ਜੀ ਆਇਆਂ ਮੈਂ ਕਹਿ ਰਿਹਾ ਵਾਂ। ਸੋ ਜੀ ਆਇਆਂ ਕਹਿੰਦੇ ਹੋਏ ਅੱਜ ਦੇ ਆਪਣੀ ਇਹ ਸਾਡਾ ਕ੍ਰੀਏਟਿਵ ਐਕਸਪੀਰੀਅੰਸ ਦਾ ਇੱਕ ਲੜੀ ਹੈ ਜਿਹਦੇ ਤਹਿਤ ਅਸੀਂ ਪਿਛਲੇ ਲਗਭਗ ਅਸੀਂ 1-1.5 ਮਹੀਨੇ ਤੋਂ 50-60 ਕਲਾਕਾਰਾਂ ਨਾਲ ਅਸੀਂ ਗੱਲਾਂ ਕੀਤੀਆਂ ਨੇ। ਜਿਹੜੇ ਯੰਗ ਆਰਟਿਸਟ ਨੇ, ਜਿਹੜੇ ਬਹੁਤ ਸੀਨੀਅਰ ਆਰਟਿਸਟ ਨੇ, ਉਹਨਾਂ ਨਾਲ ਥੀਏਟਰ ਵਾਲੇ, ਸੰਗੀਤ ਵਾਲੇ, ਨ੍ਰਿਤ ਵਾਲੇ, ਹਰ ਇੱਕ ਤਰ੍ਹਾਂ ਦੇ ਜਿਨ੍ਹਾਂ ਦੇ ਅੰਦਰ ਕੁਝ ਧੁਖਦਾ ਹੈ, ਜਿਨ੍ਹਾਂ ਦੇ ਅੰਦਰ ਕੋਈ ਚਿਣਗ ਹੈ, ਜਿਨ੍ਹਾਂ ਜਿਹੜੇ ਰੰਗਮੰਚ ਨੂੰ ਪਰਨਾਏ ਲੋਕ ਨੇ, ਜਿਹੜੇ ਸੰਗੀਤ ਕਲਾ ਨੂੰ ਪਰਨਾਏ, ਨ੍ਰਿਤ ਕਲਾ ਨੂੰ ਪਰਨਾਏ ਦੋਸਤ ਨੇ, ਉਹਨਾਂ ਦੇ ਰੰਗਮੰਚ ਸਫ਼ਰ ਦੀਆਂ ਅਸੀਂ ਬਾਤਾਂ ਸਾਂਝੀਆਂ ਕਰਦੇ ਹਾਂ। ਔਰ ਅੱਜ ਬਹੁਤ ਸਾਡੇ ਲਈ ਉਹਦਾ ਬਹੁਤ ਖੁਸ਼ੀ ਦੇ ਪਲ ਨੇ ਕਿ ਅਸੀਂ ਔਲਖ ਸਾਹਿਬ ਦੀਆਂ ਯਾਦਾਂ ਨੂੰ ਸਾਂਝਾ ਕਰਨ ਵਾਸਤੇ ਪੂਰਾ ਪਰਿਵਾਰ, ਕਿਉਂਕਿ ਔਲਖ ਸਾਹਿਬ ਦਾ ਪਰਿਵਾਰ ਸਿਰਫ ਮਹਿਜ਼ ਧੀਆਂ ਪੁੱਤਾਂ ਤੱਕ ਸੀਮਤ ਪਰਿਵਾਰ ਨਹੀਂ ਹੈ। ਉਹਨਾਂ ਦੇ ਸ਼ਾਗਿਰਦਾਂ ਦਾ, ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਵੱਡਾ ਪਰਿਵਾਰ ਹੈ। ਔਲਖ ਸਾਹਿਬ ਦੇ ਦਰਸ਼ਕਾਂ ਦਾ ਬਹੁਤ ਵੱਡਾ ਪਰਿਵਾਰ ਹੈ। ਸੋ ਸਾਰੇ ਸਾਡੇ ਨਾਲ ਦੂਰੋਂ ਨੇੜਿਓਂ ਸਾਰੇ ਦੋਸਤ ਸਾਨੂੰ ਦੇਖਦੇ ਵੀ ਪਏ ਆ, ਸੁਣਦੇ ਵੀ ਪਏ ਆ ਔਰ ਸਾਡੇ ਇਸ ਪ੍ਰੋਗਰਾਮ ਨੂੰ ਜਦੋਂ ਇਹ ਹੁਣੇ ਰਿਕਾਰਡਿੰਗ ਚੱਲ ਰਹੀ ਹੈ ਤੇ ਫੇਸਬੁੱਕ ਤੇ ਜਾਏਗਾ, YouTube ਤੇ ਜਾਏਗਾ ਤੇ ਪੂਰੀ ਦੁਨੀਆ ਦੇ ਵਿੱਚ ਸਾਰੇ ਹੀ ਉਹਨਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਦੀਆਂ ਯਾਦਾਂ ਨੂੰ ਜਿਹੜਾ ਕਿ ਸਾਡੇ ਨਾਲ ਸਾਂਝੀਆਂ ਕਰਨਗੇ, ਉਹ ਦੇਖਣਗੇ ਵੀ। ਸੋ ਮੈਂ ਜੀ ਆਇਆਂ ਕਹਿੰਦਾ ਸਭ ਤੋਂ ਪਹਿਲੇ ਮਿਸਿਸ ਔਲਖ ਹੋਰੀ, ਮੈਡਮ ਮਨਜੀਤ ਕੌਰ ਔਲਖ ਜੀ, ਤੁਹਾਨੂੰ ਜੀ ਆਇਆਂ। ਔਰ ਤੁਸੀਂ ਆਪਣੀ ਆਵਾਜ਼ ਅੱਗੋਂ ਸਾਂਝੀ ਕਰੋ ਸਾਡੇ ਨਾਲ। ਸ਼ੁਕਰੀਆ ਕੇਵਲ। ਸਭ ਤੋਂ ਪਹਿਲਾਂ ਮੈਂ PSN ਨੂੰ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਨੂੰ ਕ੍ਰੀਏਟ ਕੀਤਾ ਔਰ ਸਾਰੇ ਪਰਿਵਾਰ ਨੂੰ, ਸਾਡੇ ਔਲਖ ਸਾਹਿਬ ਦੇ ਚਹੇਤਿਆਂ ਨੂੰ ਇਕੱਠਾ ਕਰਕੇ ਇਹ ਪ੍ਰੋਗਰਾਮ ਉਲੀਕਿਆ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ। ਵੈਲਕਮ ਮੈਡਮ। ਔਰ ਸੁਪਨਦੀਪ ਔਲਖ ਸਾਹਿਬ ਹੋਰਾਂ ਦੀ ਵੱਡੀ ਬੇਟੀ ਔਰ ਉਹ ਸਾਡੇ ਨਾਲ ਨੇ ਔਰ ਔਲਖ ਸਾਹਿਬ ਹੋਰਾਂ ਦੇ ਨਾਟਕਾਂ ਦੀ ਅਹਿਮ ਅਦਾਕਾਰਾ, ਹਮੇਸ਼ਾ ਯਾਨੀ ਕਿ ਲੰਮੇ ਸਮੇਂ ਤੋਂ ਸੁਪਨ ਨੇ ਬਹੁਤ ਖੂਬਸੂਰਤ ਰੋਲ, बेहतरीन अदाकारा है सुपन। सुपन ਤੁਹਾਨੂੰ ਜੀ ਆਇਆਂ। सुपन अपनी आवाज। शुक्रिया भाजी। हाँ जी शुक्रिया भाजी, बहुत बहुत। और मैनू लगता है कि ਤੁਸੀਂ ਬਹੁਤ ਚੰਗਾ ਕੰਮ ਕੀਤਾ ਜਿਹੜਾ ਅੱਜ ਦੇ ਦਿਨ ਨੂੰ ਚੁਣਿਆ ਔਰ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਔਰ ਬਹੁਤ ਅੱਛਾ ਮੌਕਾ ਹੈ ਜਿਹਦੇ ਰਾਹੀਂ ਦੁਬਾਰਾ ਤੋਂ ਅਸੀਂ ਚਾਹੇ ਡੈਡੀ ਸਾਡੇ ਸਾਰਿਆਂ ਦੇ, ਸਾਡੇ ਇਕੱਲਿਆਂ ਦੇ ਨਹੀਂ, ਸਾਰਿਆਂ ਦੇ ਨਾਲ ਹੁੰਦੇ ਨੇ ਹਮੇਸ਼ਾ, ਪਰ ਜਿਉਂ-ਜਿਉਂ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਜਾਵਾਂਗੇ ਤਿਉਂ-ਤਿਉਂ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਸਮਾਜ ਦੇ ਵਿੱਚ ਹੋਰ ਜਾਣਗੇ। ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਦੇ ਲਈ। ਮੈਂ ਮਨਜੀਤ ਚਾਹਲ ਹੋਰਾਂ ਨੂੰ ਜੀ ਆਇਆਂ ਆਖਦਾ। ਅਜਮੇਰ ਔਲਖ ਹੋਰਾਂ ਦੇ ਅਦਾਕਾਰ ਵੀ, ਸੁਪਨਦੀਪ ਹੋਰਾਂ ਦੇ ਹਸਬੈਂਡ ਔਰ ਮੈਂ ਯਾਨੀ ਕਿ ਔਲਖ ਸਾਹਿਬ ਦੇ ਪਰਿਵਾਰ ਦਾ ਅਹਿਮ ਹਿੱਸਾ। ਸੋ ਮਨਜੀਤ ਜੀ ਜੀ ਆਇਆਂ ਤੁਹਾਨੂੰ ਵੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਧੰਨਵਾਦ ਜੀ। ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਜ ਔਲਖ ਸਾਹਿਬ ਦੇ 77ਵੇਂ ਜਨਮ ਦੀਆਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਹੀ ਵਧੀਆ ਤੁਸੀਂ ਅੱਜ ਕੰਮ ਕੀਤਾ, ਉਹਨਾਂ ਦੇ ਜਨਮ ਦਿਨ ਤੇ ਗੱਲ ਸ਼ੁਰੂ ਕੀਤੀ ਜੀ। ਅਜਮੀਤ ਤੁਹਾਨੂੰ ਵੈਲਕਮ। ਔਲਖ ਸਾਹਿਬ ਦੀ ਛੋਟੀ ਬੇਟੀ, ਬਹੁਤ ਬਿਹਤਰੀਨ, ਬਹੁਤ ਬਹੁਤ ਬਿਹਤਰੀਨ ਅਦਾਕਾਰਾ। ਮੈਂ ਇਸਨੂੰ ਬਹੁਤ ਨਾਟਕਾਂ 'ਚ ਬਹੁਤ ਮੈਂ ਇਹਦੀ ਅਦਾਕਾਰੀ ਦਾ ਹਮੇਸ਼ਾ ਫੈਨ ਰਿਹਾ। ਇਸ ਕੁੜੀ ਦੀ ਬੜੀ એનર્ਜੈਟਿਕ ਅਦਾਕਾਰਾ ਹੈ। ਅਜਮੀਤ ਜੀ ਆਇਆਂ। थैंक यू भाजी, थैंक यू थोड़ा बहुत बहुत जी।
ਅੱਜ ਦੇ ਦਿਨ ਪਾਪਾ ਦੇ ਜਨਮ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ। ਔਰ ਮੈਂ ਸੁਭਾਸ਼ ਬਿੱਟੂ ਹੋਰਾਂ ਨੂੰ ਜੀ ਆਇਆਂ ਆਖਦਾ, ਔਲਖ ਸਾਹਿਬ ਹੋਰਾਂ ਦੇ ਪਰਿਵਾਰ ਦਾ ਅਹਿਮ ਹਿੱਸਾ, ਅਜਮੀਤ ਹੋਰਾਂ ਦੇ ਹਸਬੈਂਡ, ਔਰ ਇਸ ਵੇਲੇ ਜਿਹੜੀ ਸਾਰੀ ਟੀਮ ਹੈ ਔਲਖ ਸਾਹਿਬ ਦੀ, ਉਸ ਨੂੰ ਮੁੱਖ ਤੌਰ ਤੇ ਸੁਭਾਸ਼ ਹੋਰੀ ਸੰਭਾਲਦੇ ਵੀ ਨੇ, ਲੈ ਕੇ ਤੁਰਦੇ ਵੀ ਨੇ, ਔਰ ਬਹੁਤ ਬਿਹਤਰੀਨ ਅਦਾਕਾਰ ਨੇ। ਸੁਭਾਸ਼ ਜੀ ਵੈਲਕਮ ਜੀ ਤੁਹਾਨੂੰ ਵੀ। ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ। ਅੱਜ ਦਾ ਦਿਨ ਬੜਾ ਚੰਗਾ ਲੱਗੀ ਜਾਂਦਾ ਹੈ। ਬਹੁਤ ਵਧੀਆ ਉਦਮ ਹੋ ਗਿਆ ਜੀ ਤੁਹਾਡੇ ਦੁਆਰਾ। ਇਹ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਨਾ, ਇਹ ਉਹ ਵੀ ਆਨਲਾਈਨ ਤੇ ਇਸ ਜਿਹੜਾ ਪੂਰੇ ਵਰਲਡ ਦੇ ਵਿੱਚ ਸੰਕਟ ਚੱਲਿਆ ਹੋਇਆ ਹੈ, ਆਪਾਂ ਉਹਨੂੰ ਵੀ ਕੱਟ ਕੇ ਤੇ ਫਿਰ ਵੀ ਆਪਦਾ ਜਿਹੜਾ એનર્ਜੈਟਿਕ, ਜਿੱਦਾਂ ਤੁਸੀਂ ਕਹਿੰਦੇ ਹੋ ਤੁਹਾਡੇ ਵਿੱਚ ਬਹੁਤ એનર્ਜੀ ਹੈ, ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠਾ ਕਰਕੇ ਇਸ ਰੰਗਮੰਚ ਦੇ ਲਈ ਤੇ ਔਲਖ ਸਾਹਿਬ ਡੈਡੀ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਜਿਹੜਾ ਇੱਕ ਬਿਹਤਰੀਨ ਮੌਕਾ ਦਿੱਤਾ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਰੁਪਾਲ ਤੁਹਾਨੂੰ ਵੀ ਜੀ ਆਇਆਂ ਜੀ। ਤੁਸੀਂ ਭਾਵੇਂ ਅਕੈਡਮੀ ਦਾ ਅਹਿਮ ਹਿੱਸਾ ਹੋ, ਪਰ ਅੱਜ ਤੁਸੀਂ ਔਲਖ ਸਾਹਿਬ ਦੇ ਪਰਿਵਾਰ ਦੇ ਤੌਰ ਤੇ ਜੁੜੇ ਹੋ ਤੇ ਤੁਹਾਨੂੰ ਵੀ ਜੀ ਆਇਆਂ। ਬਹੁਤ ਮੇਰੇ ਲਈ ਤਾਂ ਇਹ ਬਹੁਤ ਹੀ ਸੁਭਾਗਣ ਹੈ। ਲੋਕਲਾ ਮੰਚ ਤੇ ਮੈਂ ਇੱਕ ਟੁੱਟ ਹਿੱਸਾ ਹੁਣ ਵੀ, ਤੇ ਅਸੀਂ ਅਕੈਡਮੀ ਵੱਲੋਂ ਇਹ ਸਾਰਾ ਕੁਝ ਕਰ ਰਹੇ ਹਾਂ। ਅੱਜ ਦਾ ਦਿਨ ਅਸੀਂ ਵਿਸ਼ੇਸ਼ ਤੌਰ ਤੇ ਚੁਣਿਆ, ਖਾਸ ਕਰਕੇ ਵੀ ਪਰਿਵਾਰ ਨਾਲ ਗੱਲਾਂ ਕਰਨੀਆਂ ਨੇ। ਵੱਡੀ ਗੱਲ ਇਹ ਹੈ ਮੁੱਖ ਤੌਰ ਤੇ ਮਾਤਾ ਜੀ ਮਨਜੀਤ ਔਲਖ ਹੋਰਾਂ ਦੇ, ਕਿਉਂਕਿ ਉਹਨਾਂ ਦੇ ਐਕਸਪੀਰੀਅੰਸ ਜ਼ਿਆਦਾ ਨੇ, ਪਰਿਵਾਰਕ ਵੀ, ਥੀਏਟਰ ਦੇ ਵੀ। ਉਹਨਾਂ ਨਾਲ ਉਹਨਾਂ ਦੀਆਂ ਗੱਲਾਂ ਸੁਣਾਂਗੇ। ਫਿਰ ਮਨਜੀਤ ਚਾਹਲ ਜਿਹੜੇ ਬਾਨੀ ਮੈਂਬਰਾਂ ਦੇ ਵਿੱਚੋਂ ਨੇ ਲੋਕ ਕਲਾ ਮੰਚ ਦੇ, ਬਾਅਦ ਚ ਆਏ ਥੋੜਾ, ਤੇ ਸੁਪਨਦੀਪ, ਵੀਜ਼ਾ, ਅਜਮੀਤ, ਸੁਭਾਸ਼, ਸਾਰੇ ਗੱਲਾਂ ਬਾਤਾਂ ਆਪਾਂ ਨੂੰ ਆਪਣੇ ਨਾਲ ਕਰਨਗੇ। ਬਹੁਤ ਬਹੁਤ ਕੇਵਲ ਜੀ, ਵੈਸੇ ਤੁਹਾਡਾ ਬਹੁਤ ਵੱਡਾ ਇਹ ਉਪਰਾਲਾ ਹੈ ਜਿਹੜਾ, ਭਾਵੇਂ ਠੀਕ ਹੈ ਨਾ ਅਕੈਡਮੀ ਦਾ, ਪਰ ਅਕੈਡਮੀ ਬੜੇ ਸਾਲਾਂ ਤੋਂ ਚੱਲ ਰਹੀ ਹੈ, ਪਰ ਜਿਹੜਾ ਤੁਹਾਡੇ ਅੱਗੇ ਲੱਗਣ ਨਾਲ ਇਸ ਟਰਨਆਊਟ ਦੇ ਦੌਰਾਨ ਜੋ ਅਸੀਂ ਕਰ ਸਕੇ, ਮੇਰਾ ਖਿਆਲ ਹੈ ਇੱਕ ਹੁਣ ਤੱਕ ਲਈ ਮੀਲ ਪੱਥਰ ਹੈ। ਸ਼ੁਕਰੀਆ ਸਾਰਿਆਂ ਨੂੰ। ਥੈਂਕ ਯੂ ਰੁਪਾਲ ਜੀ। ਨਹੀਂ, ਆਪਾਂ ਸਾਰੇ ਮਿਲ ਕੇ ਕਰਦੇ ਪਏ ਅੱਜ। ਮੈਨੂੰ ਇਹ ਚੰਗਾ ਲੱਗ ਰਿਹਾ, ਮੈਨੂੰ ਲੱਗ ਰਿਹਾ ਔਲਖ ਸਾਹਿਬ ਦਾ ਸਾਰਾ ਪਰਿਵਾਰ ਜਿਵੇਂ ਅੰਮ੍ਰਿਤਸਰ ਚ ਬੈਠਾ ਹੋਵੇ ਮੇਰੇ ਸਾਹਮਣੇ, ਮੇਰੇ ਦਫ਼ਤਰ ਚ। ਤੇ ਮੈਨੂੰ ਇਹ ਵੀ ਕਈ ਵਾਰ ਲੱਗ ਰਿਹਾ ਕਿ ਸ਼ਾਇਦ ਮੈਂ ਔਲਖ ਸਾਹਿਬ ਦੇ ਘਰ ਚ ਬੈਠਾ ਹੋਇਆ, ਉਸ ਬੈਠਕ ਦੇ ਵਿੱਚ ਬੈਠਾ ਮੈਂ ਪਰਿਵਾਰ ਨਾਲ ਗੱਲਾਂ ਕਰ ਰਿਹਾ ਵਾ। ਸੋ ਇਹ ਬੜਾ ਚੰਗਾ ਹੈ। ਵੇਖੋ, ਇੱਕ ਟੈਕਨੀਕ ਦਾ ਸੁੱਖ ਵੀ ਹੈ, ਬੇਸ਼ੱਕ ਆਪਾਂ ਔਖੇ ਸਮਿਆਂ ਦੇ ਵਿੱਚ, ਪਰ ਰੰਗਮੰਚ ਜਿਹੜਾ ਹਰ ਹਾਲ ਵਿੱਚ ਔਖੇ ਸੌਖੇ ਸਮਿਆਂ 'ਚ ਜ਼ਿੰਦਾ ਰਹਿੰਦਾ ਹੈ। ਇਹੀ ਸਾਡੇ ਨਾਟਕਕਾਰਾਂ ਨੇ, ਔਲਖ ਸਾਹਿਬ ਨੇ, ਗੁਰਸ਼ਰਨ ਭਾਜੀ ਨੇ, ਔਰ ਸਾਡੀ ਜਿਹੜੀ ਰੰਗਮੰਚ ਦੇ ਜਿਹੜੀ ਪੀੜ੍ਹੀ ਦੇ ਨਾਲ ਜੁੜੇ ਹੋਏ ਪਹਿਲੀ ਪੀੜ੍ਹੀ ਤੋਂ ਨਾਟਕਕਾਰ ਔਰ ਰੰਗਮੰਚ ਦੀ ਜ਼ਿੰਦਗੀ ਨੇ ਸਾਨੂੰ ਇਹੀ ਦੱਸਿਆ ਹੈ ਕਿ ਹਰ ਹਾਲਤ ਵਿੱਚ ਜੀਣਾ ਕਿੱਦਾਂ ਹੈ, ਅਸੀਂ ਜ਼ਿੰਦਗੀ ਜ਼ਿੰਦਾਬਾਦ ਕਿੱਦਾਂ ਰਹਿਣੀ ਹੈ। ਸੋ ਮੈਂ ਇਹਨਾਂ ਗੱਲਾਂ ਦੇ ਨਾਲ ਸਭ ਤੋਂ ਪਹਿਲੇ ਮੈਂ ਮਨਜੀਤ ਮੈਡਮ ਤੁਹਾਨੂੰ ਮੈਂ ਸਿੱਧਾ ਸਵਾਲ ਹੀ ਕਰਦਾ ਵਾਂ ਕਿ ਤੁਸੀਂ ਹੁਣ ਆਪਣੇ ਹਿੱਸੇ ਦੀਆਂ ਗੱਲਾਂ ਕਰੋ। ਤੁਹਾਡੇ ਕੋਲ ਮੈਂ ਵੈਸੇ ਉਹਦਾ ਮੇਰੀ ਬੜੀ ਜਿਗਿਆਸਾ ਸੀ, ਮੈਂ ਜਾਣਾ ਕਿ ਅਸੀਂ ਜਾਣਦੇ ਔਲਖ ਸਾਹਿਬ ਨੇ ਕਿਵੇਂ ਸ਼ੁਰੂਆਤ ਕੀਤੀ, ਕਿਵੇਂ ਉਹਨਾਂ ਦੇ ਨਾਟਕ ਲਿਖੇ, ਪੜ੍ਹੇ ਗਏ, ਬੜੇ ਅਸੀਂ ਵੇਖੇ। ਮੇਰਾ ਦਿਲ ਕਰਦਾ ਕਿ ਮਨਜੀਤ ਔਲਖ ਸਿਰਫ ਮਿਸਿਸ ਔਲਖ ਨਹੀਂ ਹੈ, ਉਹ ਬਿਹਤਰੀਨ ਅਦਾਕਾਰਾ ਵੀ ਹੈ। ਮੈਂ ਤੁਹਾਨੂੰ ਸ਼ੁਰੂ ਤੋਂ ਵੇਖਦਾ ਆ ਰਿਹਾ, ਜਦੋਂ ਤੋਂ ਮੈਂ ਸ਼ੁਰੂ ਹੋਇਆ ਹੈ ਨਾ, ਤੇ ਤੁਹਾਨੂੰ ਮੈਂ ਹਰ ਨਾਟਕ 'ਚ ਹੀ ਵੇਖਦਾ ਰਿਹਾ, ਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਵੇਖਣਾ ਆਪੋ ਆਪਣਾ ਹਿੱਸਾ ਦੇ ਵਿੱਚ। ਹੁਣ ਮੈਂ ਮਰ ਗਈ ਹਾਂ, ਇੱਥੋਂ ਨਾਟਕ ਸ਼ੁਰੂ ਹੁੰਦਾ ਹੈ ਨਾ, ਤੇ ਮੈਂ ਉਸ ਤੋਂ ਪਹਿਲੇ ਵੀ ਵੇਖਿਆ ਜਦੋਂ ਭੱਜੀਆਂ ਬਾਹੀਂ ਦੇ ਵਿੱਚ, ਮੈਂ ਮੋਹਾਲੀ ਦੇ ਵਿੱਚ ਨਾਟਕ ਦੇ ਵਿੱਚ ਇੱਕ ਕਾਲੀ ਐਨਕ ਲਾ ਕੇ ਮਨਜੀਤ ਔਲਖ ਇੱਕ ਅੜਬਜੀਤ ਜਠਾਣੀ ਦਾ ਰੋਲ ਕਰਦੀ ਸੀ, ਯਾਨੀ ਉਹ ਵੀ ਮੈਂ ਰੋਲ ਦੇਖੇ। ਜਦੋਂ ਜਵਾਨੀ ਦਾ ਜ਼ੋਰ ਸੀ ਵੇ ਜ਼ਾਲਮਾ, ਹੈ ਨਾ, ਉਹ ਬੰਜਲੀ ਵਰਗਾ ਬੋਲ, ਬੰਜਲੀ ਵਰਗਾ ਬੋਲ ਸੀ ਵੇ ਜ਼ਾਲਮਾ, ਬਹੁਤ ਅੱਛਾ ਰੋਲ ਕਰਦੀ ਸੀ, ਲੀਡਿੰਗ ਰੋਲ ਉਹਦੇ ਵਿੱਚ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਮਨਜੀਤ ਮੈਮ, ਤੁਸੀਂ ਕੀ ਵਿਆਹ ਤੋਂ ਬਾਅਦ ਅਦਾਕਾਰੀ ਸ਼ੁਰੂ ਕੀਤੀ, ਔਲਖ ਸਾਹਿਬ ਨੇ ਸ਼ੁਰੂ ਕਰਵਾਈ, ਜਾਂ ਪਹਿਲਾਂ ਤੋਂ ਤੁਹਾਡਾ ਕੋਈ ਤੁਹਾਨੂੰ ਸੀਗਾ ਕਿ ਮੈਂ ਕਰਦੀ ਸੀ ਸਕੂਲ ਵਿੱਚ ਜਾਂ ਕਿਧਰੇ, ਕੁਝ ਏਦਾਂ ਸੀ ਤੁਹਾਡੇ ਨਾਲ? ਅਸਲ ਵਿੱਚ ਕੇਵਲ ਮਤਲਬ ਸ਼ੌਕ ਤਾਂ ਮੈਨੂੰ ਸੀ ਸ਼ੁਰੂ 'ਚ। ਮੈਂ 10ਵੀਂ ਵੇਲੇ ਅਸੀਂ ਜਿਹੜਾ ਸੀਗਾ ਵੀ 9th ਦੇ ਵਿੱਚ 10ਵੀਂ ਨੂੰ ਫੇਅਰਵੈਲ ਪਾਰਟੀ ਦਿੱਤੀ, ਤਾਂ ਉਸ ਵੇਲੇ ਜਿਹੜਾ ਇੱਕ ਆਪਣੇ ਗੁਰਚਰਨ ਸਿੰਘ ਜਸੂਜਾ ਜੀ ਦਾ ਨਾਟਕ ਸੀਗਾ, ਉਹਦੇ ਵਿੱਚ ਮਤਲਬ ਰੋਲ ਕੀਤਾ ਸੀ।
ਉਸ ਤੋਂ ਬਾਅਦ ਸਾਰਾ ਕੁਝ ਠੱਪ ਹੋ ਗਿਆ। ਫਿਰ ਕਾਲਜ ਦੇ ਵਿੱਚ ਜਦੋਂ ਮੈਂ ਗਈ ਤਾਂ ਉਦੋਂ ਉੱਥੇ ਸਾਨੂੰ ਕੋਈ ਮੌਕਾ ਮਿਲਣਾ ਬਣਿਆ। ਫਿਰ ਉਸ ਤੋਂ ਬਾਅਦ ਮੈਂ ਲਖਨਊ ਗਈ ਸੀ ਜਦੋਂ ਟ੍ਰੇਨਿੰਗ ਦੇ ਉੱਤੇ, LSU ਦੀ ਟ੍ਰੇਨਿੰਗ ਦੇ ਉੱਤੇ, ਸੋਸ਼ਲ ਡਿਪਾਰਟਮੈਂਟ ਜਿਹੜਾ ਸੀ। ਤਾਂ ਉੱਥੇ ਫਿਰ ਮੈਂ ਇੱਕ ਬਰਸ਼ੀ ਜਿਹੇ ਵਾਲਾ ਰੋਲ ਕੀਤਾ ਸੀ ਦੁਆਰਪਾਲ ਦਾ। ਅੱਛਾ। ਹਾਂ, ਪਰ ਉਸ ਤੋਂ ਬਾਅਦ ਸਾਡੀ ਮਤਲਬ 1967 ਦੇ ਵਿੱਚ ਮੈਰਿਜ ਹੋਈ। ਤਾਂ ਔਲਖ ਸਾਹਿਬ ਨੇ 70 ਦੇ ਵਿੱਚ ਆਪਣੇ ਕਾਲਜ ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ, ਇਹਨਾਂ ਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਛੋਟੇ ਛੋਟੇ ਨਾਟਕ ਤਿਆਰ ਕਰਵਾ ਕੇ ਤੇ ਨਿਰਦੇਸ਼ਨਾ ਦੇਣੀ ਸ਼ੁਰੂ ਕੀਤੀ। ਤਾਂ ਮਤਲਬ ਮੈਂ ਦੇਖਣ ਜ਼ਰੂਰ ਜਾਂਦੀ ਸੀ ਕਾਲਜ ਦੇ ਵਿੱਚ, ਪਰ ਕਰਨ ਦਾ ਮੌਕਾ ਨਹੀਂ ਸੀ ਮਿਲਿਆ, ਕਿਉਂਕਿ ਇਹ ਕਾਲਜ ਦੇ ਸਟੂਡੈਂਟਸ ਤੋਂ ਹੀ ਨਾਟਕ ਤਿਆਰ ਕਰਵਾ ਕੇ ਯੂਥ ਫੈਸਟੀਵਲ ਵਗੈਰਾ ਤੇ ਲੈ ਕੇ ਜਾਂਦੇ ਸੀ। ਤੇ ਇਹ ਇੱਕ ਮੌਕਾ ਮਿਲ ਹੀ ਸੀ ਕਿ 1978 ਦੇ ਵਿੱਚ ਇਹਨਾਂ ਨੇ ਇੱਕ ਨਾਟਕ ਜਿਹੜਾ ਕਾਲਜ ਦੀ ਟੀਮ ਤੋਂ ਤਿਆਰ ਕਰਵਾਇਆ ਸੀ, ਉਹ ਲੈ ਕੇ ਕਾਲਜ ਵੱਲੋਂ ਤਾਂ ਚਲੇ ਗਏ ਖੇਡਣ, ਪਰ ਉਸ ਨੂੰ ਦਿੱਲੀ ਵਾਸਤੇ ਭਰ ਦਿੱਤਾ। ਇਹਨਾਂ ਨੇ ਐਂਟਰੀ ਮਾਰਤੀ। ਜਦੋਂ ਇਹਨਾਂ ਨੂੰ ਇਨਵਾਈਟ ਕਰ ਲਿਆ ਵੀ ਆਓ ਨਾਟਕ ਕਰੋ, ਤਾਂ ਉਸ ਨਾਟਕ ਦੀ ਇੱਕ ਖੂਬਸੂਰਤ ਅਦਾਕਾਰਾ ਕੁੜੀ ਨੂੰ ਪ੍ਰੋਬਲਮ ਆ ਗਈ। ਉਸ ਦੇ ਪੇਰੈਂਟਸ ਨੇ, ਉਹਦੇ ਫਾਦਰ ਨੇ ਉਸ ਨੂੰ ਰੋਕ ਦਿੱਤਾ ਜਾਣ ਤੋਂ। ਤਾਂ ਹੁਣ ਬੜੀ ਮੁਸੀਬਤ ਬਣੀ ਡਾਇਰੈਕਟਰ ਨੂੰ, ਤੁਹਾਨੂੰ ਪਤਾ ਹੀ ਹੈ ਡਾਇਰੈਕਟਰ ਦੀਆਂ ਪਰੇਸ਼ਾਨੀਆਂ ਦਾ। ਤਾਂ ਖੈਰ ਸਾਰੇ ਜਿਹੜੇ ਕਲਾਕਾਰ ਸੀ ਉਹਨਾਂ ਨੇ ਮਿੰਨਤਾਂ ਕੀਤੀਆਂ ਔਰ ਉਸ ਲੜਕੀ ਨੂੰ ਲੈ ਤਾਂ ਗਏ। ਤੇ ਜਦੋਂ ਉੱਥੋਂ ਵਾਪਸ ਆਏ, ਉੱਥੇ ਬੜੀ ਚੰਗੀ ਪੋਜੀਸ਼ਨ ਆਈ ਇਹਨਾਂ ਦੀ। ਵਾਪਸ ਆਏ ਤਾਂ ਮੈਂ ਕਿਹਾ ਕਿਉਂ ਐਵੇਂ ਮਿੰਨਤਾਂ ਕਰਦੇ ਫਿਰਦੇ ਹੋ? ਮੇਰਾ ਜੀ ਵੀ ਕਰਦਾ ਸੀ ਵੀ ਮੈਂ ਨਾਟਕ ਕਰਾਂ। ਮੈਂ ਕਿਹਾ ਮੈਨੂੰ ਕਹੋਗਾ ਤੁਸੀਂ, ਮੈਨੂੰ ਕਿਉਂ ਨਹੀਂ ਕਹਿੰਦੇ ਗੇ? ਕਹਿੰਦੇ ਉਹ ਹਾਂ ਸੱਚ ਹੈ। ਲੈ ਮੈਂ ਤਾਂ ਭੁੱਲੇ ਬੈਠਾ ਸੀਗਾ। ਇਸ ਤਰ੍ਹਾਂ ਕਰਕੇ ਮੇਰੀ 1978 ਦੇ ਵਿੱਚ ਐਂਟਰੀ ਹੁੰਦੀ ਹੈ। ਕੀ ਬਾਤ ਹੈ। ਉਸ ਵੇਲੇ ਜਿਹੜੀ ਜੋਤ ਸੀ ਸਾਰੀ ਸਾਲ ਸਵਾ ਕੁ ਸਾਲ ਦੀ ਸੀਗੀ। ਤਾਂ ਅਸੀਂ ਨਾਟਕ, ਮੈਨੂੰ ਬਗਾਨੇ ਮੋੜ ਦੀ ਛਾਂ ਦੇ ਵਿੱਚ ਰੋਲ ਮਿਲਿਆ ਸੀ ਗੁਰਨਾਮ ਕੌਰ ਦਾ। ਮੇਰਾ ਜਿਹੜਾ ਸਕੂਲ ਸੀਗਾ, ਮੇਰੀ ਕਰਮ ਭੂਮੀ ਜਿਹੜੀ ਸੀ ਉਹ ਮਾਨਸਾ ਤੋਂ 10-11 ਜਿਹੜਾ ਸੀਗਾ ਕਿਲੋਮੀਟਰ ਦੂਰ ਸੀ। ਤੇ ਮੈਂ ਸਾਈਕਲ ਤੇ ਜਾਂਦੀ। ਮੈਂ ਜਾਂਦੀ ਹੋਈ ਡਾਇਲੌਗ ਜਿਹੜੇ ਸੀਗੇ ਉਹ ਯਾਦ ਕਰਦੀ ਜਾਂਦੀ, ਉੱਥੋਂ ਮੁੜਦੀ ਫੇਰ ਯਾਦ ਕਰਦੀ। ਆ ਕੇ ਔਲਖ ਸਾਹਿਬ ਨੂੰ ਕਹਿੰਦੀ ਵੀ ਇਹਦੀ ਡਿਲੀਵਰੀ ਇਸ ਤਰ੍ਹਾਂ ਹੋਣੀ ਹੈ, ਇਸ ਤਰ੍ਹਾਂ ਹੋਣੀ ਹੈ। ਤਾਂ ਮੈਨੂੰ ਇਹ ਗਾਈਡ ਕਰਦੇ ਰਹਿੰਦੇ। ਚਲੋ ਅਸੀਂ ਨਾਟਕ ਤਿਆਰ ਕਰ ਲਿਆ। ਨਾਟਕ ਤਿਆਰ ਕਰਕੇ ਨੇੜੇ ਹੀ ਮਾਨਸਾ ਦੇ ਇੱਕ ਖੋਖਰ ਪਿੰਡ ਹੈ, ਤਾਂ ਉੱਥੇ ਨਾਟਕ ਕਰਨ ਵਾਸਤੇ ਚਲੇ ਗਏ। ਮੈਂ ਸਟੇਜ ਤੇ ਆ, ਮੇਰਾ ਕੋ-ਆਰਟਿਸਟ ਜਿਹੜਾ ਹੈ ਗੱਜਣ ਸਿੰਘ ਹੈ, ਉਸਨੇ ਆਪਣੇ ਡਾਇਲੌਗ ਬੋਲੇ ਤੇ ਮੈਂ ਵੀ ਇੱਕ ਡਾਇਲੌਗ ਤੋਂ ਬਾਅਦ ਜੋਤ ਪਿਛਲੇ ਪਾਸੇ ਸੁੱਤੀ ਪਈ ਸੀ। ਜਦ ਸੁੱਤੀ ਪਈ ਸੀ ਤਾਂ ਉਹ ਰੋਣ ਲੱਗੀ। ਕੁਦਰਤੀ ਮੈਂ ਮਾਂ ਸੀ, ਮੇਰਾ ਧਿਆਨ ਉਧਰ ਚਲਿਆ ਗਿਆ। ਤਾਂ ਮੈਂ ਇੱਕਦਮ ਉਧਰ ਚੁੱਪ ਕਰ ਗਈ, ਬਿਲਕੁਲ ਹੀ ਮਤਲਬ ਮੂਕ ਹੋ ਗਈ ਮੇਰੀ ਮੁਦਰਾ। ਤੇ ਮੈਂ ਉਸ ਨੂੰ ਅਟੈਂਡ ਨਾ, ਮਤਲਬ ਜਿਹੜਾ ਮੇਰਾ ਆਰਟਿਸਟ ਸੀਗਾ ਉਸ ਨੂੰ ਅਟੈਂਡ ਨਾ ਕਰ ਸਕੀ ਔਰ ਚੁੱਪ ਕਰਕੇ ਖੜ ਗਈ। ਫਿਰ ਇੱਕਦਮ ਮੈਨੂੰ ਖਿਆਲ ਆਇਆ ਵੀ ਮੈਂ ਤਾਂ ਨਾਟਕ ਕਰ ਰਹੀ ਹਾਂ। ਮੇਰਾ ਆਰਟਿਸਟ ਜਿਹੜਾ ਸੀਗਾ ਗੱਜਣ ਸਿੰਘ ਜਿਹੜਾ ਸੀ, ਉਹ ਸਾਹਮਣੇ ਚੁੱਪ ਕਰਕੇ ਮੇਰੇ ਮੂੰਹ ਵੱਲ ਦੇਖੀ ਜਾਵੇ। ਤੇ ਮੈਂ ਨਾ ਸੱਚ ਕਹਿ ਕੇ ਦੁਬਾਰਾ ਫੇਰ ਡਾਇਲੌਗ ਡਿਲੀਵਰੀ ਸ਼ੁਰੂ ਕਰ ਦਿੱਤੀ। ਔਰ ਉਹ ਨਾਟਕ ਜਿਹੜਾ ਸੀਗਾ ਕਾਫੀ ਲੋਕਾਂ ਨੇ ਪਸੰਦ ਕੀਤਾ ਸੀ ਔਰ ਮੈਨੂੰ ਵੀ ਲੱਗਿਆ ਕਿ ਮੇਰਾ ਧਿਆਨ, ਕਿਉਂਕਿ ਮਾਂ ਸੀ ਇਸ ਕਰਕੇ ਉਧਰ ਗਿਆ, ਪਰ ਜਾਣਾ ਨਹੀਂ ਸੀ ਚਾਹੀਦਾ। ਸੌਰੀ। ਤੇ ਇੱਕ ਆਰਟਿਸਟ ਨੂੰ ਜਿਹੜਾ ਹੈ ਮੌਕੇ ਤੇ ਜਿਹੜਾ ਕੰਮ ਕਰ ਰਿਹਾ ਉਹਦੇ ਵਿੱਚ ਹੀ ਜਿਹੜਾ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ, ਜਿੰਨੇ ਵੀ ਔਲਖ ਸਾਹਿਬ ਦੇ ਨਾਟਕ ਸੀਗੇ ਉਹਨਾਂ ਸਾਰਿਆਂ ਵਿੱਚ ਕਦੇ ਡਬਲ ਰੋਲ ਮਿਲਿਆ, ਕਦੇ ਸਿੰਗਲ ਰੋਲ ਮਿਲਿਆ। ਤਾਂ ਅੱਜ ਤੱਕ ਹੁਣ ਜਿਹੜਾ ਹੈ ਉਮਰ ਦੇ ਲਿਹਾਜ਼ ਨਾਲ ਬਜ਼ੁਰਗ ਔਰਤ ਦਾ ਜਿਹੜਾ ਰੋਲ ਹੈ ਕਰ ਰਹੀ ਹੈ ਔਰ ਚੱਲੀ ਜਾਂਦਾ ਹੈ। ਇਵੇਂ ਜਿਵੇਂ
ਜਿਹੜਾ ਸ਼ੋਅ ਹੈ ਮਸਟ ਗੋ ਔਨ ਹੈ ਨਾ, ਜਿਵੇਂ ਕਹਿੰਦੇ ਆ, ਤਾਂ ਮੈਂ ਜਦੋਂ ਤੱਕ ਜ਼ਿੰਦਗੀ ਰਹੀ ਜੇ ਚੱਲਦੀ ਰਹੂਗੀ। ਕੀ ਬਾਤ ਹੈ। ਨਹੀਂ, ਬਹੁਤ ਵਧੀਆ ਗੱਲ ਤੁਸੀਂ ਸੁਣਾਈ ਕਿ ਕਿਵੇਂ ਇੱਕ ਕੁੜੀ ਚਲੇ ਗਈ, ਉਹਦੀ ਜਗ੍ਹਾ ਤੁਸੀਂ 78 ਵਿੱਚ, ਇਹ ਕਮਾਲ ਦੀ ਗੱਲ ਹੈ, ਤੁਸੀਂ 78 ਵਿੱਚ ਔਲਖ ਸਾਹਿਬ ਦੇ ਨਾਟਕ 'ਚ ਐਂਟਰੀ ਕੀਤੀ, ਮੈਂ 78 ਦੇ ਵਿੱਚ ਗੁਰਸ਼ਰਨ ਭਾਜੀ ਦੇ ਨਾਟਕ 'ਚ ਐਂਟਰੀ ਕੀਤੀ। ਇਹਦੀ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਇਹ ਕਹਾਂ ਕਿ ਮੈਂ ਤੁਹਾਡੀ ਉਮਰ ਦਾ ਕਿ ਤੁਸੀਂ ਮੇਰੀ ਉਮਰ ਦੇ ਹੋ। ਤੁਸੀਂ ਮੇਰੀ ਉਮਰ ਦੇ ਹੋ। ਮੈਨੂੰ ਵੀ ਲੱਗਦਾ ਮੈਂ ਤੇਰੀ ਉਮਰ ਦੀ ਹਾਂ। ਬਿਲਕੁਲ, ਤੁਸੀਂ ਯੰਗ ਹੋ, ਬੜੇ ਐਨਰਜੈਟਿਕ ਹੋ। ਬਹੁਤ ਸੋਹਣੀਆਂ ਗੱਲਾਂ। ਅੱਛਾ, ਮੈਂ ਕਿਉਂਕਿ ਮਨਜੀਤ ਚਾਹਲ ਹੋਰਾਂ ਨੂੰ ਵੀ ਦੇਖਦਾ ਰਿਹਾ ਵਾਂ, ਉਹਨਾਂ ਦੇ ਨਾਟਕਾਂ ਵਿੱਚ ਬੜੀਆਂ ਪ੍ਰਮੁੱਖ ਭੂਮਿਕਾਵਾਂ ਨਿਭਾਉਂਦੇ ਸੀ ਔਲਖ ਸਾਹਿਬ ਦੇ। ਚਾਹਲ ਸਾਹਿਬ, ਤੁਹਾਡੀ ਕਿੱਦਾਂ ਐਂਟਰੀ ਹੋਈ? ਤੁਸੀਂ ਮਾਨਸੇ ਤੋਂ ਹੀ ਜਾਂ ਕਾਲਜ ਤੋਂ ਨਾਲ ਜੁੜ ਗਏ ਸੀ? ਭਾਜੀ ਮੇਰੀ ਖੁਸ਼ਕਿਸਮਤੀ ਹੈ ਕਿ ਔਲਖ ਸਾਹਿਬ ਮੇਰੇ ਸਾਹਮਣੇ ਮੇਰੀ ਪੜ੍ਹਨ ਦੌਰਾਨ, ਪੜ੍ਹਾਈ ਦੌਰਾਨ ਹੀ ਨਾਟਕਕਾਰ ਬਣੇ। ਹਾਂ, ਪਹਿਲਾਂ ਉਹਨੂੰ ਸ਼ੌਕ ਸੀਗਾ ਫੰਕਸ਼ਨਾਂ ਤੇ, ਕਾਲਜਾਂ ਤੇ ਛੋਟੀਆਂ ਛੋਟੀਆਂ ਸਕਿੱਟਾਂ, ਛੋਟੇ ਛੋਟੇ ਨਾਟਕ ਜੋੜ ਕੇ ਕਰਨੇ। ਉਸ ਤੋਂ ਬਾਅਦ 1976 ਵਿੱਚ ਉਹਨਾਂ ਨੇ ਪਹਿਲੀ ਵਾਰੀ ਨਾਟਕ ਲਿਖਿਆ, ਈਦਰਾ ਕਦੀਵਰਾ ਸੀ ਜਿਹਦਾ ਨਾਂ, ਈਦਰਾ ਕਦੀਵਰਾ। ਹਾਂ, ਹਸਮੁਖ ਜਿਹਾ ਨਾਟਕ ਸੀਗਾ, ਲੋਕਾਂ ਨੇ ਬੜਾ ਪਸੰਦ ਕੀਤਾ। ਉਸ ਤੋਂ 1975 ਵਿੱਚ 1976 ਵਿੱਚ ਉਹਨਾਂ ਨੇ ਅਰਬਨ ਨਬ ਧੰਦੂਕਾਰਾ ਲਿਖਿਆ, ਜਿਹੜਾ ਕਿ ਯੂਨੀਵਰਸਿਟੀ ਦਾ ਖੇਡਿਆ, ਇੰਟਰ ਯੂਨੀਵਰਸਿਟੀ 'ਚੋਂ ਸੈਕਿੰਡ ਵੀ ਆਇਆ। ਉਹਨਾਂ ਦੀ ਇੱਕ ਵਿਲੱਖਣਤਾ ਸੀ ਕਿ ਉਹ ਕਲਾਕਾਰ ਨੂੰ ਵੇਖ ਕੇ ਰੋਲ ਲਿਖਦੇ ਸੀ। ਹਾਂ, ਕਲਾਕਾਰ ਦੀ ਡੀਲ ਡੋਲ, ਉਹਦਾ ਚਿਹਰਾ ਮੋਹਰਾ, ਉਹਦਾ ਕੱਦ-ਕਾਰ, ਉਹਦੇ ਮੁਤਾਬਕ ਉਹਨਾਂ ਨੇ ਡਾਇਲੌਗ ਲਿਖਣੇ। ਤੇ ਜਿਹੜਾ ਉਹ ਨਾਟਕ ਸੀਗਾ ਬੜਾ ਹੀ ਹਸਮੁਖ, ਬੜਾ ਹੀ ਹਸਾਉਣਾ, ਬੜਾ ਹੀ ਵਧੀਆ। ਉਸ ਦੇ ਨਾਲ ਉਹਨਾਂ ਦੀ ਇੱਕ ਪਛਾਣ ਬਣ ਗਈ। ਪਰ ਮੇਰੀ ਕਿਸਮਤ ਜੋ ਖੁੱਲੀ 1978 ਵਿੱਚ, ਜਦੋਂ ਉਹਨਾਂ ਨੇ ਪਹਿਲੀ ਵਾਰ ਬਗਾਨੇ ਵੋਟ ਦੀ ਸ਼ਾਨ ਨਾਟਕ ਤਿਆਰ ਕੀਤਾ। ਉਹਦੇ ਵਿੱਚ ਮੈਨੂੰ ਗੇਲੇ ਦਾ ਰੋਲ ਮਿਲਿਆ। ਤੇ ਉਸ ਤੋਂ ਬਾਅਦ 1978 ਵਿੱਚ ਅਸੀਂ ਲੋਕ ਕਲਾ ਮੰਚ ਨਾਂ ਦੀ ਇੱਕ ਸੰਸਥਾ ਸਾਹਿਬ ਨੇ ਬਣਾ ਲਈ, ਉਹਦੇ ਮੈਂਬਰ ਬਣ ਗਏ। ਫਿਰ ਤਾਂ ਚੱਲ ਸੋ ਚੱਲ ਨਾਟਕ ਤਿਆਰ ਕਰਨ ਲੱਗ ਪਏ। ਬੜਾ ਔਖਾ ਵੇਲਾ ਵੀ ਵੇਖਿਆ ਭਾਜੀ। ਸਾਡੇ ਕੋਲ ਇੱਕ ਟਰੰਕ ਹੁੰਦਾ ਸੀ, ਪ੍ਰੀਤਮਪਾਲ ਗਵਾਹ ਬੈਠਾ, ਮਾਤਾ ਵੀ ਬੈਠੀ ਹੈ ਗਵਾਹ। ਉਸ ਟਰੰਕ ਦੇ ਵਿੱਚ ਸਮਾਨ ਪਾ ਕੇ ਸਾਂਝਾ, ਵਿੱਚ ਮੇਕਅਪ ਦਾ ਸਮਾਨ, ਬਾਕੀ ਆਪਣੇ ਸਮਾਨ ਦੇ ਕੋਲੇ ਬੈਗ ਹੋਣੇ, ਤੇ ਬੱਸਾਂ ਤੇ ਨਾਟਕ ਖੇਡਣ ਜਾਣਾ। ਰਾਤ ਨੂੰ ਉੱਥੇ ਰਹਿਣਾ, ਦੂਜੇ ਦਿਨ ਆਉਣਾ, ਕੰਮ ਧੰਦਿਆਂ ਤੇ ਲੱਗਣਾ। ਫਿਰ ਹਫ਼ਤੇ ਬਾਅਦ 2 ਹਫ਼ਤਿਆਂ ਬਾਅਦ ਫਿਰ ਬੱਸ ਤੇ ਹੀ ਨਾਟਕ ਖੇਡਣ ਜਾਣਾ। ਇਹ ਔਖਾ ਵੀ ਅਸੀਂ ਸਾਲ 1.5 ਸਾਲ ਕੱਟੀਆਂ। ਜਦੋਂ ਪਹਿਲੀ ਵਾਰ ਅਸੀਂ ਭਾਜੀ ਜੀਪ ਤੇ ਨਾਟਕ ਖੇਡਣ ਗਏ, ਪਿੰਡਾਂ ਵਿੱਚ ਜੋ ਦੇਸੀ ਜੀਪਾਂ ਹੁੰਦੀਆਂ, ਕਲਾਕਾਰਾਂ ਨੂੰ ਬੜੀ ਖੁਸ਼ੀ ਹੋਈ, ਮੈਨੂੰ ਵੀ ਬੜੀ ਖੁਸ਼ੀ ਹੋਈ। ਆਪਾਂ ਜੀਪ ਤੇ ਜਾਵਾਂਗੇ ਨਾਟਕ ਖੇਡਣ। ਬੱਸ ਤੋਂ ਖਹਿੜਾ ਛੁੱਟਿਆ ਤਾਂ ਜੀਪ ਤੇ ਨਾਟਕ ਖੇਡਣ ਗਏ। ਉਸ ਤੋਂ ਬਾਅਦ ਚੱਲ ਸੋ ਚੱਲ, ਫਿਰ ਤਾਂ ਵੱਡੀ ਵੈਨ ਕਿਰਾਏ ਤੇ ਲੈ ਕੇ ਜਾਣ ਲੱਗ ਪਏ। ਫਿਰ ਤਾਂ ਸਾਰੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਔਲਖ ਸਾਹਿਬ ਦਾ ਨਾਂ ਹੋ ਗਿਆ। ਥਾਂ ਥਾਂ ਤੋਂ ਸਾਈਆਂ ਆਉਣ ਲੱਗ ਪਈਆਂ ਪ੍ਰੋਗਰਾਮ ਕਰਨ ਲਈ। ਤੇ ਇੱਕ ਪਾਸੇ ਗੁਰਸ਼ਰਨ ਭਾਜੀ ਉਹਨਾਂ ਦੇ ਨਾਟਕ ਹੁੰਦੇ ਸੀ, ਤੇ ਇੱਕ ਪਾਸੇ ਸਾਡੇ। ਕਦੇ ਕਿਸੇ ਪਿੰਡ, ਕਦੇ ਕਿਸੇ ਪਿੰਡ। ਕਈ ਵਾਰੀ ਅਸੀਂ ਇਕੱਠੇ ਵੀ ਹੋ ਜਾਣਾ। ਤੁਹਾਨੂੰ ਵੀ ਕਈ ਵਾਰ ਅਸੀਂ ਮਿਲਿਆ ਇਕੱਠਿਆਂ ਨੂੰ, ਦਵੇਸ਼ਰ ਸਾਹਿਬ ਨੂੰ ਵੀ, ਇਕੱਠਿਆਂ ਨੇ ਆਪਾਂ ਨਾਟਕ ਖੇਡਣੇ। ਉਸ ਤੋਂ ਬਾਅਦ ਮੇਰੀ ਜੌਬ ਲੱਗ ਗਈ ਤੇ ਮੈਂ ਨਾਟਕਾਂ ਤੋਂ ਪਾਸੇ ਹੋ ਗਿਆ, ਪਰ ਫਿਰ ਵੀ ਪਰਿਵਾਰਕ ਤੌਰ ਤੇ ਜੁੜਿਆ ਹੋਇਆ, ਟਿੱਪਣੀ ਦੇ ਤੌਰ ਤੇ ਜਾਂਦਾ ਵੀ ਰਿਹਾ। ਪਰ ਜੋ ਕੁਝ ਮੈਂ ਨਾਟਕਾਂ ਵਿੱਚ ਸਿੱਖਿਆ, ਔਲਖ ਸਾਹਿਬ ਤੋਂ ਸਿੱਖਿਆ, ਉਹ ਮੈਂ ਕਦੇ ਵੀ ਦੇ ਨਹੀਂ ਸਕਦਾ। ਜੋ ਮੇਰੀ ਪਛਾਣ, ਮੇਰੀ ਜਾਣ ਪਛਾਣ ਨਾਟਕਾਂ ਕਰਕੇ ਬਣੀ ਹੈ, ਉਹ ਮੇਰਾ ਬਹੁਤ ਵੱਡਾ ਸਰਮਾਇਆ ਹੈ, ਜਿਹਨੂੰ ਮੈਂ ਸਾਂਭ ਕੇ ਰੱਖਿਆ ਹੋਇਆ। ਧੰਨਵਾਦ। ਅੱਛਾ ਚਾਲ, ਤੁਹਾਡਾ ਹੁਣ ਦਿਲ ਕਰਦਾ ਕਿ ਹੁਣ ਵੀ ਉਸੇ ਤਰ੍ਹਾਂ ਕਿਤੇ ਨਾਟਕ ਦਾ ਹਿੱਸਾ ਬਣੋ ਤੁਸੀਂ? ਹਾਂਜੀ, ਬਹੁਤ ਦਿਲ ਕਰਦਾ ਹੈ। ਹੁਣ ਮੈਂ ਜਾਣਾ ਵੀ ਹੁੰਦਾ ਕਦੇ ਕਦੇ, ਵਧੀਆ ਵੀ ਲੱਗਦਾ। ਸਾਰੇ ਹਾਲਾਤ, ਸਾਰੀਆਂ ਸਮੀਖਿਆਵਾਂ ਹੀ ਬਦਲ ਗਈਆਂ ਭਾਜੀ। ਪਹਿਲਾਂ ਵਾਲੀ ਗੱਲ ਨਹੀਂ ਰਹੀ। ਪਹਿਲਾਂ ਤੁਸੀਂ ਸੱਚ ਨਹੀਂ ਮੰਨਣਾ ਕਿ ਅੱਧ ਚਾਨੀ ਰਾਤ ਦੀਆਂ ਅਸੀਂ 2 ਮਹੀਨੇ ਲਗਾਤਾਰ ਰਿਹਰਸਲਾਂ ਕਰੀਆਂ, ਰਾਤ ਨੂੰ 2 ਮਹੀਨੇ। ਫਿਰ ਸ਼ਹਿਰ ਦੇ ਵਿੱਚ ਇੱਕ ਪਰਫਾਰਮੈਂਸ ਦਿੱਤੀ। ਪਰ ਹੁਣ ਮੈਂ ਵੇਖਦਾ ਜੋ ਕਲਾਕਾਰ ਰਿਹਰਸਲ ਕਰਨ ਆਉਂਦੇ ਨੇ, ਹਫ਼ਤਾ ਪਹਿਲਾਂ ਜਾਂ 2 ਦਿਨ ਜਾਂ 3 ਦਿਨ ਪਹਿਲਾਂ ਆਉਂਦੇ ਨੇ, ਪਰ ਜਿਵੇਂ ਅਸੀਂ ਜੁੜੇ ਹੋਏ ਸੀ ਨਾਟਕ ਦੇ ਨਾਲ, ਸਾਰਾ ਕੁਝ ਸਮਰਪਿਤ ਸੀ। ਹੁਣ ਨਵੇਂ ਕਲਾਕਾਰ ਜਿਹੜੇ ਆ ਰਹੇ ਹੈ, ਉਹਨਾਂ ਵਿੱਚ ਮੈਨੂੰ ਲੱਗਦਾ ਵੀ ਉਹ ਗੱਲ ਨਹੀਂ ਹੈਗੀ। ਸਿਰਫ ਬੇਲਾ ਪੂਰਤੀ, ਖਾਨਾ ਪੂਰਤੀ ਕਰਦੇ ਆ। ਸਹੀ ਕਹਿ ਰਹੇ ਤੁਸੀਂ। ਸੁਪਨ, ਤੁਸੀਂ ਜਦੋਂ
ਕਿਉਂਕਿ ਤੁਸੀਂ ਬਿਲਕੁਲ ਸ਼ੁਰੂ ਤੋਂ ਹੀ ਜੁੜੇ ਹੋਏ ਸੀਗੇ, ਘਰ ਦੇ ਵਿੱਚ ਹੀ ਸੀ ਤੁਸੀਂ, ਤੇ ਇਸ ਲਈ ਸ਼ੁਰੂ ਤੋਂ ਹੀ ਸਾਰੇ ਜਿਹੜੇ ਯੰਗ ਕੁੜੀਆਂ ਵਾਲੇ ਰੋਲ ਤੁਸੀਂ ਸੁਪਨ ਨਿਭਾਉਂਦੇ ਰਹੇ ਨਾਟਕਾਂ ਦੇ ਵਿੱਚ। ਕਿਉਂਕਿ ਮੈਂ ਤੁਹਾਨੂੰ ਜਦੋਂ ਉਹਦੇ ਵਿੱਚ ਅੰਨੇ ਨਿਸ਼ਾਨਚੀ ਚ ਮੈਨੂੰ ਯਾਦ ਹੈ ਆਪਣੇ ਪੰਚ ਮੰਚ ਦੀਆਂ ਸਟੇਜਾਂ ਦੇ ਉੱਤੇ ਕਰਦੇ ਸੀ, ਹੈ ਨਾ, ਉਸ ਵੇਲੇ ਵੀ ਬਹੁਤ ਸਾਰੇ ਨਾਟਕਾਂ ਚ ਤੁਹਾਨੂੰ ਦੇਖਿਆ ਕਿ ਤੁਸੀਂ ਬਹੁਤ ਹੀ ਬਿਹਤਰੀਨ ਅਦਾਕਾਰਾ ਦੇ ਤੌਰ ਤੇ ਉਸ ਸਮਿਆਂ ਦੇ ਵਿੱਚ ਕੰਮ ਕੀਤਾ। ਤੇ ਮੈਂ ਚਾਹੁੰਦਾ ਕੁਝ ਆਪਣੇ ਜਿਹੜੇ ਪਰਫਾਰਮੈਂਸ ਨੇ ਉਹਨਾਂ ਦੀ ਕੁਝ ਸਾਂਝ ਜ਼ਰਾ ਸਾਡੇ ਨਾਲ ਪਾਓ, ਕੁਝ ਯਾਦਾਂ ਜਿਹੜੀਆਂ ਬਿਹਤਰੀਨ ਯਾਦਾਂ, ਜਿਵੇਂ ਚਾਹਲ ਸਾਹਿਬ ਗੱਲ ਕਰ ਰਹੇ ਸੀ ਮਿਹਨਤ ਦੀ, ਸੰਘਰਸ਼ ਦੀ, ਉਸ ਤਰ੍ਹਾਂ ਦੀਆਂ ਕੁਝ ਗੱਲਾਂ ਤੁਹਾਡੇ ਕੋਲ ਮੈਂ ਸੁਣਨੀਆਂ ਚਾਹੁੰਦਾ। ਹਾਂਜੀ ਭਾਜੀ, ਤਕਰੀਬਨ ਆਈ ਮੈਂ ਵੀ 1978 ਚ ਹੀ ਆ, ਕਿਉਂਕਿ ਜਦੋਂ ਮੰਮੀ ਨੇ ਰੋਲ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਜੇ ਫਿਰ ਡੈਡੀ ਦੇ ਇਹ ਲੱਗਿਆ ਕਿ ਜੇ ਆਪਣਾ ਘਰ ਚੋਂ ਵਧੀਆ ਸਾਰਾ ਹੈਗਾ, ਹੌਲੀ ਹੌਲੀ ਬਾਕੀ ਲੜਕੀਆਂ ਲਈ ਰਾਹ ਖੁੱਲੂਗਾ, ਪਹਿਲ ਜਿਹੜੀ ਆ ਉਹ ਘਰ ਤੋਂ ਕਰਨੀ ਚਾਹੀਦੀ ਹੈ, ਤਾਂ ਕਿ ਇਹ ਨਾ ਕਿਸੇ ਨੂੰ ਲੱਗੇ ਕਿ ਔਲਖ ਹੋਰਾਂ ਕੁੜੀਆਂ ਨੂੰ ਤਾਂ ਲੈ ਜਾਂਦੇ ਆ ਤੇ ਵੀ ਘਰ ਦੇ ਵਿੱਚ ਕੁੜੀਆਂ ਨੇ ਸ਼ਾਇਦ ਇਹ ਕੰਮ ਮਾੜਾ ਹੈ ਇਸ ਕਰਕੇ ਉਹਨਾਂ ਨੂੰ ਨਹੀਂ ਲਾਉਂਦੇ। ਇਸ ਗੱਲ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਸੀ ਉੱਥੇ ਮੰਮੀ ਦੀ ਪਹਿਲਾਂ ਔਰ ਨਾਲ ਦੀ ਨਾਲ ਥੋੜੀ ਦੇਰ ਬਾਅਦ ਮੇਰੀ ਵੀ ਉਹਨਾਂ ਨੇ ਐਂਟਰੀ ਕਰਵਾਈ। ਔਰ ਸਭ ਤੋਂ ਪਹਿਲਾਂ ਜਿਹੜੀ ਮੇਰੀ ਪਰਫਾਰਮੈਂਸ ਸੀ ਉਹ ਉੱਥੇ NSS ਦਾ ਕੈਂਪ ਸੀ, ਪਿੰਡ ਹੈ ਖਿਆਲਾ ਕਲਾਂ, ਉੱਥੇ ਹੋਈ, ਜਿਹੜਾ ਬਗਾਨੇ ਬੋਰਡ ਦੀ ਛਾਂ ਦੇ ਵਿੱਚ ਜੀਤੋ ਦੇ ਰੋਲ ਦੇ ਵਿੱਚ। ਤੇ ਉਸ ਤੋਂ ਬਾਅਦ ਅਗਲੇ ਹੀ ਦਿਨ ਜਿਹੜੀ ਸਾਡੀ ਪਰਫਾਰਮੈਂਸ ਸੀਗੀ ਉਹ ਦੇਸ਼ ਭਗਤ ਹਾਲ ਦੇ ਵਿੱਚ ਸੀ। ਤੇ ਉੱਥੇ ਇੱਕ ਘਟਨਾ ਘਟੀ ਜਿਹਨੇ ਮੈਨੂੰ ਤਮਾਮ ਜ਼ਿੰਦਗੀ ਦੇ ਲਈ ਜਿਹੜਾ ਹੈਗਾ ਉਹ ਇੱਕ ਮੈਸੇਜ ਦਿੱਤਾ। ਉਹ ਕੀ ਸੀਗਾ ਕਿ ਠੰਡ ਸੀਗੀ, ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ, ਤੇ ਤਿਆਰੀ ਹੋ ਗਈ, ਨਾਟਕ ਸ਼ੁਰੂ ਵੀ ਹੋ ਗਿਆ, ਤੇ ਪਿੱਛੇ ਕੌਫੀ ਵਰਤਾਈ ਜਾ ਰਹੀ ਸੀ। ਮੇਰਾ ਵੀ ਜੀ ਕੀਤਾ, ਮੈਂ 8ਵੀਂ ਚ ਸ਼ਾਇਦ ਸੀ ਉਦੋਂ, ਵੀ ਕੌਫੀ ਪੀ ਲਾਂ। ਸਿਰ ਤੇ ਮੇਰੇ ਉਹ ਜੀਤੋ ਵਾਲਾ ਕੁੱਜਾ ਤੇ ਪੋਣਾ ਰੱਖਿਆ ਹੋਇਆ ਤੇ ਹੱਥ ਚ ਮੇਰੇ ਕੌਫੀ ਦਾ ਕੱਪ ਸੀ, ਤੇ ਉਧਰੋਂ ਮੇਰੀ ਐਂਟਰੀ ਆ ਗਈ, ਮੈਨੂੰ ਕੋਈ ਪਤਾ ਨਾ ਲੱਗਿਆ। ਤਾਂ ਡੈਡੀ ਦਾ ਇੱਕ, ਇਹ ਸ਼ਾਇਦ ਹੋ ਸਕਦਾ ਸਾਰਿਆਂ ਨੂੰ ਪਤਾ ਹੋਵੇ, ਨਹੀਂ ਮੈਂ ਦੱਸ ਦਿੰਦੀ ਆ, ਇੱਕ ਅੰਦਾਜ਼ ਸੀ ਤੇ ਉਹਨਾਂ ਨੇ ਇੱਕ ਗਾਲ ਕੱਢਣੀ ਹੁੰਦੀ ਸੀ ਸੂਰ ਦੇ ਉੱਤੋਂ। ਤਾਂ ਮੈਨੂੰ ਲੱਗਿਆ ਵੀ ਕੁਛ ਹੋ ਗਿਆ, ਉਧਰੋਂ ਮੈਂ ਫਟਾਫਟ ਮਾਰੀ ਛਾਲ, ਮੈਂ ਐਂਟਰੀ ਕੀਤੀ। ਚਲੋ ਡਾਇਲਾਗ ਇੱਕੋ ਹੀ ਸੀਗਾ, ਸੰਭਲ ਗਿਆ ਸਾਰਾ ਕੁਛ, ਪਰ ਇਸ ਚੀਜ਼ ਨੇ ਮੈਨੂੰ ਬਹੁਤ ਵੱਡਾ ਮੈਸੇਜ ਦਿੱਤਾ ਕਿ ਜਿਹੜੇ ਕੰਮ ਨੂੰ ਕਰਨਾ ਹੈ ਉਹਨੂੰ ਆਪਣੇ ਪੂਰੇ ਧਿਆਨ ਕੇਂਦਰਿਤ ਕਰਕੇ ਜਿਹੜਾ ਉਹਦੇ ਵਿੱਚ ਤੁਸੀਂ ਕੰਮ ਕਰਨਾ ਹੈ, ਪੂਰੀ ਜ਼ਿੰਮੇਵਾਰੀ ਨਾਲ ਕਰਨਾ ਹੈ। ਤੇ ਜਿਹੜੀਆਂ ਗੱਲਾਂ ਪਹਿਲਾਂ ਮਨਜੀਤ ਨੇ ਕੀਤੀਆਂ ਨੇ ਉਹਨਾਂ ਦੇ ਵਿੱਚ ਜੇ ਮੈਂ ਕਹਾਂ ਤਾਂ ਇਹ ਬਿਲਕੁਲ ਸੱਚਾਈ ਹੈ ਕਿ ਹੱਥਾਂ 'ਚ ਸਾਡੇ ਕਈ ਵਾਰ ਜਿਵੇਂ ਅੱਜ ਸ਼ਾਨੀ ਰਾਤ ਕਰਨ ਜਾਂਦੇ ਸੀ, ਉਦੋਂ ਤਾਂ ਮੈਂ ਨਾਲ ਵੈਸੇ ਹੀ ਜਾਂਦੀ ਸੀ, ਪਰ ਮੇਰੇ ਹੱਥ 'ਚ ਕੁੰਡਾ ਘੋਟਾ ਚੱਕਿਆ ਹੋਣਾ, ਕਦੇ ਕੁਛ ਚੱਕਿਆ ਹੋਣਾ। ਹੌਲੀ ਹੌਲੀ ਅਸੀਂ ਉਹ ਸਾਰੇ ਤਜਰਬੇ ਹਾਸਲ ਕੀਤੇ। ਜਿਹੜੇ ਸੰਘਰਸ਼ ਦੇ ਦਿਨ ਸੀ, ਉਹਨਾਂ ਸੰਘਰਸ਼ ਦੇ ਦਿਨਾਂ ਨੇ, ਰੰਗਮੰਚ ਦਿਆਂ ਨੇ, ਉਹਨਾਂ ਨੇ ਸਾਨੂੰ ਜ਼ਿੰਦਗੀ ਸਾਡੀ ਇੰਨੀ ਖੂਬਸੂਰਤ ਬਣਾਈ ਹੈ, ਇੰਨਾ ਕੁਛ ਸਿੱਖਿਆ ਇਹਦੇ ਵਿੱਚੋਂ। ਮਤਲਬ ਜੇ ਮੈਂ ਇਹ ਕਹਾਂ ਕਿ ਜੋ ਮੈਂ ਅੱਜ ਹਾਂ ਉਹ ਰੰਗਮੰਚ ਦੀ ਬਦੌਲਤ ਹਾਂ। ਜੇ ਮੇਰੀ ਕੋਈ ਪਛਾਣ ਹੈ ਉਹ ਤਾਂ ਇੱਕ ਵੱਖਰੀ ਗੱਲ ਹੈ, ਪਰ ਜ਼ਿੰਦਗੀ 'ਚ ਜਦੋਂ ਇਹਨੂੰ ਅਪਲਾਈ ਕਰਦੇ ਆ ਤਾਂ ਉਹ ਸਾਰੀ ਦੇਣ ਜਿਹੜੀ ਹੈ ਉਹਨਾਂ ਦਿਨਾਂ ਦੀ ਹੈ ਵੱਡੀ, ਜਦੋਂ ਅਸੀਂ ਸੰਘਰਸ਼ ਕੀਤਾ ਸੀਗਾ ਤੇ ਬੜਾ ਕੁਛ ਔਖਾਈਆਂ ਵੀ ਕੱਟੀਆਂ। ਇੱਥੋਂ ਤੱਕ ਕਿ ਜੈਤੋ ਦੇ ਲਾਗੇ ਪਿੰਡ ਹੈ ਚੈਣਾ, ਉੱਥੇ ਨਾਟਕ ਕਰਨ ਗਏ ਅਸੀਂ। ਜਦੋਂ ਉੱਥੇ ਜਾਂਦਿਆਂ ਨੂੰ ਪਤਾ ਪੁਤਾ ਕੀਤਾ, ਕਹਿੰਦੇ ਜੀ ਨਾਟਕ ਤਾਂ ਹੈਗਾ ਸੀ ਪਰ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ? ਬਾਬੇ ਆਏ ਸੀ ਜੀ ਤੇ ਉਹ ਸਾਰਾ ਕੁਛ ਪੱਟ ਗਏ। ਡੈਡੀ ਕਹਿੰਦੇ ਵੀ ਨਾਟਕ ਤੁਸੀਂ ਕਰਨਾ ਚਾਹੁੰਦੇ ਹੋ? ਉਹ ਕਹਿੰਦੇ ਜੀ ਕਰਾਉਣਾ ਚਾਹੁੰਦੇ ਆ। ਚਲੋ ਫਿਰ ਨਾਟਕ ਤਾਂ ਹੋਊਗਾ। ਅਸੀਂ ਉਦੋਂ 2 ਜੀਪਾਂ ਲੈ ਕੇ ਗਏ ਸੀਗੇ, ਸਕੂਲ ਦੀ ਸਟੇਜ ਹੈਗੀ ਸੀ, ਜੀਪਾਂ ਦੀਆਂ ਲਾਈਟਾਂ ਸੀ, ਤੇ ਉਹ ਅੰਨੇ ਨਿਸ਼ਾਨਚੀ ਜਿਹੜਾ ਨਾਟਕ ਸੀ ਅਸੀਂ ਉੱਥੇ ਕੀਤਾ। ਪਤਾ ਲੱਗ ਰਿਹਾ ਸੀ ਕਿ ਆਡੀਅנס ਦੇ ਵਿੱਚ 2 ਥਾਵਾਂ ਤੇ ਬੈਠੇ ਸੀ ਬਾਬੇ ਸੋਕਾਲ, ਜੋ ਰਫਲ ਉਹਨਾਂ ਦੀ ਉੱਪਰ ਲੋਈ ਦੀ ਬੁੱਕਲ ਮਾਰੀ ਹੋਈ ਪਤਾ ਲੱਗ ਰਿਹਾ ਸੀਗਾ। ਪਰ ਉਹ ਵੀ ਦਿਨ ਸੀਗੇ, ਉਹਦੇ ਵਿੱਚ ਵੀ ਇਹ ਨਿਡਰਤਾ ਆਈ ਕਿ ਜਿਹੜੀ ਸਚਾਈ ਹੈ ਉਹਨੂੰ, ਉਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜੇ ਸੱਚ ਤੁਹਾਡੇ ਪੱਲੇ ਹੈਗਾ ਫਿਰ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋ ਸਕਦਾ। ਚਲੋ ਇੱਕ ਮੰਦਭਾਗੀ ਘਟਨਾ ਫਿਰ ਉਸ ਤੋਂ ਬਾਅਦ ਵਾਪਰ ਗਈ ਸੀਗੀ, ਜਿਹੜੀ ਇਸੇ ਨਾਟਕ ਨੂੰ ਜਦੋਂ ਇੱਕ ਟੀਮ ਕਰ ਰਹੀ ਸੀ ਤਾਂ ਉਦੋਂ ਉੱਥੇ ਜਿਹੜੇ ਸੀ ਸਾਡੇ ਆਰਟਿਸਟ ਸੀ ਉਹ ਸ਼ਹੀਦ ਵੀ ਹੋਏ, ਹੋਰ ਵੀ ਲੋਕ ਹੋਏ।
ਹਵਾਵਾਂ ਹੁੰਦੀਆਂ ਨੇ, ਤੱਤੀਆਂ ਹੁੰਦੀਆਂ, ਠੰਡੀਆਂ ਹੁੰਦੀਆਂ, ਲੰਘ ਜਾਂਦੀਆਂ। ਫਿਰ ਉਸ ਤੋਂ ਬਾਅਦ ਬੜੀਆਂ ਸੋਹਣੀਆਂ ਪਰਫਾਰਮੈਂਸਿਸ ਚੱਲਦੀਆਂ ਰਹੀਆਂ। ਤੁਸੀਂ ਜ਼ਿਕਰ ਕੀਤਾ ਭੱਜੀਆਂ ਬਾਹੀਂ ਦਾ, ਭੱਜੀਆਂ ਬਾਹਾਂ ਕਰਦੇ ਰਹੇ। ਤਾਂ ਫਿਰ ਉੱਥੇ ਜਿਹੜੇ ਨਵੇਂ ਆਰਟਿਸਟਾਂ ਦੀ ਹੁਣੇ ਗੱਲ ਕਰਕੇ ਹਟੇ ਆ ਮਨਜੀਤ, ਤਾਂ ਬੜੀ ਮਿਹਨਤ ਨਾਲ ਨਾਟਕ ਕਰਕੇ ਜਾਂਦੇ ਸੀ। ਪਰ ਕਿਤੇ ਨਾ ਬਚਪਨਾ ਜਿਹੜਾ ਆਰਟਿਸਟ ਹੈ ਤਾਂ ਇਨਸਾਨ ਹੀ, ਉਹ ਕਿਤੇ ਨਾ ਕਿਤੇ ਰਹਿ ਜਾਂਦਾ। ਮੈਂ ਤੁਹਾਨੂੰ ਇੱਕ ਹਾਸੋਹੀਣੀ ਘਟਨਾ ਸੁਣਾਉਣੀ ਆ, ਪਰ ਉਹਦੇ ਨਾਲ ਸਾਰੀ ਜਿਹੜੀ ਜੁੜਦੀ ਹੈ ਗੱਲ, ਕਿ ਸਾਡਾ ਇੱਕ ਆਰਟਿਸਟ ਸੀ ਨਵੀਨ, ਉਹ ਅੰਨੇ ਨਿਸ਼ਾਨਚੀ ਦੇ ਵਿੱਚ ਬਾਪ ਦਾ ਰੋਲ ਕਰਦਾ ਸੀ। ਪਾਣੀਪਤ ਨਾਟਕ ਸੀਗਾ, ਤੇ ਉੱਥੇ ਉਹ ਰਾਮਲੀਲਾ ਦੀ ਸਟੇਜ ਸੀ। ਐਕਚੁਅਲੀ ਪਿੱਛੇ ਰਾਮਲੀਲਾ ਦਾ ਸਮਾਨ ਪਿਆ ਸੀ ਸਾਰਾ। ਤਾਂ ਉਹਨੂੰ ਪਤਾ ਨਹੀਂ ਕੀ ਉਹਦੇ ਦਿਮਾਗ 'ਚ ਆਈ, ਉਹਨੇ ਉੱਥੋਂ ਚੱਕੀ ਪੂਛ ਹਨੂੰਮਾਨ ਵਾਲੀ, ਤਾਂ ਪੂਛ ਲਾ ਲਈ ਧੋਤੀ ਦੇ ਵਿੱਚ, ਤੇ ਗਦਾ ਚੱਕ ਲਿਆ, ਔਰ ਉਹ ਉੱਥੇ ਉਹ ਹਨੂੰਮਾਨ ਬਣ ਗਿਆ ਆਪਦੇ ਹਿਸਾਬ ਨਾਲ। ਉਧਰੋਂ ਉਹਦੀ ਐਂਟਰੀ ਸੀਗੀ, ਤਾਂ ਐਂਟਰੀ ਤੇ ਨੈਚੁਰਲੀ ਜਦੋਂ ਉਤਰਨ ਲੱਗਿਆ ਤਾਂ ਉਹਦੀ ਧੋਤੀ ਜਿਹੜੀ ਸੀ ਉੱਤੇ ਫਸ ਗਈ। ਨਾ ਉਹ ਉਤਰ ਸਕਦਾ ਸੀ, ਨਾ ਉਹ ਆਪਣਾ ਰੋਲ ਨਿਭਾਏ ਬਿਨਾਂ ਰਹਿ ਸਕਦਾ ਸੀਗਾ। ਅਸੀਂ ਉਹਦੀ ਮਦਦ ਕੀਤੀ। ਉਧਰੋਂ ਡੈਡੀ ਨੇ ਸਟੇਜ ਸੰਭਾਲੀ। ਓਏ ਰਾਮ ਲਾਲਾ ਕਿੱਥੇ ਆ ਭਾਈ, ਓਏ ਤੇਰੇ ਮੁੰਡੇ ਲੜ ਪਏ, ਓਏ ਆ ਜਾ, ਓਏ ਭੱਜਿਆ ਕਿੱਥੇ ਹੈ। ਚਲੋ ਉਹਨੇ ਕੁ ਟਾਈਮ 'ਚ ਉਹਨਾਂ ਨੇ ਉਸ ਤਰ੍ਹਾਂ ਸਾਂਭਿਆ, ਤੇ ਉਹਨੂੰ ਹਫਿਆ ਹਫਾਇਆ ਜਿਹੜਾ ਸੀ ਨਵੀਨ ਉੱਥੇ ਪਹੁੰਚ ਗਿਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ, ਤੇ ਇਹਦੇ 'ਚੋਂ ਸਿੱਖਦੇ ਬਹੁਤ ਕੁਛ ਹੈ। ਉਹੀ ਨਵੀਨ ਬਾਅਦ 'ਚ ਜਾ ਕੇ ਬਹੁਤ ਅੱਛਾ ਜ਼ਿੰਮੇਵਾਰ ਜਿਹੜਾ ਹੈਗਾ ਉਹ ਥੀਏਟਰ ਆਰਟਿਸਟ ਵੀ ਬਣਿਆ। ਤਾਂ ਏਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਮੈਨੂੰ ਲੱਗਦਾ ਟਾਈਮ ਸ਼ਾਇਦ ਤੁਹਾਨੂੰ ਹੋਰਾਂ ਲਈ ਵੀ ਚਾਹੀਦਾ ਹੋਊਗਾ, ਤਾਂ ਜੇ ਕਹੋ ਤਾਂ ਮੈਂ ਵਾਰੀ ਫੇਰ ਤੁਹਾਡੇ ਤੇ ਵਾਪਸ ਆਵਾਂਗੇ। ਮੈਂ ਤੁਹਾਡੇ ਕੋਲ ਸੁਪਨ ਇਹ ਵੀ ਮੈਂ ਪੁੱਛਣਾ ਕਿ ਤੁਸੀਂ ਚਲੋ ਤੁਸੀਂ ਮੈਨੂੰ ਹੁਣੇ ਇੱਕ ਇਹ ਦੱਸ ਦਿਓ ਕਿ ਤੁਸੀਂ ਬਾਅਦ ਵਿੱਚ ਪੜ੍ਹਾਈ ਕੀਤੀ, ਔਰ ਫਿਰ ਤੁਸੀਂ ਹੁਣ ਕਾਲਜ 'ਚ ਪੜ੍ਹਾਉਂਦੇ ਵੀ ਹੋ, ਪ੍ਰੋਫੈਸਰ ਬਣੇ ਤੁਸੀਂ। ਔਰ ਇਹ ਸਾਰਾ ਜਿਹੜਾ ਰੰਗਮੰਚ ਦਾ ਜੋ ਸਿੱਖਿਆ ਸੀ, ਇਹਨੇ ਤੁਹਾਡੀ ਅੱਗੇ ਪੜ੍ਹਾਉਣ ਦੇ ਵਿੱਚ, ਤੁਹਾਡੀ ਉਸ ਲਾਈਫ ਦੇ ਵਿੱਚ ਕਿੰਨਾ ਕੁ ਰੋਲ ਨਿਭਾਇਆ? ਹਾਂਜੀ, ਇਹਦੇ 'ਚ ਬਹੁਤ ਵੱਡਾ ਰੋਲ ਨਿਭਾਇਆ, ਕਿਉਂਕਿ ਮੈਂ ਜਦੋਂ ਪਹਿਲੀ ਵਾਰੀ ਕਾਲਜ ਜੁਆਇਨ ਕੀਤਾ ਸੀ ਤਾਂ ਉਹ ਜਗਰਾਉਂ ਦੇ ਵਿੱਚ DAV ਕਾਲਜ ਸੀਗਾ। ਤੇ ਮੈਂ ਪਹਿਲਾ ਮੇਰਾ ਐਕਸਪੀਰੀਅੰਸ ਸੀ, ਉਮਰ ਵੀ ਸਾਰੀ 23 ਸਾਲ ਦੀ ਸੀਗੀ। ਮੈਨੂੰ ਜਦੋਂ ਉਹਨਾਂ ਨੇ ਦੱਸਿਆ, ਜਦੋਂ ਗਏ, ਕਹਿੰਦੇ ਉਮਰ ਤਾਂ ਤੁਹਾਡੀ ਛੋਟੀ ਹੈ, ਤੁਸੀਂ ਹੈਂਡਲ ਕਰ ਲਓਗੇ, ਬੱਚੇ ਸਾਡੇ ਬਹੁਤ ਵਿਗੜੇ ਹੋਏ ਨੇ। ਜੋ ਅੰਦਰ ਕੌਨਫੀਡੈਂਸ ਸੀ ਉਹ ਸੀਗਾ ਕਿ ਰੰਗਮੰਚ ਕੀਤਾ ਹੋਇਆ, ਕੋਈ ਏਦਾਂ ਦੀ ਦਿੱਕਤ ਤਾਂ ਨਹੀਂ ਆਉਂਦੀ। ਤਾਂ ਉਹ ਕਹਿੰਦੇ ਜੀ ਇਦੋਂ ਪਹਿਲਾਂ ਇਹਨਾਂ ਨੇ 3 ਮੈਡਮਾਂ ਜਿਹੜੀਆਂ ਨੇ ਉਹ ਭਜਾਤੀਆਂ ਪੰਜਾਬੀ ਦੇ ਵਿੱਚੋਂ। ਮੈਂ ਕਿਹਾ ਜੀ ਭੱਜਣ ਵਾਲੇ ਤਾਂ ਹੈ ਨਹੀਂ, ਦੇਖੀ ਜਾਊਗੀ, ਚਲੋ ਕੋਈ ਨਹੀਂ, ਮੈਂ ਕਲਾਸ ਲੈਣੀ ਆ ਇੱਕ ਵਾਰੀ ਜਾ ਕੇ। ਤਾਂ ਬੱਚੇ ਬੈਠੇ ਸੀਗੇ ਅਟੈਂਡੈਂਸ ਲਈ। ਇੰਨੇ ਸਮੇਂ ਦੇ ਵਿੱਚ ਕੀ ਹੋਇਆ ਕਿ ਹਵਾ ਕਾਫੀ ਤੇਜ਼ ਆਈ ਤੇ ਇੱਕ ਖਿੜਕੀ ਬੰਦ ਹੋ ਗਈ। ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ। ਸਮਝ ਸਕਦੇ ਆ, ਉਮਰ ਇਹੋ ਜਿਹੀ ਹੁੰਦੀ ਹੈ। ਤੇ ਮੈਂ ਕਿਹਾ ਵੀ ਨਹੀਂ, ਕੋਈ ਗੱਲ ਨਹੀਂ, ਹਵਾ ਹੀ ਹੈ। ਉਹਨਾਂ ਦਿਨਾਂ 'ਚ ਇੱਕ ਸ਼੍ਰੀ ਦੇਵੀ ਦਾ ਮੇਰਾ ਖਿਆਲ ਗੀਤ ਸੀ, ਹਵਾ ਹਵਾਈ, ਕੁਛ ਏਦਾਂ ਦਾ। ਉਹਨਾਂ ਨੇ ਉਹ ਗਾਉਣਾ ਸ਼ੁਰੂ ਕਰਤਾ। ਚਲੋ ਕਰਦੇ ਕਰਾਉਂਦੇ ਮੈਂ ਉਹਨਾਂ ਨੂੰ ਸੈੱਟ ਕੀਤਾ ਵੀ ਨਹੀਂ, ਆਪਾਂ ਪੜ੍ਹਨਾ ਹੈ। ਉਹਨਾਂ ਨੂੰ ਟੌਪਿਕ ਤੇ ਵੀ ਲਿਆਂਦਾ, ਉਹਨਾਂ ਨੂੰ ਕਲਾਸ ਵੀ ਲਾ ਲਈ। ਜਾਣ ਵੇਲੇ ਉਹ ਮੈਨੂੰ ਕਹਿੰਦੇ, ਘੰਟੀ ਵੱਜੀ, ਕਹਿੰਦੇ ਮੈਡਮ ਤੁਸੀਂ ਬਾਅਦ ਚੋਂ ਜਾਇਓ, ਅਸੀਂ ਪਹਿਲਾਂ ਜਾਂਦੇ ਆ ਕਮਰੇ 'ਚ। ਮੈਂ ਕਿਹਾ ਕੋਈ ਨਹੀਂ, ਚੱਲਦੇ ਆ, ਆਪਾਂ ਇਕੱਠੇ ਹੀ ਚੱਲਦੇ ਆ, ਹਨਾ। ਅਸਲ 'ਚ ਮਕਸਦ ਕੀ ਸੀਗਾ, ਉਹਨਾਂ ਦਾ ਜੋ ਇੱਕ ਸਟੈਂਡਰਡ ਸੀ, ਮੈਨੂੰ ਬਾਅਦ ਚੋਂ ਦੱਸਿਆ ਉਹਨਾਂ ਨੇ, ਬਾਕੀ ਸਟਾਫ ਨੇ, ਕੀ ਚਾਹੁੰਦੇ ਸੀ ਕਿ ਇਹ ਅੰਦਰ ਰਹਿ ਜੇ, ਅਸੀਂ ਬਾਹਰੋਂ ਕੁੰਡਾ ਲਾ ਦਈਏ। ਮੈਂ ਕਿਹਾ ਕੋਈ ਨਹੀਂ ਬੱਚੂ, ਇਹ ਘਟਨਾਵਾਂ ਵੀ ਵਾਪਰਦੀਆਂ ਰਹੀਆਂ। ਚਲੋ ਮੈਂ ਕਿਹਾ ਮੈਂ ਤੁਹਾਡੇ ਨਾਲ ਹੀ ਚਲੂ, ਇਹ ਗੱਲਾਂ ਮੈਂ ਸਿੱਖ ਕੇ ਆਈਆਂ ਸਾਰੀਆਂ। ਸੋ ਇਹ ਗੱਲਾਂ ਹੁੰਦੀਆਂ। ਫਿਰ ਹੌਲੀ ਹੌਲੀ ਉੱਥੇ ਨਾਟਕ ਸ਼ੁਰੂ ਕੀਤਾ, ਯੂਥ ਫੈਸਟੀਵਲ ਉਸ ਕਾਲਜ 'ਚ ਨਹੀਂ ਸੀ ਹੋਇਆ ਏਦਾਂ ਦਾ ਨਾਟਕ। ਗਾਨੀ ਉੱਥੇ ਅਸੀਂ ਕਰਵਾਇਆ। ਤਾਂ ਬੜੀ ਇਸ ਤਰ੍ਹਾਂ ਦੀਆਂ ਗੱਲਾਂ ਬੱਚਿਆਂ ਦੇ ਵਿੱਚ ਹੋਣੀਆਂ ਕਿ ਉਹਦੇ ਡਾਇਲੌਗ, ਤੁਸੀਂ ਗਾਨੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਕੋਈ ਅਸ਼ਲੀਲਤਾ ਆਪਾਂ ਸੋਚ ਹੀ ਨਹੀਂ ਸਕਦੇ ਕਿਤੇ, ਹਨਾ। ਕੁਝ ਗੱਲਾਂ ਹੁੰਦੀਆਂ ਪਿਆਰ ਮੁਹੱਬਤ ਵਾਲੀਆਂ, ਪਰ ਉਹਨਾਂ ਨੂੰ ਅਸ਼ਲੀਲਤਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ। ਤੇ ਜਦੋਂ ਉਹਨਾਂ ਨੂੰ ਸਕ੍ਰਿਪਟ ਦਿੱਤੀ ਪੜ੍ਹਨ ਵਾਸਤੇ, ਵੀ ਮੈਡਮ ਇਹ ਤਾਂ ਜੀ ਬਹੁਤ ਔਖਾ ਹੈ, ਇਹ ਤਾਂ ਐਂ ਜੇ ਕਹਿਣਗੇ ਵੀ ਤਾਂ ਅਸ਼ਲੀਲ ਦੀਆਂ ਗੱਲਾਂ ਕਰੀ ਜਾਂਦੇ ਆ। ਮੈਂ ਕਿਹਾ ਅਸ਼ਲੀਲਤਾ ਜਦੋਂ ਹੋਈ ਤੁਹਾਨੂੰ ਪਤਾ ਲੱਗ ਜੂ, ਤੁਸੀਂ ਸਮਾਜ 'ਚ ਮਹਿਸੂਸ ਕਰੋਗੇ ਵੀ ਆਹ ਗੱਲ ਗਲਤ ਹੋ ਰਹੀ ਹੈ। ਇਹ ਜਦੋਂ ਤੁਸੀਂ ਜਿਉਂ-ਜਿਉਂ ਫਿਰ ਉਹਨਾਂ ਦੀ ਸਟੋਰੀ ਪੜ੍ਹੀ, ਜਿਉਂ-ਜਿਉਂ ਉਹ ਇਨਵੋਲਵ ਹੁੰਦੇ ਗਏ, ਤਾਂ ਉਹਦੇ ਵਿੱਚੋਂ ਉਹ ਗੱਲਾਂ ਨਿਕਲਦੀਆਂ ਗਈਆਂ। ਸੋ ਉਹ ਮੇਰੇ ਨਾਲ ਬਲਵੰਤ ਰੁਪਾਲ ਸੀ, ਅਸੀਂ ਦੋਵਾਂ ਨੇ ਉਹ ਪਹਿਲੀ ਵਾਰੀ ਨਾਟਕ ਜਿਹੜਾ ਸੀ ਉੱਥੇ ਗਾਨੀ ਤਿਆਰ ਕਰਵਾਇਆ। ਤੇ ਉਹ ਬੱਚੇ ਇੰਨੇ ਕੁ ਮੋਟੇ ਸਮਰਪਿਤ ਹੋਏ, ਬਹੁਤੇ ਉਹਨਾਂ ਦੇ ਵਿੱਚੋਂ ਹਾਲੇ ਵੀ ਰੰਗਮੰਚ ਕਰ ਰਹੇ ਨੇ,
ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਸ਼ਰਨਜੀਤ ਹੈ, ਉਹ ਕੈਨੇਡਾ ਦੇ ਵਿੱਚ ਹੈ। ਜਦੋਂ ਡੈਡੀ ਹੋਰੇ ਕੈਨੇਡਾ ਗਏ ਸੀ, ਉਦੋਂ ਉਹਨਾਂ ਨੇ ਉੱਥੇ ਉਸ ਪਲੇ ਦੇ ਵਿੱਚ ਉਹਨੇ ਬੱਚੇ ਨੇ ਕੰਮ ਦੁਬਾਰਾ ਤੋਂ ਕੀਤਾ। ਸੋ ਇਹ ਸਾਡੀ ਕਿਉਂਕਿ ਡਿਊਟੀ ਦਾ ਹਿੱਸਾ ਬਣ ਜਾਂਦਾ ਹੈ। ਜਿੱਥੇ ਜਾਂਦੇ ਆ ਪਤਾ ਹੈ ਕਿ ਇਹ ਜਿਹੜੇ ਮੈਡਮ ਨੇ ਇਸ ਨਾਲ ਸੰਬੰਧਿਤ ਨੇ, ਇਹ ਇਹਨਾਂ ਦਾ ਫੀਲਡ ਹੈ। ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਹੈਗੀਆਂ ਇਹ ਰੰਗਮੰਚ ਨਾਲ ਸੰਬੰਧਿਤ, ਤਾਂ ਕੀ ਮੈਨੂੰ ਲੱਗਦਾ ਯੂਥ ਫੈਸਟੀਵਲ ਨਾਲ ਸੰਬੰਧਿਤ ਮੈਕਸੀਮਮ ਕੰਮ ਹੈਗਾ ਜਿਹੜਾ ਉਹ ਮੈਂ ਕੀਤਾ ਹੋਇਆ ਹਰ ਤਰ੍ਹਾਂ ਨਾਲ, ਹਰ ਡਿਊਟੀ ਦੇ ਉੱਤੇ। ਔਰ ਬੱਚਿਆਂ ਨੂੰ ਇਸ ਪਾਸੇ ਲਾਈਦਾ ਹੈ। ਔਰ ਉਹਦੇ ਵਿੱਚੋਂ ਬਹੁਤੇ ਬੱਚੇ ਨੇ ਜਿਹੜੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ, ਜੇ ਅਹੁਦੇ ਪ੍ਰਾਪਤ ਨਹੀਂ ਕਰ ਸਕੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਿਹਤਰ ਇਨਸਾਨ ਬਣ ਸਕੇ ਨੇ ਔਰ ਹੋਰਾਂ ਦੇ ਉਹ ਕੰਮ ਆ ਰਹੇ ਨੇ। ਅੱਗੇ ਦੀ ਅੱਗੇ ਚੰਗੇ ਸਾਹਿਤ ਵੱਲ ਨੂੰ ਮੁੜੇ ਨੇ, ਚੰਗਾ ਲਿਖਣ ਵੱਲ ਨੂੰ, ਪੜ੍ਹਨ ਵੱਲ ਨੂੰ ਤੇ ਪੜ੍ਹਾਉਣ ਵੱਲ ਨੂੰ ਬੱਚੇ ਸਾਰੇ ਦੇ ਸਾਰੇ ਬਿਲਕੁਲ। ਇਹੀ ਸੁਪਨ ਤੁਹਾਡੇ ਕੋਲ ਜਾਣਨਾ ਚਾਹੁੰਦਾ ਹੈ ਕਿ ਜਿਹੜਾ ਰੰਗਮੰਚ ਹੈ ਕਿੱਦਾਂ ਤੁਹਾਡੇ ਅੰਦਰ ਕੌਨਫੀਡੈਂਸ ਪੈਦਾ ਕਰਦਾ ਹੈ। ਜਿਹੜੀ ਗੱਲ ਤੁਸੀਂ ਰੰਗਮੰਚ ਨੇ ਕੌਨਫੀਡੈਂਸ ਕਿੱਦਾਂ ਦਿੱਤਾ। ਸੋ ਮੈਂ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਦੇ ਜਿਹੜੇ ਯੂਥ ਹੈ, ਜਿਹੜਾ ਨਵੇਂ ਲੋਕ ਆਉਂਦੇ ਆ ਰੰਗਮੰਚ ਨਾਲ ਜੁੜੇ, ਤੇ ਉਹਨਾਂ ਤੱਕ ਇਹ ਗੱਲਾਂ ਜਾਣੀਆਂ ਚਾਹੀਦੀਆਂ ਕਿ ਤੁਹਾਡਾ ਲੰਮਾ ਸੰਘਰਸ਼ ਹੈ ਇਸ ਰੰਗਮੰਚ ਨਾਲ ਜੁੜਿਆ ਹੋਇਆ, ਇਸ ਪੂਰੇ ਪਰਿਵਾਰ ਦਾ। ਸਾਡੇ ਨਾਲ ਹੁਣ ਇਸ ਵੇਲੇ ਪਰਿਵਾਰ ਦਾ ਡਾਕਟਰ ਸਾਹਿਬ ਸਿੰਘ ਵੀ ਜੁੜੇ ਹੋਏ ਨੇ ਤੇ ਲਤਾ ਸਿੰਘ ਵੀ ਨੇ ਤੇ ਹੋਰ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਸੋ ਵੀ ਬਾਅਦ ਵਿੱਚ ਗੱਲਾਂ ਸਾਂਝੀਆਂ ਕਰਨਗੇ। ਅਜਮੀਤ, ਤੁਸੀਂ ਵੀ ਕਿਉਂਕਿ ਬਚਪਨ ਤੋਂ ਹੀ ਨਾਲ ਜੁੜ ਗਏ ਥੀਏਟਰ ਦੇ ਵਿੱਚ, ਘਰ 'ਚ ਹੀ ਨਾਟਕ ਸੀ, ਘਰ ਦੇ ਵਿੱਚ ਰੰਗਮੰਚ ਸੀ, ਜਾਂ ਕਹਿ ਲਓ ਕਿ ਰੰਗਮੰਚ ਦੇ ਵਿੱਚ ਹੀ ਤੁਹਾਡਾ ਤੇ ਘਰ ਸੀਗਾ। ਪਤਾ ਨਹੀਂ ਸੀ ਲੱਗਦਾ ਰੰਗਮੰਚ ਕਿੱਥੇ ਆ ਤੇ ਘਰ ਕਿੱਥੇ ਆ। ਘਰ ਹੀ ਰਿਹਰਸਲਾਂ ਹੁੰਦੀਆਂ ਸੀਗੀਆਂ ਉਸ ਵੇਲੇ। ਸੋ ਤੁਹਾਨੂੰ ਕਿੱਦਾਂ ਫੀਲ ਹੁੰਦਾ ਹੈ ਕਿ ਜਦੋਂ ਤੁਸੀਂ ਹੁਣ ਪਿੱਛੇ ਮੁੜ ਕੇ ਵੇਖਦੇ ਹੋ ਕਿ ਜਿਹੜਾ ਸਮਾਂ ਤੁਸੀਂ ਔਲਖ ਸਾਹਿਬ ਦੇ ਨਾਲ ਗੁਜ਼ਾਰਿਆ ਉਹਨਾਂ ਸਟੇਜਾਂ ਦੇ ਉੱਤੇ, ਹੈਨਾ, ਵੀ ਉਹਨੇ ਕਿੱਦਾਂ ਕੌਨਫੀਡੈਂਸ ਦਿੱਤਾ। ਤੇ ਮੈਂ ਚਾਹਾਂਗਾ ਅਜਮੀਤ, ਤੁਸੀਂ ਜਿਹੜਾ ਤੁਹਾਡੇ ਦਿਲ ਦੇ ਨੇੜੇ ਹੈ ਨਾਟਕ, ਜਿਹਦੇ ਵਿੱਚ ਤੁਸੀਂ ਬਹੁਤ ਅੱਛੀ ਕੋਈ ਭੂਮਿਕਾ ਨਿਭਾਈ, ਤੁਹਾਨੂੰ ਲੱਗਦਾ ਕਿ ਮੈਂ ਬਹੁਤ ਅੱਛਾ ਕਰ ਸਕੀ ਹਾਂ, ਤੇ ਮੈਂ ਚਾਹਾਂਗਾ ਉਹਦੇ ਬਾਰੇ ਥੋੜਾ ਜਿਹਾ ਸਾਡੇ ਨਾਲ ਜ਼ਰੂਰ ਗੱਲਾਂ ਸਾਂਝੀਆਂ ਕਰੋ। ਹਾਂਜੀ, ਮੈਂ ਜਿਵੇਂ ਤੁਸੀਂ ਦੱਸਿਆ ਕਿ ਮੈਂ ਬਚਪਨ ਤੋਂ ਹੀ ਜਿਹੜਾ ਹੈਗਾ ਰੰਗਮੰਚ ਦੇ ਨਾਲ ਜੁੜੀ ਹੋਈ ਹਾਂ। ਪਹਿਲਾਂ ਜਦੋਂ ਆਪ ਰੋਲ ਨਹੀਂ ਸੀ ਕਰਦੀ, ਮੰਮੀ ਹਰਿਆਂ ਦੇ ਨਾਲ ਵੈਸੇ ਡਰਾਮੇ ਦੇ ਉੱਤੇ ਜਾਂ ਸਟੇਜ ਦੇ ਉੱਤੇ ਜਾਇਆ ਕਰਨਾ ਸੀਗਾ। ਇੱਕ ਉੱਥੋਂ ਇੱਕ ਲਗਨ ਜੀ ਜਿਹੜੀ ਹੈਗੀ ਹੈ ਮੈਨੂੰ ਪਲੇ ਕਰਨ ਦੀ ਲੱਗ ਗਈ। ਤੇ ਜਦੋਂ ਵੀ ਪਾਪਾ ਨੇ ਕੋਈ ਰੋਲ ਦੱਸਣਾ, ਜਾਂ ਇਹ ਕਹੀਏ ਜਦੋਂ ਘਰੇ ਰਿਹਰਸਲ ਵਗੈਰਾ ਹੁੰਦੀ ਸੀ, ਮੇਰੇ ਸਾਰੇ ਹੀ ਨਾਟਕ ਦੇ ਜਿਹੜੇ ਕਿਰਦਾਰ ਹੁੰਦੇ ਸਨ, ਮੇਰੇ ਉਹਨਾਂ ਦੇ ਸਭ ਦੇ ਰੋਲ ਜਿਹੜੇ ਹੈ ਤੇ ਉਹ ਕਿਸ ਲਹਿਜੇ 'ਚ ਬੋਲਣੇ ਹੈ, ਮੈਨੂੰ ਵੈਸੇ ਹੀ ਇਕੱਲੇ ਦੇ ਰੋਲ ਜਿਹੜਾ ਹੈ ਉਹ ਯਾਦ ਹੋ ਜਾਂਦਾ ਸੀਗਾ। ਤੇ ਮਤਲਬ ਮੈਂ ਨਾਲ ਦੀ, ਜਿਵੇਂ ਡੈਡੀ ਨਾਲ ਜਿਵੇਂ ਸਟੇਜ ਦੇ ਉੱਤੇ ਨਾਲ ਡੈਡੀ ਪਿੱਛੇ ਬੋਲਦੇ ਹੁੰਦੇ, ਪੂਰੀ ਸਕ੍ਰਿਪਟ ਉਹਨਾਂ ਦੇ ਯਾਦ ਹੁੰਦੀ ਸੀ, ਤੇ ਮੇਰੇ ਵੀ ਉਵੇਂ ਹੀ ਯਾਦ ਹੁੰਦੀ ਸੀ ਵੀ ਇਸ ਤੋਂ ਬਾਅਦ ਇਹ ਡਾਇਲੌਗ ਜਿਹੜਾ ਹੈਗਾ ਆਉਣਾ ਹੈਗਾ। ਹਾਲਾਂਕਿ ਮੈਂ ਬਹੁਤ ਛੋਟੀ ਹੁੰਦੀ ਸੀਗੀ, ਤੇ ਹਰ ਇੱਕ ਜਿਹੜਾ ਵੀ ਕੋਈ ਰੋਲ ਪਾਪਾ ਕਹਿੰਦੇ ਹੁੰਦੇ ਸੀ ਉਹ ਬੜਾ ਹੀ ਬਖੂਬੀ ਜਿਹੜਾ ਹੈ ਆਪਦੇ ਵੱਲੋਂ ਕੋਸ਼ਿਸ਼ ਕੀਤੀ ਹੈ ਨਿਭਾਉਣ ਦੀ। ਛੋਟੇ ਹੁੰਦੇ ਆ ਬਚਪਨ ਦੇ ਜਾਂ ਬੱਚਿਆਂ ਦੇ ਰੋਲ ਜਿਹੜੇ ਹੈਗੇ ਕੀਤੇ ਹੈਗੇ, ਜਿਵੇਂ ਭੱਜੀਆਂ ਬਾਹਾਂ ਦੇ ਵਿੱਚ ਪੱਪੂ ਦਾ ਰੋਲ ਜਿਹੜਾ ਹੈਗਾ ਮੈਂ ਕੀਤਾ। ਮੇਨ ਜਿਹੜਾ ਅਦਾਕਾਰ ਸੀ ਉਹ ਮਨਜੀਤ ਵੀਰ ਜੀ ਕਰਦੇ ਹੁੰਦੇ ਸਾਨੂੰ ਰੋਲ, ਕੇਵਲ ਦਾ ਰੋਲ, ਤੇ ਉਹ ਮੇਰੇ ਬਹੁਤ ਜ਼ਿਆਦਾ ਕਰੀਬ ਰਿਹਾ ਹੈਗਾ। ਉਹ ਰੋਲ ਮੈਨੂੰ ਕਰਨ ਦੇ ਵਿੱਚ ਸੱਚਮੁੱਚ ਬਹੁਤ ਮਜ਼ਾ ਆਉਂਦਾ ਸੀਗਾ ਉਹ ਰੋਲ। ਤੇ ਉਹਦੇ ਨਾਲ ਜੁੜੀ ਮੇਰੀ ਘਟਨਾ ਇੱਕ ਇਹ ਵੀ ਹੈ ਕਿ ਉਸ ਕਿਰਦਾਰ ਦੀ ਐਕਚੁਅਲੀ ਉਹ ਕਹਿ ਲਈਏ ਕਿ ਆਤੰਕਵਾਦ ਦੇ ਸਮੇਂ ਦਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈਗਾ, ਤੇ ਉਹਦੇ ਵਿੱਚ ਕੇਵਲ ਨੂੰ ਆ ਕੇ ਜਿਹੜੇ ਆਤੰਕਵਾਦੀ ਉਹ ਮਾਰ ਦਿੰਦੇ ਸਨ। ਤਾਂ ਉਹ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਉਹਦਾ ਅਸਰ ਪੈਂਦਾ। ਉਹ ਕੇਵਲ ਕਿਰਦਾਰ ਦੇ ਵਿੱਚ ਹੀ ਨਹੀਂ, ਬਲਕਿ ਐਕਚੁਅਲੀ ਜਦੋਂ ਰਿਹਰਸਲ ਹੁੰਦੀ, ਮੈਂ ਅਕਸਰ ਹੀ ਉਸ ਤੋਂ ਬਾਅਦ ਇੰਨੀ ਉੱਚੀ ਰੋਣ ਲੱਗ ਪੈਣਾ ਵੀ ਜਿਵੇਂ ਸੱਚਮੁੱਚ ਹੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਇਹ ਘਟਨਾ ਹੈਗੀ ਵਾਪਰ ਗਈ ਹੈ। ਮੈਂ ਬਹੁਤ ਰੋਂਦੀ, ਤੇ ਅੱਜ ਵੀ ਮੈਨੂੰ ਜੋ ਯਾਦ ਆਉਂਦਾ ਵੀ ਮੇਰੀ ਅੱਖਾਂ ਦੇ ਵਿੱਚ ਅਜੇ ਵੀ ਜਿਹੜੇ ਹੈਗੇ ਉਹ ਪਾਣੀ ਆ ਜਾਂਦਾ ਹੈਗਾ ਕਿ ਪਤਾ ਨਹੀਂ ਕੀ ਉਸਦਾ ਇੱਕ ਅਸਰ ਹੁੰਦਾ ਸੀ ਜਾਂ ਅਟੈਚਮੈਂਟ ਹੈਗੀ ਉਸ ਢੰਗ ਨਾਲ ਵੀ ਮੈਨੂੰ ਉਹ ਕਿਰਦਾਰ ਮੈਨੂੰ ਬਹੁਤ ਜਿਹੜਾ ਹੈਗਾ ਵਧੀਆ ਲੱਗਦਾ ਸੀਗਾ। ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਗਈ ਹੈ ਤਾਂ ਉਵੇਂ ਜਿਹੜਾ ਹੈ ਕਿਰਦਾਰਾਂ ਦੇ ਵਿੱਚ ਵੀ ਜਿਹੜਾ ਫਰਕ ਆਉਂਦਾ ਗਿਆ ਹੈਗਾ, ਤਾਂ ਵੱਡਿਆਂ ਦੇ ਰੋਲ ਜਿਹੜੇ ਹੈਗੇ ਮਿਲਣੇ ਸ਼ੁਰੂ ਹੋ ਗਏ। ਇੱਕੋ ਹੀ ਨਾਟਕ, ਜੇ ਬਗਾਨੇ ਬੋਰਡ ਦੀ ਛਾਂ ਦੀ ਗੱਲ ਕਰਾਂ ਤਾਂ ਬਗਾਨੇ ਬੋਰਡ ਦੀ ਛਾਂ ਦੇ ਵਿੱਚ ਪਹਿਲਾਂ ਉਹ ਜਿਹੜਾ ਬੱਚਾ ਹੈਗਾ 1 ਰੁਪਈਆ ਮੰਗਣ ਵਾਸਤੇ ਆਪਦੇ ਤਾਏ ਦੇ ਕੋਲ ਆਉਂਦਾ ਵੀ ਤਾਇਆ ਦਸੀ ਦੇ ਦੇ, ਤਾਇਆ ਰੁਪਈਆ ਦੇ ਦੇ, ਉਹ ਰੋਲ ਵੀ ਮੈਂ ਕੀਤਾ ਹੈਗਾ। ਉਸ ਤੋਂ ਬਾਅਦ ਮੈਂ ਜੀਤੋ ਦਾ ਰੋਲ ਵੀ ਕੀਤਾ, ਜਿਹੜੀ ਮੁਟਿਆਰ ਲੜਕੀ ਹੈ ਉਸਦਾ ਰੋਲ ਵੀ ਕੀਤਾ, ਤੇ ਫਿਰ ਉਸ ਤੋਂ ਬਾਅਦ ਮੈਂ ਹੁਣ ਗੁਰਨਾਮ ਕੌਰ ਦਾ ਰੋਲ ਵੀ ਜਿਹੜਾ ਹੈਗਾ ਉਸੇ ਨਾਟਕ ਦੇ ਵਿੱਚ ਕਰ ਰਹੀ ਹਾਂ। ਤਾਂ ਉਮਰ ਦੇ ਹਿਸਾਬ ਦੇ ਨਾਲ ਜਿਹੜੇ ਰੋਲ ਨੇ ਜਾਂ ਕਿਰਦਾਰ ਨੇ ਉਹ ਚੇਂਜ ਹੁੰਦੇ ਗਏ ਨੇਗੇ। ਤੇ ਫਿਲਹਾਲ ਜਿਹੜਾ ਅਸੀਂ ਕਰ ਰਹੇ ਸੀ ਅਵੇਸਲੇ ਯੁੱਧਾਂ ਦੀ ਨਾਇਕਾ,
ਹਾਂ ਉਹਦੇ ਵਿੱਚ ਵੀ ਮੈਂ ਜਿਹੜਾ ਮੇਨ ਰੋਲ ਹੈਗਾ ਸਤਵੰਤ ਕੌਰ ਦਾ ਉਹ ਅਦਾ ਕੀਤਾ ਹੈਗਾ। ਤੇ ਜਿਹੜਾ ਅੰਨੇ ਨਿਸ਼ਾਨਚੀ ਚ ਹੈਗਾ ਪਾਗਲ ਮੁਟਿਆਰ ਦਾ ਰੋਲ, ਜਿਹੜਾ ਪਹਿਲਾਂ ਦੀਦੀ ਨਿਭਾਉਂਦੇ ਰਹੇ ਨੇ ਤੇ ਹੁਣ ਉਹ ਮੈਂ ਕਰਦੀ ਹੈਗੀ। ਮੈਨੂੰ ਉਹ ਰੋਲ ਵੀ ਬਹੁਤ ਜ਼ਿਆਦਾ ਕਰੀਬ ਲੱਗਦਾ, ਬਹੁਤ ਉਸਦੇ ਨਾਲ ਵੀ ਇੱਕ ਤਰ੍ਹਾਂ ਦੀ ਅਟੈਚਮੈਂਟ ਆ, ਉਸਦੇ ਨਾਲ ਜੋ ਵਧੀਕੀਆਂ ਹੁੰਦੀਆਂ ਨੇ ਉਸ ਦੇ ਵਿੱਚ ਜੋ ਦਿਖਾਇਆ ਗਿਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਲੂ ਕੰਡੇ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਹੈ ਗੂਜ਼ ਬੰਪਸ ਨੇ ਉਹ ਖੜੇ ਹੋ ਜਾਂਦੇ ਨੇਗੇ। ਤਾਂ ਮੈਨੂੰ ਇਹ ਸਾਰੇ ਰੋਲ ਜਿਹੜੇ ਜਾਂ ਸਾਰੇ ਕਿਰਦਾਰ ਜਿਹੜੇ ਨੇਗੇ ਉਹ ਬਹੁਤ ਜ਼ਿਆਦਾ ਅਜ਼ੀਜ਼ ਨੇਗੇ। ਤੇ ਪਾਪਾ ਦੇ ਜਾਣ ਤੋਂ ਬਾਅਦ ਡਾਇਰੈਕਟ ਜਿਹੜੀ ਹੈਗੀ ਕੋਸ਼ਿਸ਼ ਕੀਤੀ ਹੈਗੀ ਤੇ ਅੱਗੇ ਵੀ ਜਿਹੜਾ ਹੈ ਮੌਕਾ ਮਿਲਦਾ ਰਹੂਗਾ ਤਾਂ ਉਵੇਂ ਹੀ ਜਿਹੜਾ ਇਹ ਰੰਗਮੰਚ ਹੈ ਉਹ ਜਾਰੀ ਰਹੇਗਾ। ਕਿਆ ਬਾਤ ਹੈ। ਬਿਲਕੁਲ ਅਜਮੀਤ, ਮੈਂ ਇਹੀ ਚਾਹੁੰਦਾ ਸੀ ਤੁਸੀਂ ਇਹ ਗੱਲਾਂ ਸਾਂਝੀਆਂ ਕਰੋ, ਇਹ ਯਾਦਾਂ, ਕਿਉਂਕਿ ਔਲਖ ਸਾਹਿਬ ਦੇ ਨਾਟਕਾਂ ਦੀਆਂ ਬਹੁਤ ਸਾਰੀਆਂ ਤੁਹਾਡੀਆਂ ਪਰਿਵਾਰ ਦੀਆਂ ਬਹੁਤ ਸਾਰੀਆਂ ਯਾਦਾਂ ਨੇ, ਸਾਡੇ ਵਰਗੇ ਜਿਹੜੇ ਵੇਖਣ ਵਾਲੇ ਵੀ ਹੁੰਦੇ ਸੀਗੇ ਉਹਨਾਂ ਦੀਆਂ ਵੀ ਬੜੀਆਂ ਯਾਦਾਂ ਨੇ ਉਹਨਾਂ ਦੇ ਨਾਟਕਾਂ ਦੇ ਨਾਲ ਜੁੜੀਆਂ ਹੋਈਆਂ। ਅਜਮੀਤ, ਕਦੀ ਹੁਣ ਤੁਸੀਂ ਸੋਚਦੇ ਹੋ ਕਿ ਜਦੋਂ ਹੁਣ ਤੁਸੀਂ ਨਾਟਕ ਕਰੋ ਔਲਖ ਸਾਹਿਬ ਦਾ ਜਾਂ ਕੋਈ ਹੋਰ ਵੀ ਨਾਟਕ ਕਰੋ ਤੇ ਐਜ਼ ਏ ਡਾਇਰੈਕਟਰ ਜਾਂ ਕੋਈ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਕੰਮ ਕਰੋ? ਹਾਂਜੀ, ਮੈਨੂੰ ਲੱਗਦਾ ਹੈ ਕਿ ਕੋਈ ਅਲੱਗ ਤਰ੍ਹਾਂ ਦਾ, ਹਾਲਾਂਕਿ ਉਹ ਲਾਈਨ ਜਿਹੜੀ ਹੈਗੀ ਹੈ ਜਿਵੇਂ ਪਾਪਾ ਨੇ ਜੋ ਕੁਝ ਸਿਖਾਇਆ ਹੈਗਾ ਉਹ ਨਹੀਂ ਛੱਡਣੀ, ਪਰ ਕੁਝ ਵਿਲੱਖਣ ਕਰਨ ਦੀ ਜੇ ਕਿਤੇ ਮੌਕਾ ਮਿਲਦਾ ਤਾਂ ਉਹ ਵੀ ਜ਼ਰੂਰ ਜਿਹੜਾ ਹੈਗਾ ਕੀਤਾ ਜਾਵੇਗਾ। ਜੇ ਕਿਸੇ ਹੋਰ ਦੀ ਸਕ੍ਰਿਪਟ ਕੋਈ ਅੱਛੀ ਮਿਲਦੀ ਹੈ ਜਾਂ ਉਸਦੇ ਉੱਤੇ ਕੰਮ ਕਰਨ ਦਾ ਸਾਨੂੰ ਕੋਈ ਮੌਕਾ ਮਿਲਦਾ ਤਾਂ ਉਹ ਵੀ ਜਿਹੜਾ ਹੈਗਾ ਕੰਮ ਹੈਗਾ ਕੀਤਾ ਜਾਵੇਗਾ। ਬਿਲਕੁਲ, ਬਹੁਤ ਅੱਛੀ ਗੱਲ ਹੈ। ਸੁਭਾਸ਼, ਤੁਸੀਂ ਕਿਉਂਕਿ ਹੁਣ ਔਲਖ ਸਾਹਿਬ ਤੋਂ ਬਾਅਦ ਵੀ ਕੰਟੀਨਿਊਸਲੀ ਕੰਮ ਕਰਦੇ ਪਏ ਹੋ, ਨਾਲ ਪਹਿਲਾਂ ਵੀ ਕਰਦੇ ਰਹੇ ਤੁਸੀਂ ਥੀਏਟਰ ਦੇ ਵਿੱਚ ਵੀ, ਤੇ ਤੁਸੀਂ ਹੁਣ ਕਾਫੀ ਇੱਕ ਕਹਿ ਲਓ ਕਿ ਜ਼ਿੰਮੇਵਾਰੀ ਵਾਲੀ ਪੋਸਟ ਹੈ ਤੁਹਾਡੇ ਕੋਲ ਕਿ ਤੁਸੀਂ ਸਾਰੀ ਟੀਮ ਨੂੰ ਇਕੱਠਿਆਂ ਕਰਕੇ ਨਾਲ ਲੈ ਕੇ ਤੁਰਦੇ ਹੋ ਤੇ ਇਹ ਸਾਰਾ ਕੁਝ ਕੋਈ ਪ੍ਰੋਗਰਾਮ ਦੀ ਗੱਲ ਹੋਵੇ ਤੇ ਅਸੀਂ ਤੁਹਾਡੇ ਨਾਲ ਹੀ ਕਰਦੇ ਹਾਂ ਹਮੇਸ਼ਾ। ਸੋ ਤੁਸੀਂ ਇਹ ਹੁਣ ਔਲਖ ਸਾਹਿਬ ਤੋਂ ਬਾਅਦ ਜਿਹੜੀ ਇਹ ਰਿਸਪੌਂਸਿਬਿਲਟੀ ਤੁਹਾਨੂੰ ਮਿਲੀ ਹੈ ਸਾਰੇ ਪਰਿਵਾਰ ਦੇ ਨਾਲ, ਸੋ ਕਿੱਦਾਂ ਮਹਿਸੂਸ ਹੁੰਦਾ ਹੈ ਇਹ ਰਿਸਪੌਂਸਿਬਿਲਟੀ ਸੰਭਾਲਦੇ ਆ? ਬਹੁਤ ਖੁਸ਼ੀ ਹੁੰਦੀ ਆ ਭਾਜੀ, ਇੱਕ ਇੰਨੀ ਵੱਡੀ ਸ਼ਖਸੀਅਤ ਦੀ ਅੱਗੋਂ ਰਿਸਪੌਂਸਿਬਿਲਟੀ ਸਾਂਭਣੀ, ਜਿਨ੍ਹਾਂ ਦੀ ਸਥਾਪਤੀ ਆਲਰੇਡੀ ਬਹੁਤ ਚੰਗੇ ਪੱਧਰ ਦੇ ਉੱਤੇ ਆਪਣੇ ਸਮਾਜ ਦੇ ਵਿੱਚ ਬੁੱਧੀਜੀਵੀਆਂ 'ਚ, ਸਾਹਿਤਕਾਰਾਂ 'ਚ, ਨਾਟਕਕਾਰਾਂ 'ਚ, ਹਰ ਵਰਗ ਦੇ ਵਿੱਚ ਜਦੋਂ ਪ੍ਰਵਾਨ ਚੜ੍ਹੇ ਹੋਣ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਬੈਨਰ ਥੱਲੇ ਕੰਮ ਕਰਨ ਦੀ ਇੱਕ ਇਹਦਾ ਖੁਸ਼ੀ ਬੜੀ ਅਜੀਬ ਹੈ, ਮਤਲਬ ਬੜੀ ਵਿਲੱਖਣ ਖੁਸ਼ੀ ਹੈ, ਆਨੰਦਦਾਇਕ ਖੁਸ਼ੀ ਹੈ। ਇੱਕ ਮੈਂ ਹੋਰ ਸੋਚ ਰਿਹਾ, ਥੀਏਟਰ ਕਰਨ ਵਾਲੇ ਬੰਦੇ ਨੇ ਨਾ, ਇਹਨਾਂ ਨੂੰ ਮੈਂ ਨਿੱਜੀ ਤੌਰ ਤੇ ਮਹਿਸੂਸ ਹੁੰਦਾ ਹੈ ਵੀ ਇਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਵੀ ਆਪਦੀ ਪੂਰੀ ਬੋਡੀ ਤੋਂ ਕੰਮ ਕਿਵੇਂ ਲੈਣਾ, ਤੇ ਜ਼ੁਬਾਨ ਦਾ ਰਸ ਜਿਹੜਾ ਉਹ ਥੀਏਟਰ ਆਪਣੇ 'ਚ ਪੈਦਾ ਕਰੀ ਦਿੰਦਾ ਹੈਗਾ, ਤੇ ਜ਼ੁਬਾਨ ਦੇ ਰਸ ਨਾਲ ਤੇ ਬੋਡੀ ਦੇ ਪੂਰੇ ਯੂਜ਼ ਦੇ ਨਾਲ ਮੈਨੂੰ ਨਹੀਂ ਲੱਗਦਾ ਦੁਨੀਆ ਦਾ ਕੋਈ ਵੀ ਕੰਮ ਹੈ ਵੀ ਉਹ ਰਹਿ ਜਾਂਦਾ ਹੋਊਗਾ। ਬਿਲਕੁਲ। ਸੁਭਾਸ਼, ਮੈਨੂੰ ਇਹ ਵੀ ਮੈਂ ਚਾਹੁੰਦਾ ਕਿ ਕਿਸੇ ਤਰ੍ਹਾਂ ਚੀਜ਼ ਰਿਕਾਰਡ ਵਿੱਚ ਆ ਜਾਏ ਸਾਰੀ, ਕਿ ਤੁਸੀਂ ਜਦੋਂ ਪਹਿਲੇ ਕੰਮ ਕਰਦੇ ਸੀ ਔਲਖ ਸਾਹਿਬ ਨਾਲ, ਤੁਸੀਂ ਕਿੱਦਾਂ ਜੁੜੇ ਸੀ ਇਸ ਥੀਏਟਰ ਦੀ ਦੁਨੀਆ ਦੇ ਨਾਲ? ਭਾਜੀ, ਮੈਂ 98 ਦੇ ਵਿੱਚ ਨਹਿਰੂ ਕਾਲਜ ਦੇ ਵਿੱਚ ਹੀ ਪੜ੍ਹਦਾ ਸੀ। ਮੇਰੇ ਪਰਿਵਾਰ ਦਾ ਕੋਈ ਪਿਛੋਕੜ ਨਹੀਂ ਥੀਏਟਰ ਦਾ, ਨੇੜੇ ਤੇੜੇ ਵੀ ਨਹੀਂ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੂੰ, ਮੇਰੇ ਬਹੁਤੇ ਰਿਸ਼ਤੇਦਾਰਾਂ ਨੂੰ ਅੱਜ ਵੀ ਨਹੀਂ ਪਤਾ ਵੀ ਮੈਂ ਕੀ ਕਰਦਾ। ਤੇ ਫਿਰ ਤੁਸੀਂ ਕਿੱਦਾਂ ਆਏ ਇੱਥੇ ਔਲਖ ਸਾਹਿਬ? ਕਾਲਜ ਦੇ ਵਿੱਚ ਜਦੋਂ ਮੈਂ ਪੜ੍ਹਦਾ ਸੀ ਤਾਂ ਇੱਕ ਜਿਹੜੀ ਕਾਲਜ ਜਾਣਾ, ਤਾਂ ਔਲਖ ਸਾਹਿਬ ਮੇਰੇ ਅਧਿਆਪਕ ਵੀ ਰਹੇ, ਟੀਚਰ ਵੀ ਰਹੇ, ਨਾਟਕ ਦੇ ਗੁਰੂ ਤੇ ਤੀਜਾ ਰਿਸ਼ਤਾ ਉਹਨਾਂ ਨਾਲ ਫਾਦਰ ਦਾ ਵੀ ਬਾਅਦ ਦੇ ਵਿੱਚ ਹੋਇਆ। ਸ਼ਖਸੀਅਤ ਮੈਨੂੰ ਮਤਲਬ ਲੱਗਦਾ ਵੀ ਇੰਨੀ ਮੈਗਨੈਟਿਕ ਹੈ ਵੀ ਕੋਈ ਵੀ ਜਦੋਂ ਬੈਠਾ ਕੋਈ ਗੱਲਬਾਤ ਕਰ ਰਹੇ ਨੇ ਤਾਂ ਉਹ ਆਪ ਹੀ ਖਿੱਚਿਆ ਜਾਂਦਾ ਭਾਜੀ। ਤਾਂ ਮੈਂ ਵੀ ਖਿੱਚਿਆ ਗਿਆ ਜਦੋਂ ਪਤਾ ਲੱਗਿਆ ਵੀ ਇਹ ਥੀਏਟਰ ਕਰਦੇ, ਪਤਾ ਸੀ ਵੀ ਨਾਟਕ ਕਰਦੇ ਨੇ, ਪਰ ਨਾਟਕ ਕੀ ਹੁੰਦਾ, ਕਿਉਂ ਕਰਨ ਦੀ ਲੋੜ ਪੈਂਦੀ ਹੈ, ਇਹ ਕੁਝ ਨਹੀਂ ਸੀਗਾ ਪਤਾ। ਯੂਥ ਫੈਸਟੀਵਲ ਆਇਆ, ਪਹਿਲਾ ਨਾਟਕ ਮੈਂ ਲੋਹੇ ਦਾ ਪੁੱਤ, ਇਹਨਾਂ ਨੇ ਸਾਨੂੰ ਇੱਥੇ ਘਰ ਤਿਆਰ ਕੀਤਾ ਤੇ ਅਸੀਂ ਯੂਥ ਫੈਸਟੀਵਲ 'ਚ ਫਰੀਦਕੋਟ ਖੇਡ ਕੇ ਆਏ। ਉਦੋਂ ਬਾਅਦ ਮੈਨੂੰ ਉਸ 'ਚ ਸਵਾਦ ਆਇਆ ਉਹ ਨਾਟਕ ਕਰਕੇ, ਇੱਕ ਰਸ ਪੈਦਾ ਹੋ ਗਿਆ ਅੰਦਰ, ਇਹ ਮੰਨ ਸਕਦੇ ਆਪਾਂ। ਤਾਂ ਮੈਂ ਰਿਕੁਐਸਟ ਕੀਤੀ ਵੀ ਤੁਹਾਡੇ ਨਾਲ ਜੁੜਨਾ ਹੈਗਾ, ਤਾਂ ਨਾਲ ਜੁੜਨ ਦੀ ਇਹਨਾਂ ਨੇ ਬਸ ਇੱਕੋ ਹੀ ਕੰਡੀਸ਼ਨ ਸੀ, ਨਾਲ ਜੁੜ, ਪਰ ਸਟੱਡੀ ਵਾਲੇ ਨੰਬਰਾਂ 'ਚੋਂ ਕਦੇ ਵੀ ਤੇਰੀ ਕੋਈ ਘਾਟ ਨਹੀਂ ਹੋਣੀ ਚਾਹੀਦੀ। ਇਹ ਨਾ ਹੋਵੇ ਵੀ ਤੇਰੀ ਪੜ੍ਹਾਈ ਦੇ ਉੱਤੇ ਨਾਟਕਾਂ ਦਾ ਅਸਰ ਪੈ ਜੇ, ਤੂੰ 19 ਦਿਨ ਮੇਰੇ ਨਾਲ ਕੰਮ ਕਰੇਗਾ ਜਿੰਨਾ ਚਿਰ ਸਟੱਡੀ ਤੇਰੀ ਠੀਕ ਹੈ। ਮੈਂ ਕਿਹਾ ਜੀ ਠੀਕ ਹੈ। ਫਿਰ ਜਲੰਧਰ ਜਾਣ ਦਾ ਮੌਕਾ ਮਿਲਿਆ 1 ਨਵੰਬਰ ਨੂੰ ਜੀ, ਦੇਸ਼ ਭਗਤ ਯਾਦਗਾਰੀ ਹਾਲ ਦੇ ਵਿੱਚ।
ਹਾਲਾਂਕਿ ਮੈਂ ਉਦੋਂ ਸਟੂਡੈਂਟ ਸੀ, ਇਹ ਪ੍ਰੋਫੈਸਰ ਸੀ, ਪ੍ਰੋਫੈਸਰ ਬਹੁਤ ਵੱਡੇ ਨੇ, ਪਤਾ ਸੀ ਨਾਮ ਬਹੁਤ। ਉੱਥੇ ਜਾ ਕੇ ਜਦੋਂ ਦੇਖਿਆ ਭਾਜੀ, ਤੁਸੀਂ ਸੀ ਉੱਥੇ, ਤੁਸੀਂ ਮਿੱਟੀ ਨਾਲ ਵੀ ਮਤਰੇਈ ਖੇਡਿਆ ਸੀ ਉਦੋਂ, ਮੇਰੀ ਯਾਦ ਹੈ। ਤਾਂ ਸਾਰੇ ਤਾਂ ਉੱਥੇ ਉਹ ਬੜਾ ਮਤਲਬ ਭੱਜ ਮੇਰੇ ਗੁਰਸ਼ਰਨ ਭਾਜੀ, ਤੁਸੀਂ ਵੀ ਇੱਕ ਬੜਾ ਅੱਛਾ ਲੱਗ ਰਿਹਾ ਸੀ ਵੀ ਅੱਛਾ ਵੀ ਔਲਖ ਸਾਹਿਬ ਤਾਂ ਐਡੇ ਵੱਡੇ ਨਾਟਕਕਾਰ ਨੇ। ਕਈ ਵਾਰੀ ਕਹਿੰਦੇ ਨਾ ਵੀ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ, ਤੇ ਪਤਾ ਹੀ ਨਹੀਂ ਸੀ ਲੱਗਦਾ। ਜਦੋਂ ਉਹੀ ਗੱਲ ਆ ਬਾਹਰਲੀ ਦੁਨੀਆ ਉਹਨਾਂ ਦੇ ਨਾਲ ਦੇਖੀ ਭਾਜੀ, ਤਾਂ ਅਹਿਸਾਸ ਹੋਇਆ ਵੀ ਇਹ ਤਾਂ ਕੋਈ ਬਹੁਤ ਵੱਡਾ ਕੰਮ ਹੈ, ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਜਿਹੜਾ ਕਰੀ ਜਾਂਦੇ ਨੇ। ਫਿਰ ਸਵਾਲ ਖੜਾ ਹੋ ਗਿਆ ਪੜ੍ਹਦੇ ਆਪਦੀ ਬੁੱਧੀ ਦੇ ਅਨੁਸਾਰ ਹੀ ਵੀ ਇਹ ਨਾਟਕਕਾਰ ਵੱਡੇ ਕਿਵੇਂ ਨੇ, ਵੀ ਇਹ ਕੀ ਗੱਲ ਕੀ ਹੈ, ਵੀ ਕੀ ਵਿਲੱਖਣਤਾ ਹੈ। ਫਿਰ ਜਿਵੇਂ ਭਾਜੀ ਇਹਨਾਂ ਨਾਲ ਤੇ ਗੱਲਬਾਤ ਸਮਝ ਆਉਣ ਲੱਗੀ ਵੀ ਇਹ ਬੜੀਆਂ ਸਹਿਜ ਸੁਭਾਅ ਰਹਿਣ ਵਾਲੇ ਬੰਦੇ ਤੇ ਬੜੇ ਭੋਲੇ ਜਿਹੇ ਬੰਦੇ, ਨਾਰਮਲ ਜੀ ਜ਼ਿੰਦਗੀ ਜਿਉਣ ਵਾਲੇ ਬੰਦੇ, ਜਦੋਂ ਇਹਨਾਂ ਦੇ ਨਾਟਕ ਪੜ੍ਹਦੇ ਆ ਅੰਨੇ ਨਿਸ਼ਾਨ 'ਚ ਇਹ ਗੱਲ ਹੀ ਗੋਲੀ ਦੀ ਬਰੂਦ ਦੀ ਹੁੰਦੀ ਹੈ ਜਦੋਂ ਗੱਲ, ਤਾਂ ਉਹਨੂੰ ਕਿਵੇਂ ਮੋਲਡ ਕਰਕੇ ਲੋਕਾਂ ਦੇ ਹਾਣ ਦੀ ਲਿਆ ਕੇ ਧਰ ਦਿੰਦੇ ਨੇ। ਫੇਰ ਇਹ ਗੱਲ ਮੇਰੇ ਪੱਲੇ ਪਈ ਵੀ ਇਹ ਨਾਟਕਕਾਰ ਕਿਉਂ ਵੱਡੇ ਨੇ, ਛੋਟੀਆਂ ਗੱਲਾਂ ਦੇ ਵਿੱਚ ਐਡੀ ਵੱਡੀ ਗੱਲ ਕਹਿ ਜਾਂਦੇ ਨੇ ਵੀ ਨਾਲੇ ਤਾਂ ਸਾਰੇ ਸਿਸਟਮ ਨੂੰ ਵਕਤ ਪਿਆ ਰਹਿੰਦਾ, ਨਾਲੇ ਸਾਹਿਤ ਦਾ ਪੱਲਾ ਨਹੀਂ ਛੱਡਦਾ। ਬਿਲਕੁਲ ਸੁਭਾਸ਼, ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ ਵੀ ਉਹ ਨਾਟਕਕਾਰ ਵੱਡੇ ਕਿਵੇਂ ਆ, ਉਹਨਾਂ ਨੇ ਵੀ ਕਿਵੇਂ ਛੋਟੀ ਜਿਹੀ ਚੀਜ਼ ਨੂੰ ਵੀ ਆਮ ਲੋਕਾਂ ਦੀ ਭਾਸ਼ਾ 'ਚ ਬਣਾ ਕੇ ਗੱਲ ਕਿਵੇਂ ਕਰਦੇ ਸੀਗੇ। ਇਹ ਬਹੁਤ ਵਧੀਆ ਗੱਲ ਹੈ। ਤੁਸੀਂ ਬਹੁਤ ਸਹੀ ਕਹਿ ਲਓ ਕਿ ਰਗ ਪਕੜੀ ਹੈ ਔਲਖ ਸਾਹਿਬ ਦੇ ਨਾਟਕਾਂ ਦੀ, ਉਹ ਸੁਰ ਤੁਸੀਂ ਸਮਝੀ ਹੈ। ਮੇਰਾ ਹੁਣ ਸਵਾਲ ਵੈਸੇ ਤੁਹਾਨੂੰ ਸਾਰਿਆਂ ਨੂੰ ਹੀ ਹੈ ਕਿ ਏਦਾਂ ਦੀ ਗੱਲ ਜਿਹੜੀ ਵਿਲੱਖਣਤਾ ਸੀ ਔਲਖ ਸਾਹਿਬ ਦੇ ਨਾਟਕਾਂ ਦੀ ਜਾਂ ਪੇਸ਼ਕਾਰੀ ਦੀ, ਉਹਦੇ ਬਾਰੇ ਜਿਹੜੀ ਸਹਿਜਤਾ ਵਾਲੀ ਪੇਸ਼ਕਾਰੀ, ਸਧਾਰਨਤਾ ਵਾਲੀ ਪੇਸ਼ਕਾਰੀ, ਪਰ ਗੱਲ ਬੜੀ ਵੱਡੀ ਕਹਿੰਦੇ ਸੀ, ਉਹਦੇ ਬਾਰੇ ਕੋਈ ਯਾਦਾਂ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਵੇਂ ਸੁਭਾਸ਼ ਹੋਰਾਂ ਨੇ ਕੀਤੀ ਹੈ, ਤੁਸੀਂ ਕੋਈ ਹੋਰ ਮੈਡਮ ਔਲਖ ਤੁਹਾਥੋਂ ਸ਼ੁਰੂ ਕਰਦੇ ਆ, ਤੁਸੀਂ ਕੋਈ ਯਾਦ ਏਦਾਂ ਦੀ ਸਾਂਝੀ ਕਰੋ ਸਾਡੇ ਨਾਲ, ਤੇ ਆਪਾਂ ਤੁਸੀਂ ਵੀ ਸਾਰੇ ਇੱਕ ਇੱਕ ਗੱਲ ਜ਼ਰੂਰ ਕਰਿਓ ਜੀ। ਅਸੀਂ ਕੇਵਲ ਜੀ ਨਾਟਕ ਕਰਨ ਗਏ ਸੀ ਭੱਜੀਆਂ ਵਾਹੀ, ਜਿਵੇਂ ਕਿ ਉਹ ਮੇਲੇ ਦਾ ਸੀਨ ਆਉਂਦਾ ਹੈ, ਤਾਂ ਉੱਥੇ ਸਹਾਰਨਾ ਪਿੰਡ ਹੈ, ਤਾਂ ਉੱਥੇ ਜਿਹੜਾ ਸੀਗਾ ਸਟੇਜ ਫੱਟਿਆਂ ਦੀ ਬਣੀ ਹੋਈ ਸੀ, ਜਿਹੜੇ ਪੈੜਾਂ ਜਿਹਦੇ ਉੱਤੇ ਚੜ ਕੇ ਜਿਹੜੇ ਹੈਗੇ ਆ ਮਿਸਤਰੀ ਰੰਗ ਵਗੈਰਾ ਲਪਾਈ ਕਰਦੇ ਆ, ਤੇ ਉਹਦੇ ਵਿੱਚ ਕਿਤੇ ਝਰੋਖੇ ਵੀ ਸੀਗੇ। ਤਾਂ ਮੇਲੇ ਦਾ ਉਹਦੇ ਵਿੱਚ ਸਾਰਾ ਨਾਟਕ ਦੇ ਵਿੱਚ ਮੇਲਾ ਚੱਲ ਰਿਹਾ ਸੀ, ਤਾਂ ਉਹਦੇ ਵਿੱਚ ਅਸੀਂ ਦੋਨੇ ਵੀ ਸੀਗੇ, ਬਾਬਾ ਤੇ ਬੇਬੇ, ਟੀਮ ਸਾਰੀ ਸੀ ਨਾਲ। ਤਾਂ ਕੀ ਹੋਇਆ ਕਿ ਮੈਂ ਹੇਠਾਂ ਡਿੱਗ ਪਈ, ਪੈਰ ਮੇਰਾ ਅੜ ਗਿਆ, ਉਹਦੇ ਵਿੱਚੋਂ ਬਾਲਿਆਂ ਤੋਂ ਹੇਠਾਂ, ਸਟੇਜ ਤੋਂ ਹੇਠਾਂ ਵੱਜੀ। ਤਾਂ ਉੱਥੇ ਜਿਹੜਾ ਸੀਗਾ ਮਤਲਬ ਇਹਨਾਂ ਨੇ ਟੀਮ ਨੇ ਵੀ ਦੇਖਿਆ ਵੀ ਕੰਮ ਤਾਂ ਖਰਾਬ ਹੋ ਗਿਆ, ਤਾਂ ਉੱਥੇ ਉਹਨਾਂ ਨੇ ਗੀਤ ਸ਼ੁਰੂ ਕਰਤਾ, ਔਲਖ ਸਾਹਿਬ ਨੇ ਸ਼ੁਰੂ ਕੀਤਾ ਵੀ ਅੰਬੋ ਬਾਹਰ ਨਿਕਲਿਆ, ਬੇਬੇ ਬਾਹਰ ਨਿਕਲਿਆ, ਬਾਹਰ ਬਹੁਤ ਬਹਾਰ ਹੈ, ਬਹੁਤ ਕੁਛ ਹੈ, ਬਹੁਤ ਖੁਸ਼ੀਆਂ। ਇਸ ਤਰ੍ਹਾਂ ਕਰਦੇ ਕਰਦੇ ਮੇਰੇ ਆਲੇ ਦੁਆਲੇ ਘੇਰਾ ਪਾ ਕੇ ਮੈਨੂੰ ਬਾਂਹ ਫੜ ਕੇ ਥੱਲਿਓਂ ਖਿੱਚ ਲਿਆ। ਵੀ ਇਸ ਤਰ੍ਹਾਂ ਦੇ ਨਾਲ ਮੌਕੇ ਦੀ ਸੰਭਾਲ ਜਿਹੜੀ ਹੈ ਉਹ ਔਲਖ ਸਾਹਿਬ ਇੱਕਦਮ ਮਤਲਬ ਕਰ ਲੈਂਦੇ ਸੀਗੇ। ਇਸੇ ਤਰ੍ਹਾਂ ਹੀ ਸਾਡਾ ਧੂਰੀ ਦੇ ਨੇੜੇ ਇੱਕ ਨਾਟਕ ਸੀਗਾ, ਉੱਥੇ ਬਲਵੰਤ ਰਪਾਲ ਸੀ, ਇਹ ਜਿਹੜੀ ਸੀਗੀ ਉਹ ਆਸੀ ਦਾ ਰੋਲ ਕਰਦਾ ਸੀ, ਇਹਦੇ ਸ਼ਰਾਬ ਲੈ ਕੇ ਆਉਣੀ ਸੀਗੀ, ਇਹਦੇ ਡੱਬ ਦੇ ਵਿੱਚ ਬੋਤਲ ਪਾਈ ਸੀ। ਤਾਂ ਕੁਦਰਤੀ ਕੀ ਹੋਇਆ ਕਿ ਬੋਤਲ ਜਿਹੜੀ ਸੀਗੀ ਉਹ ਟੁੱਟ ਗਈ, ਸ਼ਰਾਬ ਡੁੱਲ ਗਈ ਜਿਹੜੀ ਬਣਾਈ ਹੋਈ ਸੀ। ਤਾਂ ਉਹ ਕਹਿੰਦੇ ਜੀ ਹੁਣ ਤਾਂ ਬੋਤਲ ਵੀ ਨਹੀਂ ਹੈ। ਤਾਂ ਔਲਖ ਸਾਹਿਬ ਬੋਲਦੇ, ਉਹ ਭਾਈ ਐ ਕਰ, ਇੱਥੋਂ ਗੜਬੀ ਚ ਪਾ ਲਿਆ ਜਿਹੜੀ ਤੂੜੀ ਵਾਲੇ ਚ ਦੱਬੀ ਹੈ, ਤੇ ਆਪਣੇ ਤਾਂ ਭੈਣ ਦੇ ਯਾਰਾਂ ਦੇ ਜੱਟਾਂ ਦੇ ਕਰਮਾਂ ਚ ਹੈ ਨਹੀਂ ਇਹ ਜੀ ਸ਼ਰਾਬ ਵੀ ਠੇਕੇ ਦੀ ਪੀਣੀ। ਤੇ ਇਸ ਤਰ੍ਹਾਂ ਦੇ ਨਾਲ ਮੌਕਾ ਮੇਲ, ਜਿਹੜਾ ਮੌਕਾ ਸੰਭਾਲਣਾ ਹੈ, ਔਲਖ ਸਾਹਿਬ ਮਤਲਬ ਇਸ ਨੂੰ ਬਹੁਤ ਬਖੂਬੀ ਸੰਭਾਲਦੇ ਸੀ। ਔਰ ਕਾਫੀ ਸਾਰੀਆਂ ਜਿਹੜੀਆਂ ਹੈਗੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਦਾ ਸਾਨੂੰ ਵੀ ਪਤਾ ਨਹੀਂ ਸੀ ਹੁੰਦਾ, ਉਹ ਕਰਦੇ ਸੀ। ਔਰ ਹੌਲੀ ਹੌਲੀ ਅਸੀਂ ਸਾਰਿਆਂ ਨੇ ਮਤਲਬ ਜਿਹੜਾ ਹੈ ਵੀ ਹੁਣ ਉਹਨਾਂ ਦਾ ਮੂਡ ਵੀ ਦੇਖਦੇ ਸੀ ਕਲਾਕਾਰ,
ਵੀ ਹੁਣ ਇਹ ਕਿਸ ਮੂਡ ਦੇ ਵਿੱਚ ਹੈ ਔਰ ਉਸ ਮੂਡ ਨੂੰ ਸੰਭਾਲ ਕੇ ਕੀ ਇੱਕ ਤੁਹਾਨੂੰ ਇਹ ਗੱਲ ਦੱਸਾਂ ਕਿ ਜੀ। ਜਦੋਂ ਇਹ ਲੀਜ਼ਾ ਦੀਆਂ ਬੱਚੀਆਂ ਸੀ ਜਾਂ ਅਸੀਂ ਨਾਟਕ ਖੇਡਣ ਜਾਂਦੇ, ਸਿਆਲ ਦਾ ਮਹੀਨਾ ਹੁੰਦਾ, ਠੰਡ ਲੱਗਦੀ, ਤਾਂ ਰਾਤ ਉੱਥੇ ਕੱਟਣੀ ਹੁੰਦੀ ਸੀ, ਰਜਾਈਆਂ ਪਈਆਂ ਹੁੰਦੀਆਂ, ਤਾਂ ਬੱਚੇ ਉੱਥੇ ਸੌਂ ਜਾਂਦੇ ਤਾਂ ਇਹ ਔਲਖ ਸਾਹਿਬ ਆਪਣਾ ਰੋਲ ਨਿਭਾ ਕੇ ਜਦੋਂ ਬੈਕ ਸਟੇਜ ਆਉਂਦੇ, ਦੇਖਦੇ ਵੀ ਸੁੱਤੇ ਪਏ ਆ, ਇਹਨਾਂ ਦੀ ਖਿੱਚ ਰਜਾਈਆਂ ਲਾਹੀ ਜਾਂਦੇ। ਕਹਿੰਦੇ ਜੇ ਤੁਸੀਂ ਹੁਣ ਇੱਥੇ ਸੌਂਗੇ ਅੱਗੋਂ ਜ਼ਿੰਦਗੀ 'ਚ ਕੀ ਕਰੋਗੇ, ਮੌਕੇ ਨਾਲ ਚੱਲੋ, ਉੱਥੇ ਸਟੇਜ ਤੇ ਕੀ ਕਰੋਗੇ ਤੁਸੀਂ, ਜਾਂ ਕੀ ਹੁੰਦਾ ਪਾਣੀ ਚੱਕ ਕੇ ਪਾ ਦਿੰਦੇ ਉੱਤੇ ਵੀ ਇਹ ਬੱਚੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਵੀ ਨਾਟਕ ਮਤਲਬ ਦੂਜਿਆਂ ਦੇ ਚੱਲਦਾ ਹੁੰਦਾ ਰੋਲ, ਸਟੇਜ ਦੇ ਹੁੰਦੇ, ਤਾਂ ਉਦੋਂ 5-10 ਮਿੰਟ ਪਹਿਲਾਂ ਬੱਚਿਆਂ ਦੀ ਅੱਖ ਖੁੱਲੀ ਜਾਣੀ, ਜੇ ਇਹਨਾਂ ਨੇ ਸੌਂ ਜਾਣਾ, ਇਹਨਾਂ ਨੇ ਅਲਰਟ ਹੋ ਜਾਣਾ ਵੀ ਨਹੀਂ ਹੁਣ ਤਾਂ ਪਾਪਾ ਆ ਕੇ ਸਾਡੇ ਤੇ ਪਾਣੀ ਪਾਉਣਗੇ। ਵੀ ਇਸ ਤਰ੍ਹਾਂ ਦੇ ਨਾਲ ਬੜੇ ਅਵੇਅਰ ਬੜੇ ਸੀ, ਆਪਣੀ ਸਾਰੀ ਟੀਮ ਦਾ ਧਿਆਨ ਰੱਖਦੇ ਵੀ ਕਿਹਨੂੰ ਕੀ ਪ੍ਰੋਬਲਮ ਹੈ, ਕਿਵੇਂ ਨਹੀਂ ਹੈ, ਸਾਰਾ ਧਿਆਨ ਰੱਖ ਕੇ। ਕਿਉਂਕਿ ਜਿਹੜਾ ਡਾਇਰੈਕਟਰ ਹੁੰਦਾ ਹੈ, ਤੁਸੀਂ ਖੁਦ ਡਾਇਰੈਕਸ਼ਨ ਦਿੰਦੇ ਹੋ, ਖੁਦ ਡਾਇਰੈਕਟਰ ਹੋ, ਤੁਹਾਨੂੰ ਵੀ ਪਤਾ ਹੈ ਵੀ ਸਾਰੀ ਟੀਮ ਨੂੰ ਕਿਵੇਂ ਜੋੜ ਕੇ ਰੱਖਣਾ ਹੈਗਾ। ਹਾਂ, ਤੇ ਦੂਜਾ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਮੈਂ ਜਿੱਥੇ ਵੀ ਜਿਹੜੇ ਸਕੂਲਾਂ ਦੇ ਵਿੱਚ ਰਹੀ ਹੈ, ਉੱਥੇ ਮੈਂ ਨਾਟਕ ਤਿਆਰ ਕਰਾਉਂਦੀ ਰਹੀ ਹਾਂ ਬੱਚਿਆਂ ਨੂੰ ਨਾਟਕ ਤਿਆਰ ਕਰਾਉਣੇ। ਮੈਂ ਔਲਖ ਸਾਹਿਬ ਤੋਂ ਮਤਲਬ ਬਾਅਦ ਦੇ ਵਿੱਚ ਉਹਨਾਂ ਨੂੰ ਦਿਖਾਉਣਾ ਵੀ ਆ ਮੈਂ ਇਸ ਤਰ੍ਹਾਂ ਕਰਕੇ ਹੈ, ਵੀ ਡਾਇਰੈਕਸ਼ਨ ਤਾਂ ਉਹੀ ਦੇਣੀ ਸੀ ਜਿਹੜੀ ਔਲਖ ਤੋਂ ਘਰੇ ਸਿੱਖਦੀ ਸੀ। ਤੇ ਪਰ ਮਤਲਬ ਬੱਚਿਆਂ ਦੀ ਚੋਣ ਕਰਨੀ, ਨਾਟਕ ਤਿਆਰ ਕਰਾਉਣਾ, ਡਾਇਲਾਗ ਯਾਦ ਕਰਾਉਣੇ, ਤੇ ਅਖੀਰ ਤੇ ਜਦੋਂ ਅਖੀਰਲੀਆਂ ਰਿਹਰਸਲਾਂ ਹੋਣੀਆਂ, ਨਹੀਂ ਇੱਥੇ ਤੂੰ ਇਹ ਨਹੀਂ ਕੀਤਾ, ਆਹ ਕਰ, ਇੱਥੇ ਤੂੰ ਇਹ ਨਹੀਂ ਕੀਤਾ, ਇਹ ਸੁਧਾਰ ਕਰ। ਤੇ ਮੈਂ ਮਤਲਬ ਸਾਡੇ ਨਾਟਕ ਜਿਹੜੇ ਸੀਗੇ ਬਹੁਤ ਮਤਲਬ ਯੂਥ ਦੇ ਭਾਸ਼ਾ ਵਿਭਾਗ ਦੇ ਜੂਨੀਅਰ ਵਰਗ ਦੇ ਜਿਹੜੇ ਮਤਲਬ ਹੁੰਦੇ ਸੀਗੇ ਮੁਕਾਬਲੇ, ਉਹਨਾਂ ਦੇ ਵਿੱਚ ਮੈਂ ਫਫੜੇ ਭਾਈ ਕਿਆ ਤੋਂ ਵੀ ਟੀਮ ਲੈ ਕੇ ਜਾਂਦੀ ਰਹੀ ਹਾਂ, ਪਰ ਸਾਡੇ ਨਾਟਕ ਫਸਟ ਆਉਂਦੇ ਰਹੇ ਹੈ। ਵਿੰਗਾ ਬੰਦਾ, ਸਿੱਧਾ ਰਾਹ, ਬੇਗਾਨੇ ਬੋੜ ਦੀ ਛਾਂ, ਤੇ ਜਿਹੜੇ ਦੂਸਰੇ ਗਾਨੀ ਵਗੈਰਾ। ਮੈਂ ਇਸੇ ਤਰ੍ਹਾਂ ਹੀ ਮੈਂ ਭੈਣੀ ਬਾਗੀ ਆਈ ਤਾਂ ਉੱਥੇ ਵੀ ਆਦਾ ਡਾਇਰੈਕਸ਼ਨ ਦਾ ਕੰਮ ਸ਼ੁਰੂ ਕੀਤਾ, ਬੱਚਿਆਂ ਨੂੰ ਨਾਟਕਾਂ ਵੱਲ ਲਾਇਆ। ਤੇ ਕੱਲ ਪਰਸੋਂ ਮੈਨੂੰ ਇੱਕ ਲੁਧਿਆਣੇ ਬੱਚਾ ਰਹਿੰਦਾ ਹੈ, ਉਹ ਮੈਨੂੰ ਕਹਿੰਦਾ ਜੀ ਮੇਰੀ ਵੀ ਫੋਟੋ ਆਈ ਹੋਣੀ ਹੈ ਵਿੰਗਾ ਬੰਦਾ ਸਿੱਧਾ ਰਾਹ ਦੀ, ਮੈਨੂੰ ਕਿਤੇ ਲੱਭ ਕੇ ਦਿਓ। ਮੈਂ ਕਿਹਾ ਕਿਹੜੇ ਵੇਲੇ ਦੇ ਗੱਲਾਂ ਹੋ ਗਿਆ ਪੁੱਤਰਾ, ਕੀ ਯਾਦ ਕਰਨਾ ਹੈ, ਚੱਲ ਜਾਂਦਾ ਤੂੰ ਆਪਾਂ ਹੀ ਆ ਕੇ ਲੱਭ ਲਈ ਹੈ ਨਾ। ਬੱਚੇ ਬੜੇ ਸਨਮਾਨ ਕਰਦੇ ਨੇ ਟੀਚਰ ਦਾ, ਜਿਹੜੇ ਉਹਨਾਂ ਦੇ ਨਾਲ ਉਸ ਤਰ੍ਹਾਂ ਦਾ ਮੈਂ ਤੁਹਾਡੇ ਕੋਲ ਇੱਕ ਹੋਰ ਪੁੱਛਣਾ, ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਸਕੂਲੇ ਪੜਾਉਂਦੇ ਵੀ ਸੀ, ਸਕੂਲੇ ਨਾਟਕ ਵੀ ਤਿਆਰ ਕਰਾਉਂਦੇ ਸੀ, ਔਲਖ ਸਾਹਿਬ ਦੇ ਨਾਟਕਾਂ 'ਚ ਵੀ ਕੰਮ ਕਰਦੇ ਸੀ, ਟੀਮ ਦੇ ਨਾਲ ਰਾਤ ਨੂੰ ਸ਼ੋਅ ਕਰਨ ਵੀ ਜਾਂਦੇ ਸੀ, ਇਹ ਬੱਚਿਆਂ ਨੂੰ ਵੀ ਪਾਲਦੇ ਸੀ, ਘਰ ਦੇ ਵਿੱਚ ਬੱਚਿਆਂ ਲਈ ਰੋਟੀ ਵੀ ਬਣਾਉਂਦੇ ਸੀ, ਇੰਨੀਆਂ ਸਾਰੀਆਂ ਰਿਹਰਸਲਾਂ ਵੀ ਦੇਖਦੇ ਸੀ, ਇਹ ਜਿਹੜੇ ਰਿਹਰਸਲਾਂ ਤੇ ਆਉਂਦੇ ਸੀ ਇਹਨਾਂ ਨੂੰ ਚਾਹ ਵੀ ਪਿਆਉਂਦੇ ਸੀ। ਇਹ ਇੰਨੇ ਸਾਰੇ ਕੰਮ ਤੁਸੀਂ ਕਰ ਕਿੱਦਾਂ ਲੈਂਦੇ ਸੀਗੇ? ਉਸ ਵੇਲੇ ਚਾਹ ਸੀ, એનર્ਜੀ ਸੀ। ਬਿਲਕੁਲ। ਜੇ ਤੁਹਾਡੇ ਸਰੀਰ 'ਚ ਸ਼ਕਤੀ ਹੈ, ਜੇ ਤੁਸੀਂ ਤੁਹਾਨੂੰ ਜਨੂਨ ਦੀ ਹੱਦ ਤੱਕ ਮਤਲਬ ਤੁਹਾਨੂੰ ਉਸ ਕੰਮ ਦੇ ਵਿੱਚ ਕਰਨ ਦਾ ਸ਼ੌਂਕ ਹੈ, ਤਾਂ ਤੁਸੀਂ ਸਭ ਕੁਝ ਮੈਨੇਜ ਕਰ ਲੈਂਦੇ ਹੋ। ਅਸੀਂ ਕਈ ਵਾਰੀ ਤੁਹਾਨੂੰ ਪਤਾ ਹੀ ਹੈ ਇਸ ਫੀਲਡ ਦੇ ਹੋ, ਸੁਬਾਹ 5 ਵਜੇ ਅਸੀਂ ਆਉਣਾ, ਵਾਪਸ ਆ ਕੇ ਬੱਚਿਆਂ ਨੂੰ ਥੋੜੀ ਬਹੁਤ ਬੱਚਿਆਂ ਨੇ ਸੌ ਜਾਣਾ, ਮੈਂ ਨਾਲ ਦੀ ਨਾਲ ਰਸੋਈ 'ਚ ਵੜ ਜਾਣਾ, ਰਸੋਈ 'ਚ ਵੜ ਕੇ ਉਹਨਾਂ ਦਾ ਬ੍ਰੇਕਫਾਸਟ ਤਿਆਰ ਕਰਨਾ ਸਾਰਿਆਂ ਦਾ, ਫਿਰ ਦੁਪਹਿਰ ਦੀ ਰੋਟੀ ਵੀ ਬਣਾ ਕੇ ਜਾਣੀ ਔਰ ਬੱਚਿਆਂ ਨੂੰ ਤਿਆਰ ਵੀ ਕਰਨਾ, ਫਿਰ ਸਕੂਲ ਵਿੱਚ ਚਲੇ ਜਾਣਾ। ਸਕੂਲ ਦੇ ਵਿੱਚ ਨੀਂਦ ਆਉਂਦੀ ਹੁੰਦੀ ਜ਼ਰੂਰ, ਪਰ ਅੱਖਾਂ ਜਾਂ ਤਾਂ ਪਾਣੀ ਦੇ ਛਿੱਟੇ ਮਾਰਨੇ, ਛਿੱਟੇ ਮਾਰ ਮੁਰ ਕੇ ਚਲੋ ਉੱਥੋਂ ਦੀ ਡਿਊਟੀ ਵੀ ਨਿਭਾਉਣੀ, ਆ ਜਾਣਾ। ਸੌਰੀ, ਸ਼ਾਮ ਨੂੰ ਫੇਰ ਰਿਹਰਸਲਾਂ ਹੋਣੀਆਂ ਅਗਲੇ ਪ੍ਰੋਗਰਾਮਾਂ ਦੀਆਂ, ਅਗਲੇ ਨਾਟਕਾਂ ਦੀਆਂ। ਤਾਂ ਮੈਂ ਕੀ ਕਰਨਾ ਕਿ ਚੁੱਲ੍ਹੇ ਤੇ ਜਾ ਕੇ, ਉਦੋਂ ਗੈਸ ਵੀ ਨਹੀਂ ਸੀ, ਸਟੋਵ ਬਾਲਣੇ, ਉੱਥੇ ਜਾ ਕੇ ਸਬਜ਼ੀ ਧਰ ਆਉਣੀ, ਜਾਂ ਫੇਰ ਵਾਪਸ ਆ ਜਾਣਾ ਫੀਲਡ ਦੇ ਵਿੱਚ ਰਿਹਰਸਲ ਵਾਲੀ ਥਾਂ ਦੇ ਉੱਤੇ, ਇੱਥੇ ਆ ਕੇ ਰਿਹਰਸਲਾਂ ਦੇ ਡਾਇਲੋਗ ਬੋਲਣੇ, ਵਾਪਸ ਜਾ ਕੇ ਕੜਛੀ ਮਾਰੇ ਆਉਣੀ, ਆ ਕੇ ਫੇਰ ਇੱਧਰ ਆ ਜਾਣਾ।
ਤਾਂ ਇੱਕ ਵਾਰੀ ਕੀ ਹੋਇਆ ਕਿ ਮੈਂ ਉੱਥੇ ਸਬਜ਼ੀ ਮੱਚਣ ਲੱਗੀ ਤੇ ਮੈਂ ਉਹਨੂੰ ਠੀਕ ਜਾ ਕਰਨ ਲੱਗੀ। ਜਿਵੇਂ ਕਿ ਲੀਜਾ ਨੇ ਸੁਪਨ ਨੇ ਦੱਸਿਆ ਕਿ ਪਾਪਾ ਨੂੰ ਗਾਲ ਕੱਢਣ ਦੀ ਆਦਤ ਸੀ, ਸੂਰ ਦੇ ਬੱਚੇ ਹੈ, ਉਹ ਕਿੱਧਰ ਮਰ ਗਈ ਤੁਹਾਡੀ ਮਾਂ ਮਤਲਬ ਏਦਾਂ ਉਹਨਾਂ ਨੇ ਗੱਲ ਜੀ ਕੀਤੀ। ਤਾਂ ਮੈਂ ਖਿਆ ਵੀ ਮੇਰਾ ਤਾਂ ਰੋਲ ਆ ਗਿਆ। ਤਾਂ ਮੈਂ ਫਿਰ ਉੱਥੋਂ ਵਿੱਚੇ ਸਾਰਾ ਕੁਝ ਛੱਡ ਕੇ ਸਟੋਵ ਬੰਦ ਕਰਕੇ ਫਿਰ ਮੈਂ ਸਟੇਜ ਦੇ ਉੱਤੇ ਉਸ ਰਿਹਰਸਲ ਵਾਲੀ ਥਾਂ ਤੇ ਗਈ ਔਰ ਆਪਣਾ ਜਿਹੜਾ ਪਰਫਾਰਮੈਂਸ ਕਰਨੀ ਸੀ ਉਹ ਕੀਤੀ, ਉਹ ਡਾਇਲੌਗ ਡਿਲੀਵਰ ਕੀਤੇ ਔਰ ਫਿਰ ਵਾਪਸ ਆਈ। ਇਹ ਸਾਰਾ ਕੁਝ ਕੇਵਲ ਤਾਂ ਹੀ ਹੁੰਦਾ। ਬਿਲਕੁਲ। ਮੈਂ ਨਾ ਤੁਹਾਡੇ ਕੋਲੋਂ ਇਸ ਲਈ ਬੁਲਵਾ ਰਿਹਾ, ਸੁਣਨਾ ਚਾਹੁੰਦਾ ਕਿ ਸਾਡੇ ਜਿਹੜੇ ਯੰਗ ਲੋਕ ਨੇ ਜਿਹੜੇ ਹੁਣ ਥੀਏਟਰ ਚ ਆਉਂਦੇ ਆ, ਉਹ ਰਾਤ ਨੂੰ ਸ਼ੋਅ ਕਰਕੇ ਆਉਣ ਤੇ ਉਹ ਸਵੇਰੇ ਆ ਕੇ ਮੁੜ ਕੇ ਕਹਿਣਗੇ ਅਗਲੇ ਦਿਨ ਜੇ ਰਿਹਰਸਲ ਹੈ ਸ਼ਾਮ ਨੂੰ, ਭਾਜੀ ਅੱਜ ਥੱਕ ਗਏ, ਸ਼ਾਮ ਨੂੰ ਰਿਹਰਸਲ ਤੇ ਨਹੀਂ ਆਇਆ ਜਾਣਾ। ਮੈਂ ਕਹਿੰਦਾ ਦੇਖੋ ਤੁਸੀਂ ਇੰਨੇ ਕੰਮ ਕਰਦੇ ਸੀ, ਸਕੂਲੇ ਬੱਚਿਆਂ ਨੂੰ ਪੜ੍ਹਾਉਂਦੇ ਸੀ, ਬੱਚਿਆਂ ਨੂੰ ਸਕੂਲ ਚ ਵੀ ਰਿਹਰਸਲ ਕਰਾਉਂਦੇ ਸੀ, ਘਰ ਬੱਚਿਆਂ ਲਈ ਖਾਣਾ ਬਣਾਉਂਦੇ ਸੀ, ਸ਼ਾਮ ਨੂੰ ਆਪਣੀ ਰਿਹਰਸਲ ਵੀ ਕਰਦੇ ਸੀ ਔਰ ਨਾਲ ਨਾਲ ਰਸੋਈ ਚ ਖਾਣਾ ਵੀ ਬਣਾਉਂਦੇ ਸੀ। ਕਈ ਵਾਰੀ ਇਹ ਵੀ ਹੁੰਦਾ ਹੋਣਾ ਰਸੋਈ ਚ ਕੜਛੀ ਮਾਰਦੇ ਮਾਰਦੇ ਰਿਹਰਸਲ ਚ ਵੀ ਕੜਛੀ ਲੈ ਕੇ ਆ ਜਾਂਦੇ ਹੋਵੋਗੇ। ਉਦਾਂ ਵੀ ਹੋ ਜਾਂਦਾ। ਹੋ ਸਕਦਾ, ਪੋਸੀਬਲ ਹੈ, ਕੋਈ ਦਿੱਕਤ ਨਹੀਂ। ਹਾਂ ਮੈਂ ਕੋਈ ਵੱਡੀ ਗੱਲ ਹੈ, ਛੋਟੀ ਗੱਲ ਨਹੀਂ, ਲੈ ਕੇ ਜਾਇਆ ਜਾ ਸਕਦਾ ਹੈ। ਹੱਥ 'ਚ ਕੜਛੀ ਜਾ ਕੇ ਤੇ ਡਾਇਲੌਗ ਬੋਲਣ ਲੱਗ ਜਾਓ। ਹਾਂ ਬਿਲਕੁਲ। ਬਹੁਤ ਵਧੀਆ। ਮੈਂ ਇਸ ਲਈ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਜਿਹੜਾ ਸੰਘਰਸ਼ ਹੈ, ਇਹ ਜਿਹੜੀ ਮਿਹਨਤ ਹੈ, ਔਰ ਮਿਹਨਤ ਸੰਘਰਸ਼ ਤੋਂ ਵੱਧ ਹੈ ਡਿਸਿਪਲਿਨ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ। ਬਿਲਕੁਲ ਅਸੀਂ ਇਸ ਡਿਸਿਪਲਿਨ ਚੋਂ ਬਹੁਤ ਲੰਘੇ ਹੋਏ ਹਾਂ ਔਰ ਮੈਂ ਤਾਂ ਕਿਉਂਕਿ ਮੇਰੀ ਟ੍ਰੇਨਿੰਗ ਇਸ ਤਰ੍ਹਾਂ ਦੀ ਹੈ ਕਿ ਉਸ ਡਿਸਿਪਲਿਨ ਦੀ, ਤੇ ਮੈਨੂੰ ਸੀ ਕਿ ਤੁਸੀਂ ਆਲਰੇਡੀ ਉਹ ਡਿਸਿਪਲਿਨ ਦੇ ਵਿੱਚੋਂ ਲੰਘੇ ਹੋਏ ਹੋ ਤੇ ਇਹ ਜਿਹੜੇ ਯੰਗ ਲੋਕ ਕੰਮ ਕਰਦੇ ਆ ਇਹ ਡਿਸਿਪਲਿਨ ਜ਼ਰੂਰ ਉਸ ਨੂੰ ਫੋਲੋ ਕਰਨ ਵੀ ਇੰਨੀ ਜਲਦੀ ਨਹੀਂ ਕਿ ਜਿਵੇਂ ਮੇਰੀ ਆਦਤ ਹੈ ਕਿ ਅਸੀਂ ਰਾਤ ਨੂੰ ਸਵੇਰੇ 5 ਵਜੇ ਵੀ ਘਰ ਪਹੁੰਚੀਏ ਸਵੇਰੇ ਤੇ ਮੈਂ ਫਿਰ 6 ਵਜੇ ਉੱਠ ਖਲੋਣਾ ਵਾ, ਫਿਰ ਆਪਣੇ ਕੰਮ ਕਰੀਦੇ, ਫਿਰ ਆਫਿਸ ਆਈਦਾ, ਫਿਰ ਰਿਹਰਸਲਾਂ ਕਰੀਦੀਆਂ, ਲਿਖੀਦਾ, ਪੜ੍ਹੀਦਾ, ਸਾਰੇ ਕੰਮ ਕਰੀਦੇ ਆ। ਵੀ ਮੈਨੂੰ ਸਵੇਰੇ ਮੈਂ ਆਪਣੇ ਬੜੇ ਕਲਾਕਾਰਾਂ ਨੂੰ ਦੱਸਦਾ ਹੁੰਦਾ ਕਿ ਮੈਨੂੰ ਸਵੇਰੇ ਕੋਈ 6-7 ਵਜੇ ਤੋਂ ਬਾਅਦ ਜਿਹੜਾ ਬੰਦਾ ਸੁੱਤਾ ਹੋਵੇ ਮੈਨੂੰ ਸਭ ਤੋਂ ਭੈੜਾ ਲੱਗਦਾ। ਕੋਈ 7-8 ਵਜੇ ਸੁੱਤਾ ਹੋਵੇ, ਮੈਂ ਕਹਿੰਦਾ ਇਹ ਬਹੁਤ ਮਾੜਾ ਬੰਦਾ ਹੋਏਗਾ, ਇਸ ਤੋਂ ਸੁਸਤ ਬੰਦਾ ਕੋਈ ਨਹੀਂ ਹੈ। ਮੈਨੂੰ ਦੁਪਹਿਰ ਨੂੰ ਸੌਣ ਵਾਲੇ ਵੀ ਚੰਗੇ ਨਹੀਂ ਲੱਗਦੇ, ਹੈ ਨਾ। ਮੈਨੂੰ ਇਹੋ ਜਿਹੇ ਕਿ ਦੁਪਹਿਰ ਨੂੰ ਕਿਉਂ ਸੌਣਾ, ਏਡੀ ਕਿਹੜੀ ਗੱਲ ਹੋ ਗਈ ਆ, ਵੀ ਤੁਸੀਂ ਕੰਮ ਕਰੋ ਆਪਣਾ। ਤੇ ਉਹ ਮੇਰੇ ਕਲਾਕਾਰ ਕਹਿਣਗੇ ਨਹੀਂ ਭਾਜੀ ਸਾਡੇ ਕੋਲ ਨਹੀਂ ਇਸ ਤਰ੍ਹਾਂ ਹੋਣਾ, ਤੁਸੀਂ ਕਰ ਸਕਦੇ ਹੋ ਏਦਾਂ। ਪਰ ਇਹ ਡਿਸਿਪਲਿਨ ਜਿਹੜਾ ਹੈ ਨਾ, ਇਹ ਜਿਹੜੀ ਮਿਹਨਤ ਹੈ, ਇਹੀ ਤੁਹਾਨੂੰ ਕੁਝ ਬਣਾਉਂਦੀ ਹੈ। ਸੋ ਮੈਂ ਇਸੇ ਤਰ੍ਹਾਂ ਹੀ ਮੈਂ ਮਨਜੀਤ ਤੁਹਾਡੇ ਕੋਲੋਂ ਵੀ ਕੁਝ ਏਦਾਂ ਦੀ ਡਿਸਿਪਲਿਨ ਦੀ ਕੋਈ ਔਲਖ ਸਾਹਿਬ ਦੀ ਕੋਈ ਯਾਦ, ਕੁਝ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਨਾਲ ਜੁੜੀ ਹੋਈ ਤੁਹਾਡੇ ਜਿਹੜੇ ਕੰਮ ਦੇ ਵਿੱਚ ਜਾਂਦਿਆਂ ਹੋਏ ਕੁਝ ਗੱਲ ਤੁਹਾਡੇ ਕੋਲ ਸੁਣਨੀ ਚਾਹੁੰਦਾ। ਫਿਰ ਉਸ ਤੋਂ ਬਾਅਦ ਮੈਂ ਇੱਕ ਕਾਮਨ ਸਵਾਲ ਵੱਲ ਆਵਾਂਗਾ। ਕੌਣ? ਮਾਈਕ ਔਨ ਕਰ ਲਓ ਮਨਜੀਤ, ਤੁਹਾਡਾ ਮਾਈਕ ਔਨ ਨਹੀਂ ਹੈ। ਨਹੀਂ ਮਾਈਕ ਔਨ ਨਹੀਂ ਹੋਇਆ ਤੁਹਾਡਾ, ਤੁਹਾਡਾ ਮਾਈਕ ਆਫ ਹੈ। ਅੱਜ ਲੀਜ਼ਾ ਟੈਕਨੀਕਲ ਐਕਸਪਰਟ ਬਣੀ ਹੋਈ ਹੈ, ਉਹ ਸਾਰਿਆਂ ਦੇ ਕਮਰੇ 'ਚ ਭੱਜ ਕੇ ਜਾ ਰਹੀ ਹੈ। ਹਾਂਜੀ ਆ ਰਹੀ ਆਵਾਜ਼ ਜੀ? ਹਾਂਜੀ ਹਾਂ, ਉਹ ਸਾਰੇ ਕਮਰਿਆਂ 'ਚ ਭੱਜ ਕੇ ਆਪਣਾ ਦੇਖੋ ਮੇਰੇ ਕੋਲ ਐਕਚੁਅਲੀ ਮੈਂ ਉਹਦੇ ਤੇ ਆ ਲੈਪਟਾਪ ਤੇ, ਮੇਰੇ ਸਾਹਮਣੇ ਸਾਰੇ ਆ ਰਹੇ ਆ। ਪਤਾ ਲੱਗ ਰਿਹਾ ਅਜਮੀਤ ਕਦੋਂ ਆਪਣਾ ਆਫ ਕਰਕੇ ਵਿਚਾਰੀ ਭੱਜ ਕੇ ਕਦੀ ਸੁਭਾਸ਼ ਦਾ ਮਾਈਕ ਠੀਕ ਕਰਨ ਜਾਂਦੀ ਹੈ, ਕਦੀ ਮੈਡਮ ਦੀ ਲਾਈਟ ਠੀਕ ਕਰਨ ਜਾਂਦੀ ਹੈ। ਉਹਨਾਂ ਲਾਈਟ ਫਿਰ ਆਪਣੀ ਨਾ ਚਿਹਰੇ ਤੋਂ ਆਫ ਕਰ ਲਈ ਹੈ। ਲੀਜ਼ਾ ਉਹਨਾਂ ਦੀ ਲਾਈਟ ਠੀਕ ਕਰਦੀ। ਹਾਂਜੀ ਜੀ ਹਾਂਜੀ ਚਾਲ ਸਾਹਿਬ। ਹਾਂਜੀ ਭਾਜੀ, ਉਹਨਾਂ ਦਾ ਇੱਕ ਸੁਭਾਅ ਸੀ, ਘਰੇ ਜੋ ਮਰਜ਼ੀ ਹੋ ਜਾਂਦਾ, ਪੈਸੇ ਡਿੱਗ ਪੈਣੇ, ਕੁਛ ਟੁੱਟ ਜਾਣਾ, ਕੁਛ ਖਰਾਬ ਹੋ ਜਾਣਾ, ਕੋਈ ਪਰਵਾਹ ਨਹੀਂ ਸੀ ਕਰਨੀ। ਪਰ ਸਟੇਜ ਤੇ ਮਾੜੀ ਜਿਹੀ ਵੀ ਡਿਸਟਰਬੈਂਸ ਬਰਦਾਸ਼ਤ ਨਹੀਂ ਸੀ ਕਰਦੇ। ਜਿੰਨਾ ਚਿਰ ਨਾਟਕ ਪੂਰਾ ਨਹੀਂ ਹੁੰਦਾ ਸਟੇਜ ਤੇ ਪੱਬਾਂ ਭਾਰ ਖੜੇ ਰਹਿੰਦੇ। ਇੱਕ ਵਾਰੀ ਕੀ ਹੋਇਆ, ਅਸੀਂ ਖਾਲਸਾ ਸਕੂਲ ਦੀ ਸਟੇਜ ਤੇ ਨਾਟਕ ਖੇਡ ਰਹੇ ਸੀ। ਜਿਸ ਵਿਅਕਤੀ ਨੇ ਸਾਡੀ ਮੇਕਅਪ ਕੀਤੀ ਸੀ ਉਹਦੇ ਮਨ 'ਚ ਥੋੜੀ ਜਿਹੀ ਮੈਲ ਸੀ ਕਿ ਇਹਨਾਂ ਦਾ ਨਾਟਕ ਇੱਥੇ ਕਾਮਯਾਬ ਨਾ ਹੋਵੇ। ਉਸਨੇ ਜਾਣ ਬੁੱਝ ਕੇ ਇੱਕ ਵਿਅਕਤੀ ਦੇ ਵੈਸੇ ਉਹੀ ਮਿੱਚੀ ਦਾੜੀ ਜੀ ਲਾ ਕੇ ਤੇ ਮੁੱਛਾਂ ਲਾ ਕੇ ਸਟੇਜ ਤੇ ਭੇਜ ਦਿੱਤਾ। ਅੱਧ ਜਾਣੀ ਰਾਤ ਨਾਟਕ ਖੇਡ ਰਹੇ ਸੀ, ਵੈਸੇ ਭੇਜਤਾ, ਵੈਸੇ ਉਹਦੀ ਐਂਟਰੀ ਕਰਾਤੀ।
ਤੇ ਆਪ ਸਾਹਿਬ ਖੱਬੇ ਪਾਸੇ ਸਟੇਜ ਤੇ ਖੜੇ ਸੀ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੌਣ ਆ ਗਿਆ। ਭੱਜ ਕੇ ਸਟੇਜ ਤੇ ਚੜ੍ਹ ਕੇ ਵੱਡੀ ਮੋਟੀ ਗਾਲ ਕੱਢੀ ਤੇ ਧੱਕਾ ਦੇ ਕੇ ਉਹਨੂੰ ਸਟੇਜ ਤੋਂ ਥੱਲੇ ਸਿੱਟਤਾ। ਕੋਈ ਪਰਵਾਹ ਨਹੀਂ ਕਰੀ ਵੀ 7 ਵਜੇ ਨਹੀਂ। ਇਸੇ ਤਰ੍ਹਾਂ ਇੱਕ ਵਾਰੀ ਅਸੀਂ ਮਾਨਸਾ ਗਾਂਧੀ ਸਕੂਲ 'ਚ ਨਾਟਕ ਖੇਡ ਰਹੇ ਸੀ, ਇੱਕ ਸ਼ਰਾਬੀ ਬੰਦਾ ਸਟੇਜ ਤੇ ਚੜ੍ਹਿਆ ਆ, ਉਹਨਾਂ ਨੇ ਆ ਕੇ ਪਿੱਛੋਂ ਧੌਣ ਤੋਂ ਫੜ ਕੇ ਉਹਦੇ ਥੱਪੜ ਮਾਰਦੇ ਹੋਏ ਪਿੱਛੇ ਬੈਕ ਸਟੇਜ ਤੇ ਲੈ ਗਏ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਨਾਟਕ ਦਾ ਸੀਨ ਸੀ ਜਾਂ ਕੋਈ ਵੈਸੇ ਸਟੇਜ ਤੇ ਚੜ੍ਹਾ ਆਇਆ ਸੀ। ਜਾਨੀ ਨਾਟਕ ਦੇ ਪ੍ਰਤੀ ਉਹ ਇੰਨੇ ਪ੍ਰਤੀਬੱਧ ਸੀ, ਨਾਟਕ ਦੇ ਵਿੱਚ ਕਦੇ ਵੀ ਕੋਈ ਊਂਟ ਆਈ ਜਾਂ ਕੋਈ ਡਿਸਟਰਬੈਂਸ ਉਹ ਬਰਦਾਸ਼ਤ ਨਹੀਂ ਸੀ ਕਰਦੇ। ਇਹ ਉਹਨਾਂ ਦੀ ਬੜੀ ਹੀ ਵੱਡੀ ਵਿਲੱਖਣਤਾ ਸੀ ਭਾਜੀ। ਬਿਲਕੁਲ ਇਹ ਚੀਜ਼ ਮੈਂ ਸਮਝਦਾ ਇੱਕ ਡਾਇਰੈਕਟਰ ਦਾ ਨਾ ਉਸ ਵੇਲੇ ਜੋ ਕੁਝ ਨਾਟਕ ਦਾ ਡਾਇਰੈਕਟਰ ਕੀ ਜਿਹੜਾ ਦਿਲੋਂ ਕਲਾਕਾਰ ਹੈ ਰੰਗਮੰਚ ਦਾ, ਤੇ ਉਹ ਬਿਲਕੁਲ ਨਹੀਂ ਕਦੀ ਇਸ ਤਰ੍ਹਾਂ ਬਰਦਾਸ਼ਤ ਕਰਦਾ। ਔਰ ਇਹ ਬੜੀਆਂ ਘਟਨਾਵਾਂ ਸਾਡੀ ਜ਼ਿੰਦਗੀ 'ਚ ਵੀ ਵਾਪਰਦੀਆਂ ਰਹੀਆਂ। ਮੈਂ ਤੇ ਆਪ ਬੜੇ ਕੁੱਟੇ ਆ ਪਰਦੇ ਦੇ ਪਿੱਛੇ ਖੜ ਕੇ ਜਿਹੜੇ ਇਨਡਿਸਪਲਿਨ ਕ੍ਰੀਏਟ ਕਰਦੇ ਸੀ। ਸੁਪਨ, ਮੈਂ ਸੁਪਨ ਤੁਹਾਡੇ ਕੋਲ, ਸੁਪਨ ਤੁਸੀਂ ਮਾਈਕ ਔਨ ਕਰ ਲਓ। ਸੁਪਨਦੀਪ ਤੁਹਾਡਾ ਮਾਈਕ ਔਨ ਨਹੀਂ ਹੈ। ਮੈਂ ਜਾਵਾਂ ਜੀ। ਉਹਦਾ ਸੁਪਨਦੀਪ ਨੂੰ ਸੁਣਾਈ ਦੇ ਰਿਹਾ? ਮੈਨੂੰ ਹਿਸਾਬ ਆ ਗਿਆ ਥੋੜਾ ਜਿਹਾ। ਅੱਛਾ, ਤੁਸੀਂ ਸਾਰੇ ਜਣੇ ਲੀਜ਼ਨ ਰੱਖੋ, ਹੈ ਨਾ? ਹਾਂਜੀ ਹਾਂਜੀ ਹਾਂਜੀ। ਸਾਰੇ ਹੁਣ ਉਹਨੂੰ ਕਹੋ ਜੀ ਟੈਕਨੀਕਲੀ ਐਡਵਾਈਜ਼ਰ ਬਣ ਜਾ ਸਾਡੀ, ਸਾਰਾ ਕੁਝ ਸਿਖਾ ਸਾਨੂੰ। ਹਾਂਜੀ ਬਿਲਕੁਲ। ਸਕਰੀਨ, ਇੱਕ ਮਿੰਟ ਇਹ ਸਕਰੀਨ ਆਫ ਹੋ ਗਈ ਹੁਣ ਇਹਦੀ। ਨਹੀਂ ਠੀਕ ਹੈ, ਆ ਰਹੀ ਮੇਰੇ ਕੋਲ, ਆ ਰਹੀ ਤੁਹਾਡੀ ਫੋਟੋ। ਠੀਕ ਹੈ ਜੀ, ਠੀਕ ਹੈ। ਅੱਛਾ ਸਰ ਇਦਾਂ, ਹਾਂਜੀ ਸਵਾਲ ਦੱਸਿਓ ਪਲੀਜ਼। ਹਾਂ ਨਹੀਂ, ਮੇਰਾ ਸਵਾਲ ਇਹੀ ਸੀਗਾ ਕਿ ਜਿਹੜਾ ਡਿਸਪਲਿਨ ਦੇ ਮਾਮਲੇ 'ਚ ਔਲਖ ਸਾਹਿਬ ਜਿਸ ਤਰ੍ਹਾਂ ਸਟ੍ਰਿਕਟ ਵੀ ਸੀ, ਮਿਹਨਤ ਕਰਵਾਉਂਦੇ ਸੀ, ਉਹ ਜਦੋਂ ਰਿਹਰਸਲ ਕਰਵਾ ਰਹੇ ਹੁੰਦੇ ਸੀ, ਕੁਝ ਉਦਾਂ ਦਾ ਪ੍ਰੋਸੈਸ ਹੋਰ ਜ਼ਰਾ ਸਾਂਝਾ ਕਰੋ ਔਲਖ ਸਾਹਿਬ। ਇਹ ਡਿਸਪਲਿਨ ਦੇ ਪੱਖ ਤੋਂ ਡੈਡੀ ਦਾ ਮਤਲਬ ਬਹੁਤ ਸਖਤ ਰਵੱਈਆ ਸੀਗਾ, ਖਾਸ ਤੌਰ ਤੇ ਜਿਹੜਾ ਥੀਏਟਰ ਦੇ ਸੰਬੰਧ 'ਚ। ਘਰੇ ਨਹੀਂ, ਘਰੇ ਬਿਲਕੁਲ ਰਿਲੈਕਸ ਰਹਿੰਦੇ ਸੀਗੇ। ਤਾਂ ਉਹਦੇ ਵਿੱਚ ਇੱਕ ਗੱਲ ਉਹਨਾਂ ਦੀ, ਜਦੋਂ ਅਸੀਂ ਨਾਟਕ ਕਰਨ ਜਾਂਦੇ ਸੀ ਤਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਸੀਗੀ ਵੀ ਸਭ ਤੋਂ ਪਹਿਲਾਂ ਜਾ ਕੇ ਸਟੇਜ ਦੇਖੋ। ਕਾਰਨ ਕੀ ਸੀ ਕਿ ਸਟੇਜ ਤੇ ਤੁਰ ਫਿਰ ਕੇ ਦੇਖੋ, ਉਹਨੂੰ ਦੇਖੋ ਕਿਤੇ ਕੋਈ ਦਿੱਕਤ ਤਾਂ ਨਹੀਂ, ਤਾਂ ਕਿ ਤੁਹਾਨੂੰ ਪਰਫਾਰਮੈਂਸ ਦੇ ਟਾਈਮ ਜਿਹੜਾ ਹੈਗਾ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਇਹਦੇ 'ਚ ਇੱਕ ਮੈਂ ਤੁਹਾਨੂੰ ਦੱਸੂਗੀ ਕਿ ਡੱਬ ਵਾਲੀ ਅਸੀਂ ਨਾਟਕ ਕਰਨ ਗਏ, ਸਟੇਜ ਤਾਂ ਦੇਖ ਲਈ ਤੇ ਪਰ ਸਾਈਡ ਨਾ ਦੇਖੀ, ਕਨਾਤਾਂ ਲੱਗੀਆਂ ਹੋਈਆਂ ਸੀਗੀਆਂ। ਤਾਂ ਮੇਰਾ ਰੋਲ ਆਇਆ, ਅਸੀਂ ਖੇਡ ਰਹੇ ਸੀਗੇ ਜਦੋਂ ਬੈਕ ਦਾ ਰੋਹ ਉਦੋਂ ਨਾਮ ਸੀਗਾ, ਜਦੋਂ ਬੋਲ ਰੋਂਦੇ ਹਨ। ਤਾਂ ਉਹ ਦਾਣੇ ਢੋਣ ਦਾ ਸੀਨ ਸੀਗਾ ਤੇ ਮੈਂ ਆਪਦੇ ਨਾਲ ਦੇ ਸਾਥੀ ਜਗਜੀਤ ਚਾਹਲ ਨੂੰ ਥਾਂ ਦੇਣ ਲਈ ਜਦੋਂ ਮੈਂ ਪਾਸੇ ਹੋਈ, ਮੇਰੇ ਹੱਥ 'ਚ ਬਾਲਟੀ ਸੀ ਤੇ ਕਨਾਤ ਬਿਲਕੁਲ ਉਹਨਾਂ ਨੇ ਐਂਡ ਤੇ ਲਾਈ ਹੋਈ ਸੀ, ਅੱਗੇ ਪੌੜੀਆਂ ਸੀਗੀਆਂ, ਉਹ ਸਟੇਡੀਅਮ ਸੀ ਜਿੱਥੇ ਪਲੇ ਚੱਲ ਰਿਹਾ ਸੀਗਾ, ਤੇ ਮੈਂ ਉਹਨਾਂ ਪੌੜੀਆਂ ਤੋਂ ਗੇੜੇ ਖਾਂਦੀ ਖਾਂਦੀ ਬਾਲਟੀ ਸਮੇਤ ਥੱਲੇ। ਪਰ ਇੱਕ ਗੱਲ ਜ਼ਰੂਰ ਸੀ ਵੀ ਇਹ ਤਾਂ ਗਲਤੀ ਹੋ ਗਈ ਕਿ ਸਟੇਜ ਦੀ ਇਹ ਸਾਈਡ ਨਹੀਂ ਦੇਖੀ। ਦੂਜੀ ਗਲਤੀ ਨਹੀਂ ਹੋਣ ਦੇਣੀ, ਜਾ ਕੇ ਆਪਦਾ ਡਾਇਲੌਗ ਟਾਈਮ ਤੇ ਬੋਲਣਾ। ਤਾਂ ਉਦੋਂ ਬਾਅਦ ਇਹ ਬਹੁਤ ਚੰਗੀ ਤਰ੍ਹਾਂ ਸਮਝ ਆਈਆਂ ਗੱਲਾਂ ਵੀ ਇਹਨਾਂ ਗੱਲਾਂ ਨੂੰ ਫਿਰ ਮੈਂ ਆਪਣਾ ਜਦੋਂ ਕਾਲਜ ਦੇ ਵਿੱਚ ਅਪਲਾਈ ਕਰਦੀ ਹਾਂ, ਜਦੋਂ ਵੀ ਅਸੀਂ ਕਿਤੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਉਹਨਾਂ ਨੂੰ ਇਹ ਸਾਰੀਆਂ ਗੱਲਾਂ ਪਹਿਲਾਂ ਦੱਸੀ ਦੀਆਂ ਨੇ। ਜਦੋਂ ਫੈਸਟੀਵਲ ਤੇ ਜਾਈਦਾ ਖਾਸ ਤੌਰ ਤੇ, ਤਾਂ ਫਿਰ ਉਹਨਾਂ ਨੂੰ ਪਹਿਲਾਂ ਸਟੇਜ ਦਿਖਾਈ ਦੀ ਹੈ, ਉਹਦਾ ਆਲਾ ਦੁਆਲਾ ਦਿਖਾਈਦਾ ਹੈ, ਉਹਨਾਂ ਨੂੰ ਥਾਂ ਦੱਸੀ ਦੀ ਹੈ, ਕਿੱਥੇ ਤੁਸੀਂ ਬੈਠਣਾ ਹੈ, ਕਿੱਥੇ ਖੜਨਾ ਹੈ, ਕਿੱਥੋਂ ਆਵਾਜ਼ ਮਾਰਨੀ ਹੈ, ਬੈਕ ਵਾਲਾ ਸਾਰਾ ਹਿੱਸਾ ਉਹਨਾਂ ਨੂੰ ਚੰਗੀ ਤਰ੍ਹਾਂ ਉਹਦੇ ਬਾਰੇ ਦੱਸ ਦੇਈਦਾ। ਦੂਜੀ ਗੱਲ, ਇੱਕ ਡੈਡੀ ਦੀ ਨਾ ਪੱਕੀ ਆਦਤ ਸੀ ਜਦੋਂ ਨਾਟਕ ਚੱਲਦਾ, ਕਿਉਂਕਿ ਉਹ ਇੰਨੀ ਬਰੀਕੀ ਨਾਲ ਨਾਟਕ ਦੀ ਪੇਸ਼ਕਾਰੀ ਨਾਲ ਜੁੜੇ ਹੁੰਦੇ ਸੀਗੇ ਕਿ ਜੋ ਕੁਛ ਸਟੇਜ ਦੇ ਉੱਤੇ ਕਲਾਕਾਰ ਕਰ ਰਿਹਾ ਹੈ, ਉਹ ਬੈਕ ਸਟੇਜ ਡੈਡੀ ਕਰ ਰਹੇ ਨੇ। ਤੇ ਜਦੋਂ ਕੋਈ ਪਿੱਛੋਂ ਉਹਨਾਂ ਨੂੰ ਦੇਖ ਲੈਂਦਾ ਵੀ ਇਹ ਨਾਟਕ ਇੱਕ ਪਿੱਛੇ ਚੱਲੀ ਜਾਂਦਾ ਹੈ, ਤਾਂ ਫਿਰ ਉਹ ਸੰਗ ਜੇ ਵੀ ਜਾਂਦੇ, ਪਰ ਉਹ ਪਤਾ ਨਹੀਂ ਸੀ ਉਹਨਾਂ ਨੂੰ ਲੱਗਦਾ। ਫਿਰ ਇੰਨੇ ਖੁੱਬੇ ਹੁੰਦੇ ਸੀ ਉਹ, ਦੁਬਾਰਾ ਤੋਂ ਉਸਨੂੰ ਸ਼ੁਰੂ ਕਰ ਲੈਂਦੇ ਸੀ। ਇਸ ਚੀਜ਼ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਕਿ ਜਦੋਂ ਕੋਈ ਕੰਮ ਕਰਨਾ ਹੈ ਤਾਂ ਉਹਦੇ 'ਚ ਕਿਸ ਤਰ੍ਹਾਂ ਨਾਲ ਇਨਵੋਲਵ ਹੋ ਕੇ ਕਰਨਾ ਹੈ, ਤਾਂ ਕਿ ਉਹ ਅਸੀਂ ਉਸ ਨੂੰ ਸਿਖਰ ਵੱਲ ਨੂੰ ਲੈ ਕੇ ਜਾਈਏ। ਤਾਂ ਇੱਕ ਚੀਜ਼ ਜਿਹੜੀ ਆਪਾਂ ਆਰਟਿਸਟਾਂ ਦੀ ਕਰਦੇ ਹਾਂ ਕਿ ਬੱਚੇ ਹੁਣ ਦੇ ਜਿਹੜੇ ਨੇ ਉਹ ਜ਼ਿੰਮੇਵਾਰ ਨਹੀਂ ਹਨ ਜਾਂ ਉਨੀ ਮਿਹਨਤ ਨਹੀਂ ਕਰਦੇ। ਇੱਕ ਗੱਲ ਮੈਨੂੰ ਲੱਗਦੀ ਹੈ ਕਿ ਇਹ ਥੀਏਟਰ ਉਹ ਕੰਮ ਹੈ ਜਿਹੜਾ ਦਿਲੋਂ ਕੀਤਾ ਜਾਂਦਾ ਹੈ। ਇਹ ਕੋਈ ਪੈਸੇ ਕਮਾਉਣ ਦਾ ਸਾਧਨ ਨਹੀਂ ਜਿਹਨੂੰ ਅਸੀਂ ਦਿਮਾਗ ਨਾਲ ਕਰਾਂਗੇ। ਇਹ ਦਿਲ ਦਿਮਾਗ ਦੋਨਾਂ ਨਾਲ ਚੱਲਦਾ ਹੈ। ਤੇ ਉਹਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਬੱਚੇ
ਜਿਹੜੇ ਖੁਸ਼ੀ ਨਾਲ ਆਉਂਦੇ ਨੇ ਉਹ ਲਾਜ਼ਮੀ ਤੌਰ ਤੇ ਇੰਨੇ ਸਮਰਪਿਤ ਹੁੰਦੇ ਨੇ। ਅਸੀਂ ਜਦੋਂ ਕਾਲਜ 'ਚ ਨਾਟਕ ਲਈ ਟੀਮ ਚੁਣਦੇ ਆ ਤਾਂ ਬੱਚਿਆਂ ਨੂੰ ਪਹਿਲਾਂ ਥੀਏਟਰ 'ਚ ਆਉਣ ਵਾਲੀਆਂ ਸਮੱਸਿਆਵਾਂ ਦੱਸਦੇ ਆ। ਉਹਨਾਂ ਨੂੰ ਇਹਦਾ ਚੰਗਾ ਪੱਖ ਨਹੀਂ ਦੱਸਦੇ। ਚੰਗਾ ਪੱਖ ਮਤਲਬ ਕਿ ਕਈ ਵਾਰੀ ਹੁੰਦਾ ਕੋਈ ਬੱਚਾ ਆਉਂਦਾ ਉਹਨੂੰ ਆਇਆ ਵੀ ਮੈਂ 4 ਦਿਨ ਨਾਟਕ ਕਰੂੰਗਾ, ਫਿਰ ਮੈਂ ਫਿਲਮ 'ਚ ਜਾਊਂਗਾ, ਪਤਾ ਨਹੀਂ ਮੈਂ ਏਦਾਂ ਦਾ ਉਹ ਗਲੈਮਰ ਜਿਹਾ ਦਿਮਾਗ 'ਚ ਹੁੰਦਾ ਹਨਾ। ਤਾਂ ਉਹਨਾਂ ਨੂੰ ਦੱਸੀਦਾ ਘਰੋਂ ਰੋਟੀਆਂ ਲੈ ਕੇ ਆਓ, ਇੱਥੇ ਬਹਿ ਕੇ ਖਾਓ, ਸਾਰੇ ਦਿਨ ਦੀਆਂ ਲੈ ਕੇ ਆਓ, ਕਾਲਜ ਨੇ ਤੁਹਾਨੂੰ ਕੁਝ ਨਹੀਂ ਦੇਣਾ, ਇੱਥੇ ਦਰੀਆਂ ਵਿਛਾਓ, ਇੱਥੇ ਪੈਣਾ ਵੀ ਹੈ। ਇਹਨਾਂ ਸਮੱਸਿਆਵਾਂ ਨਾਲ 2-4 ਹੋ ਕੇ ਜਦੋਂ ਬੱਚੇ ਅੱਗੇ ਨੂੰ ਨਿਕਲਦੇ ਆ ਤੇ ਉੱਥੇ ਉਹਨਾਂ ਨੂੰ ਜਦੋਂ ਕੁਝ ਵੀ ਵਧੀਆ ਮਿਲਦਾ ਹੈ ਤਾਂ ਉਹ ਖੁਸ਼ ਵੀ ਹੁੰਦੇ ਨੇ। ਤੇ ਇਹ ਗੱਲ ਉਹਨਾਂ ਦੇ ਮਨਾਂ 'ਚ ਇਹ ਜ਼ਰੂਰ ਕਿਤੇ ਨਾ ਕਿਤੇ ਲੈ ਕੇ ਜਾਂਦੀ ਹੈ ਕਿ ਅਸੀਂ ਜਿਸ ਤਬਕੇ ਲਈ ਖਾਸ ਤੌਰ ਤੇ ਨਾਟਕ ਕਰ ਰਹੇ ਹਾਂ ਇਹ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਉਹਨਾਂ ਲਈ ਅਸੀਂ ਕੀ ਯਤਨ ਕਰਨੇ ਆ, ਅਸੀਂ ਇਹ ਨਾਟਕ ਕਿਉਂ ਕਰ ਰਹੇ ਹਾਂ। ਇਹ ਨਾਟਕ ਅਸੀਂ ਉਹਨਾਂ ਲੋਕਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਪ੍ਰਦਰਸ਼ਨੀ ਕਰਕੇ ਉਹਨਾਂ ਨੂੰ ਉਹਨਾਂ ਸਮੱਸਿਆਵਾਂ ਪ੍ਰਤੀ ਜਿਹੜਾ ਹੈ ਸਮਝਾ ਕੇ ਇਹਦੇ ਵਿੱਚੋਂ ਅਸੀਂ ਕੱਢਣ ਦਾ ਯਤਨ ਕਰਨਾ ਹੈ। ਸੋ ਬੱਚੇ ਬੜੇ ਜ਼ਿੰਮੇਵਾਰ ਹੋ ਕੇ ਨਿਕਲਦੇ ਨੇ। ਪਰ ਇੱਕ ਗੱਲ ਜ਼ਰੂਰ ਹੈ ਕਿ ਪਹਿਲਾਂ ਵਾਲੀਆਂ ਟੀਮਾਂ ਦੇ ਮੁਕਾਬਲੇ ਹੁਣ ਵਾਲੇ ਜਿਹੜੇ ਬੱਚੇ ਨੇ ਉਹ ਥੋੜਾ ਜਿਹਾ ਸੌਣ ਨੂੰ ਤੇ ਮੋਬਾਈਲ ਨੂੰ ਥੋੜੀ ਜਿਹੀ ਵੱਧ ਤਰਜੀਹ ਦਿੰਦੇ ਨੇ। ਕਿਤੇ ਨਾ ਕਿਤੇ ਇਹ ਨੁਕਸਾਨ ਜਿਹੜਾ ਇਹਦੇ ਬਾਰੇ ਵੀ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਵੀ ਸਾਰਿਆਂ ਨੂੰ ਉਹਨਾਂ ਨੂੰ ਸੁਚੇਤ ਕਰਨਾ ਪੈਣਾ ਹੈਗਾ। ਤੇ ਜਿਹੜੀ ਉਹਨਾਂ ਦੀ ਇਹ ਗੱਲ ਸੀ ਕਿ ਮੌਕਾ ਸੰਭਾਲਣ ਵਾਲੀ ਸੀ, ਉਹ ਦੋ ਤੁਹਾਨੂੰ ਇੱਕ ਤਾਂ ਮੈਂ ਪਹਿਲਾਂ ਸੁਣਾ ਦਿੱਤੀ ਕਿ ਨਵੀਨ ਦਾ ਜਿਹੜਾ ਉਹਨਾਂ ਨੇ ਕਿਸ ਤਰ੍ਹਾਂ ਭੱਜੀਆਂ ਬਾਹਾਂ ਦੇ ਵਿੱਚ ਮੌਕਾ ਸੰਭਾਲਿਆ, ਉਸ ਸਟੇਜ ਨੂੰ ਖਾਲੀ ਨਹੀਂ ਛੱਡਿਆ, ਕਿਸੇ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਨਾਟਕ ਰੁਕਿਆ। ਤੇ ਦੂਜਾ ਮੈਂ ਦੱਸਣ ਲੱਗੀ ਆ ਮੇਰੇ ਥਾਂ ਤਾਂ ਨਹੀਂ ਯਾਦ ਪਰ ਬਗਾਨੇ ਬੋਰਡ ਦੀ ਸ਼ਾਨ ਨਾਟਕ ਦੇ ਵਿੱਚ ਡੈਡੀ ਨੇ ਆਪ ਗੱਜਣ ਸਿੰਘ ਦਾ ਰੋਲ ਕੀਤਾ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੰਜਾ ਵੀ ਜਿਹੜਾ ਹੈ ਸਟੇਜ ਤੇ ਸਹੀ ਥਾਂ ਤੇ ਨਹੀਂ ਹੈ ਤੇ ਖੁੰਡ ਵੀ ਥੋੜਾ ਜਿਹਾ ਹੋਰ ਪਾਸੇ ਨੂੰ ਪਿਆ, ਮੰਜਾ ਤਾਂ ਉਹਨਾਂ ਨੇ ਆਪ ਹੀ ਸਰਕਾ ਕੇ ਜੇ ਠੀਕ ਕਰ ਲਿਆ ਤੇ ਨਾਲ ਦੀ ਨਾਲ ਬਿੰਦਰ ਨੂੰ ਕਿਹਾ ਉਹ ਭਾਈ ਆ ਕੀ ਤਾਂ ਆਊਗਾ ਤੇਰਾ ਖੁੰਡ ਵੀ, ਇਹ ਪਤਾ ਨਹੀਂ ਇੱਧਰ ਨਿਆਣੇ ਖੇਡਦੇ ਕਰ ਦਿੰਦੇ ਇਹਨੂੰ ਮਾੜਾ ਜਿਹਾ ਪਰਾਂ ਨੂੰ ਕਰਦੇ। ਮਤਲਬ ਕਿ ਨਾਟਕ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਆਡੀਅנס ਦੇ ਵਿੱਚ ਕਿ ਕੀ ਹੋ ਗਿਆ, ਪਰ ਨਾਲ ਦੀ ਨਾਲ ਉਹਨਾਂ ਨੇ ਉਸ ਸਟੇਜ ਦੇ ਉੱਤੇ ਜਿਹੜੀ ਸੈਟਿੰਗ ਸੀਗੀ ਤਾਂ ਕਿ ਕਲਾਕਾਰ ਜਦੋਂ ਵੀ ਐਂਟਰੀ ਲਊਗਾ ਉਹ ਉਲਝੇ ਨਾ ਕਿਸੇ ਕਿਸਮ ਦਾ, ਤਾਂ ਉਹਦੇ ਲਈ ਵੀ ਉਹ ਮੌਕੇ ਤੇ ਕਈ ਵਾਰੀ ਅਰੇਂਜ ਇਸ ਤਰ੍ਹਾਂ ਕਰ ਲੈਂਦੇ ਸੀ। ਦੇਖਣ 'ਚ ਬਹੁਤ ਭੋਲੇ ਸੀਗੇ ਪਰ ਕਈ ਗੱਲਾਂ ਉਹਨਾਂ ਦੀਆਂ ਇੰਨੀਆਂ ਕਮਾਲ ਦੀਆਂ ਸੀਗੀਆਂ। ਜਿਵੇਂ ਮੇਰੇ ਲਈ ਖਾਸ ਤੌਰ ਤੇ ਸੀ ਕਿ ਪੜ੍ਹਨਾ ਨੰਬਰ ਲੈਣੇ ਆ, ਮੈਨੂੰ ਨਾਟਕ 'ਚ ਨਹੀਂ ਸੀ ਲਾ ਰਹੇ ਪਹਿਲਾਂ ਕਿਉਂਕਿ ਥੋੜਾ ਜਿਹਾ ਸੀ ਮੈਂ ਮੈਡੀਕਲ ਰੱਖ ਕੇ ਬਹਿ ਗਈ। ਜਦੋਂ ਮੈਨੂੰ ਪਤਾ ਲੱਗਿਆ ਵੀ ਨਾਟਕ ਤਾਂ ਕਮਾਲ ਦੀ ਚੀਜ਼ ਹੈ, ਮੈਂ ਬਿਮਾਰ ਬਮੂਰ ਜੇ ਹੋਣ ਦੇ ਕਈ ਢੰਗ ਤਰੀਕੇ ਲੱਭੇ, ਲੈ ਦੇ ਕੇ ਜੀ ਕੁੱਲ ਮਿਲਾ ਕੇ ਮੈਂ 1 ਸਾਲ ਡ੍ਰੌਪ ਕਰਕੇ ਮੈਂ ਅਗਲੇ ਸਾਲ ਨਾਟਕ ਦੇ ਵਿੱਚ ਆਈ। ਤੇ ਮੇਰੀ ਇਹ ਖੁਸ਼ਕਿਸਮਤੀ ਸੀਗੀ ਕਿ ਮੈਨੂੰ ਡੈਡੀ ਨੇ ਮਨਾ ਨਹੀਂ ਕੀਤਾ। ਅੰਨੇ ਨਿਸ਼ਾਨਚੀ ਦੇ ਵਿੱਚ ਮੈਂ ਕਾਲਜ ਦੇ ਵਿੱਚ ਆਈ, ਉਸ ਤੋਂ ਪਹਿਲਾਂ ਬਗਾਨੇ ਬੋਰਡ ਦੀ ਛਾਂ ਦੇ ਰਾਹੀਂ ਆਈ ਤੇ ਉਦੋਂ ਤੋਂ ਲੈ ਕੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਸਿੱਖੀਆਂ, ਪਿੰਡਾਂ ਦੇ ਵਿੱਚ ਗਏ, ਲੋਕਾਂ 'ਚ ਵਿਚਰੇ। ਤੇ ਇੱਕ ਜਿਹੜੀ ਸੀ ਗੱਲ ਉਹ ਸਾਡੇ ਲਈ ਕੋਈ VIP ਟ੍ਰੀਟਮੈਂਟ ਕਦੇ ਨਹੀਂ ਉਹਨਾਂ ਨੇ ਚਾਹਿਆ ਸੀ ਕਿਤੇ ਵੀ ਜਾ ਕੇ। ਜੋ ਟੀਮ ਲਈ ਹੁੰਦਾ ਸੀ, ਚਾਹੇ ਉਹ ਚਾਹ ਪੀਣੀ ਸੀ ਤਾਂ ਉਹ ਸਾਰੇ ਪੀਣਗੇ, ਚਾਹੇ ਮੈਂ ਨਹੀਂ ਵੀ ਪੀਂਦੀ ਸੀ ਤਾਂ ਮਿਲੂ ਚਾਹ, ਇਹ ਨਹੀਂ ਵੀ ਤੈਨੂੰ ਚਾਹ ਦੀ ਥਾਂ ਤੇ ਕੁਝ ਹੋਰ ਮਿਲੂਗਾ। ਸਾਰਿਆਂ ਦੇ ਬਰਾਬਰ ਰੱਖਦੇ ਸੀ, ਕਿਸੇ 'ਚ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਨਹੀਂ ਸੀ ਕਿ ਕੋਈ ਉੱਚਾ ਜਾਂ ਨੀਵਾਂ ਜਾਂ ਕੋਈ ਕਿਸੇ ਨਾਲ ਵਿਤਕਰਾ ਕਰਨਾ ਹੈ। ਮੈਨੂੰ ਇਹ ਬਹੁਤ ਪਸੰਦ ਸੀ ਉਹਨਾਂ ਦੀਆਂ ਗੱਲਾਂ ਤੇ ਮੈਂ ਇਹਨਾਂ ਨੂੰ ਆਪਣੇ ਨਾਲ ਰੱਖਿਆ ਹੋਇਆ। ਵਾਹ ਲੱਗਦੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਪ੍ਰੈਕਟੀਕਲੀ ਅਪਲਾਈ ਕਰਦੀ। ਬਿਲਕੁਲ, ਇਹ ਬਹੁਤ ਅੱਛੀ ਗੱਲ ਹੈ ਇਹ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਕਿ ਥੀਏਟਰ ਦੇ ਵਿੱਚ ਮੈਂ ਸਮਝਦਾ ਬਹੁਤ ਅਹਿਮ ਨੇ ਕਿ ਤੁਸੀਂ ਜੋ ਕੁਝ ਜਿਹੜਾ ਬੰਦਾ ਅੱਗੇ ਲੱਗ ਕੇ ਤੁਰਦਾ ਹੈ ਨਾ, ਟੀਮਕਾਰੀ ਲੈ ਕੇ ਤੁਰਦਾ ਹੈ, ਉਹਨੇ ਸਾਰਾ ਕੁਝ ਕਿਵੇਂ ਸੰਭਾਲਣਾ ਹੈ, ਕਿਵੇਂ ਇੰਪਰੋਵਾਈਜ਼ ਕਰਨਾ ਹੈ, ਇਹ ਬਹੁਤ ਵੱਡੀ ਰਿਸਪੌਂਸਿਬਿਲਟੀ। ਔਰ ਔਲਖ ਸਾਹਿਬ ਤਾਂ ਕਿਉਂਕਿ ਲਿਖਦੇ ਵੀ ਸੀ ਨਾਲ, ਇਹ ਇੱਕ ਹੋਰ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਸੀ। ਔਰ ਕਿਸ ਤਰ੍ਹਾਂ ਨਵੇਂ ਤੋਂ ਨਵੇਂ ਸਬਜੈਕਟ ਤੇ ਲਿਖਣਾ, ਲੋਕਾਂ ਦਾ ਨਾਟਕ ਬਣਾ ਕੇ ਲਿਖਣਾ, ਇਹ ਬੜੀ ਵੱਡੀ ਗੱਲ ਸੀ ਉਹਨਾਂ ਦੇ। ਅਜਮੀਤ, ਮੈਂ ਤੁਹਾਡੇ ਕੋਲੋਂ ਹੁਣ ਜ਼ਰੂਰ, ਰੁਪਾਲ ਤੁਸੀਂ ਬੈਠੇ ਹੋ ਨਾਲ, ਤੁਹਾਡਾ ਕਿਉਂਕਿ ਰੁਪਾਲ ਤੁਸੀਂ ਸੁਣਦੇ ਪਏ ਹੋ ਤੇ ਤੁਸੀਂ ਆਪਣਾ ਕੈਮਰਾ ਔਨ ਕਰਕੇ ਜ਼ਰਾ ਸਾਹਮਣੇ ਆਇਓ। ਅਜਮੀਤ, ਮੈਂ ਚਾਹੁੰਦਾ ਤੁਸੀਂ ਕੁਝ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਯਾਦਾਂ ਨੇ ਔਲਖ ਸਾਹਿਬ ਦੀਆਂ, ਜਿਹੜੀ ਕੰਟਰੀਬਿਊਸ਼ਨ ਵੀ ਹੈ ਔਰ ਜਿਹੜੀਆਂ ਥੀਏਟਰ ਨਾਲ ਜੁੜੀਆਂ ਹੋਈਆਂ, ਤੁਹਾਡੇ ਰੰਗਮੰਚ ਦੇ ਨਾਲ ਜੁੜੀਆਂ ਹੋਈਆਂ, ਔਰ ਜਿਹੜੀਆਂ
ਲੋਕਾਂ ਦੇ ਵਿੱਚ ਜਾਣਾ ਔਰ ਵੱਡੇ ਨਾਟਕਕਾਰ ਹੋ ਕੇ ਵੀ ਬੜੇ ਆਮ ਲੋਕਾਂ ਦੀ ਤਰ੍ਹਾਂ ਉੱਥੇ ਗਲੀ ਮਹੱਲੇ ਦੇ ਵਿੱਚ ਵੀ, ਮਾਨਸਾ ਦੇ ਵਿੱਚ ਵੀ, ਮੈਨੂੰ ਯਾਦ ਹੈ ਅਸੀਂ ਇੱਕ ਵੱਡਾ ਫੈਸਟੀਵਲ ਕੀਤਾ ਸੀਗਾ 27 ਮਾਰਚ ਦਾ, ਉਦੋਂ ਉੱਥੇ ਬਹੁਤ ਸਾਰੇ ਤੇ ਉਦੋਂ ਮੇਰੇ ਖਿਆਲ ਅਜਮੀਤ ਉਦੋਂ ਥੋੜੀ ਤੋਂ ਛੋਟੀ ਹੋਣੀ ਹੈ ਨਾ, ਮਸ਼ਾਲ ਮਾਰਚ ਕੱਢਿਆ ਸੀ ਜਦੋਂ ਮਸ਼ਾਲ ਮਾਰਚ ਵੀ ਮਸ਼ਾਲ ਮਾਰਚ ਹੋਇਆ ਸੀ ਤੁਹਾਡੇ ਘਰੋਂ ਲੈ ਕੇ 2 ਦਿਨ ਦਾ ਫੈਸਟੀਵਲ ਕੀਤਾ ਸੀ। ਕਾਫੀ ਸਾਰੇ ਬਹੁਤ ਸਾਰੇ ਦਿੱਲੀ ਤੋਂ ਵੀ ਲੋਕ ਆਏ ਸੀ, ਉਹ ਅਸੀਂ ਕੇਂਦਰੀ ਰੰਗਮੰਚ ਸਭਾ ਵੱਲੋਂ ਕਾਫੀ ਵੱਡਾ। ਸੋ ਮੈਂ ਵੇਖਿਆ ਸੀ ਕਿ ਉਦੋਂ ਆਰਗੇਨਾਈਜ਼ ਬਹੁਤ ਵਧੀਆ, ਤੁਹਾਡੀ ਸਾਰੀ ਟੀਮ ਬੜੀ ਭੱਜ ਨੱਸ ਕਰ ਰਹੀ ਸੀ ਉਹਦੇ ਵਿੱਚ। ਸੋ ਇੱਕ ਆਰਗੇਨਾਈਜੇਸ਼ਨਲ ਜਿਹੜੀ ਕੈਪੈਸਿਟੀ ਸੀ ਉਹਨਾਂ ਦੀ, ਅਜਮੀਤ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਉਹ ਚੀਜ਼ਾਂ ਨੂੰ ਕਿੱਦਾਂ ਆਰਗੇਨਾਈਜ਼ ਕਰ ਲੈਂਦੇ ਸੀ ਇੰਨਾ ਖੂਬਸੂਰਤੀ ਦੇ ਨਾਲ, ਇੰਨੇ ਡਿਸਪਲਿਨ ਦੇ ਨਾਲ ਸਾਰਾ ਕੁਝ। ਉਹਨਾਂ ਦੀ ਡਿਸਪਲਿਨ ਦੀ ਗੱਲ ਕਰੀਏ ਜਾਂ ਉਹਨਾਂ ਦੇ ਆਰਗੇਨਾਈਜੇਸ਼ਨ, ਮਤਲਬ ਉਹਨਾਂ ਲਈ ਸਾਰੇ ਜਿਹੜੇ ਹੈਗੇ ਆ ਕਲਾਕਾਰ ਸੀ ਸਭ ਬਰੋਬਰ ਸੀ। ਜਿਵੇਂ ਦੀਦੀ ਨੇ ਦੱਸਿਆ ਹੈਗਾ, ਕਿਸੇ ਦੇ ਨਾਲ ਇਹ ਨਹੀਂਗਾ ਕਿ ਇਹ ਮੇਰਾ ਕਲਾਕਾਰ ਹੈ ਜਾਂ ਇਹ ਮੇਰੀ ਬੇਟੀ ਹੈਗੀ, ਕਿਸੇ ਤਰ੍ਹਾਂ ਦਾ ਕੋਈ ਜਿਹੜਾ ਫਰਕ ਨਹੀਂ ਸੀ ਰੱਖਦੇਗੇ। ਜੇ ਡਿਸਿਪਲਿਨ ਪੂਰਾ ਰੱਖਦੇ ਸਨ, ਮਤਲਬ ਜੇ ਮੈਂ ਰਿਹਰਸਲ ਦੇ ਦੌਰਾਨ ਟਾਈਮ ਦੇ ਉੱਤੇ ਨਹੀਂ ਪਹੁੰਚੀ ਜਾਂ ਕਈ ਵਾਰੀ ਬੱਚੇ ਹੁੰਦੇ ਛੋਟੇ ਹੁੰਦੇ ਸੀਗੇ ਤਾਂ ਅਸੀਂ ਰੋਲ ਕਰਕੇ ਇੱਧਰ ਉੱਧਰ ਸਾਈਡ ਤੇ ਹੋ ਜਾਣਾ, ਫਿਰ ਆਪਦੀਆਂ ਗੱਲਾਂ 'ਚ ਲੱਗ ਜਾਣਾ, ਤਾਂ ਉਦੋਂ ਪਾਪਾ ਨੇ ਸਾਰਿਆਂ ਨੂੰ ਚੁੱਪ ਕਰਾ ਦੇਣਾ ਕਿ ਜਿਹਨੇ ਰੋਲ ਕਰਨਾ ਹੈ ਤਾਂ ਇੱਥੇ ਬੈਠੋ, ਇਹ ਨਹੀਂ ਹੈ ਚੁੱਪ ਕਰਕੇ ਬੈਠੋ, ਨਹੀਂ ਸਾਈਡ ਤੇ ਦੂਰ ਜਾ ਕੇ ਬੈਠੋ। ਬੜੀਆਂ ਗਾਲਾਂ ਪੈਂਦੀਆਂ ਉਦੋਂ ਸਾਡੇ। ਫਿਰ ਜਦੋਂ ਅਸੀਂ ਥੋੜਾ ਬਹੁਤ ਵੀ ਲੇਟ ਹੋ ਜਾਣਾ ਤਾਂ ਬੜੀਆਂ ਸਾਨੂੰ ਝਿੜਕਾਂ ਮਿਲਦੀਆਂ। ਇਹ ਨਹੀਂ ਦੇਖਦੇ ਸੀ ਕਿੱਥੇ ਇੰਨੇ ਜਾਣੇ ਖੜੇ ਹੈਗੇ, ਸਾਰੇ ਚਾਹੇ ਮੈਂ ਸੀ, ਮੰਮੀ ਸੀ, ਜੋਤੀ ਸੀ, ਕੋਈ ਵੀ ਹੁੰਦਾ ਸੀ, ਹਰ ਇੱਕ ਦੇ ਗਾਲਾਂ ਉਨੀਆਂ ਹੀ ਪੈਂਦੀਆਂ ਜਿੰਨੀਆਂ ਦੂਸਰੇ ਕਲਾਕਾਰ ਦੇ ਪੈਂਦੀਆਂ ਸੀਗੀਆਂ। ਇਹ ਜੇ ਅਸੀਂ ਮੈਂ ਗੱਲ ਕਰਾਂ ਕਿ ਉਹਨਾਂ ਦੀ ਜਿਵੇਂ ਗਾਲਾਂ ਜਿਵੇਂ ਸਾਡੇ ਪੈਂਦੀਆਂ ਨਾ, ਉਵੇਂ ਜੇ ਕੋਈ ਕਲਾਕਾਰ ਲੇਟ ਹੋ ਜਾਂਦਾ, ਮਤਲਬ ਜਾਣਾ ਹੁੰਦਾ ਸੀਗਾ, ਟੀਮ ਲੈ ਕੇ ਜਾਣਾ ਹੈਗਾ, ਉਧਰੋਂ ਡਿਸਿਪਲਿਨ ਇੰਨਾ ਹੁੰਦਾ ਸੀ ਕਿ ਟਾਈਮ ਤੇ ਹੀ ਤੁਰਨਾ ਹੈਗਾ, ਇਸ ਤੋਂ ਲੇਟ ਨਹੀਂ ਹੋਣਾ, ਜਿਹੜਾ ਟਾਈਮ ਦਿੱਤਾ। ਜੇ ਕੋਈ ਕਲਾਕਾਰ ਨਹੀਂ ਪਹੁੰਚਦਾ ਤਾਂ ਉਸਨੂੰ ਪਹਿਲਾਂ ਹੀ ਇਹ ਵਾਰਨਿੰਗ ਹੁੰਦੀ ਸੀ ਕਿ ਸਾਰੇ ਕਲਾਕਾਰਾਂ ਨੇ ਜੇ 5 ਵਜੇ ਤੁਰਨਾ ਤਾਂ 4:45 ਇੱਥੇ ਪਹੁੰਚਣਾ ਹੀ ਪਹੁੰਚਣਾ। ਜਿਹੜਾ ਕੋਈ ਲੇਟ ਆਊਗਾ ਉਹ ਆਪਣੇ ਆਪ ਖੁਦ ਜਿਹੜਾ ਹੈਗਾ ਕਿਵੇਂ ਮਰਜ਼ੀ ਹੈ ਉੱਥੇ ਨਾਟਕ ਵਾਲੀ ਥਾਂ ਦੇ ਉੱਤੇ ਪਹੁੰਚ ਜਾਇਓ, ਚਾਹੇ ਉਹ ਦੂਰ ਹੋਵੇ ਚਾਹੇ ਨੇੜੇ ਹੋਵੇ, ਉਹ ਜ਼ਿੰਮੇਵਾਰੀ ਕਲਾਕਾਰ ਦੀ ਖੁਦ ਦੀ ਹੋਵੇਗੀ। ਇੱਕ ਵਾਰ ਇਸੇ ਤਰ੍ਹਾਂ ਦੀ ਤੁਹਾਨੂੰ ਘਟਨਾ ਦੱਸਣ ਲੱਗੀ ਆ। ਅਸੀਂ ਸੰਗਰੂਰ ਨੇੜੇ, ਮੈਨੂੰ ਐਕਚੁਅਲੀ ਜਗ੍ਹਾ ਨਹੀਂ ਯਾਦ ਉਹ ਕਿੱਥੇ ਹੈਗੀ, ਅਸੀਂ ਕਿਤੇ ਪਲੇ ਕਰਨ ਜਾਣਾ ਸੀਗਾ। ਸਾਡੇ ਇੱਕ ਕਲਾਕਾਰ ਸੀ ਦਰਸ਼ਨ ਘਾਰੂ, ਪ੍ਰੀਤਮ ਵੀਰ ਜੀ ਵੀ ਜਾਣਦੇ, ਤੁਸੀਂ ਵੀ ਜਾਣਦੇ ਹੋ ਦਰਸ਼ਨ ਘਾਰੂ। ਹਾਂਜੀ, ਉਹ ਚਨਾਦੇ ਪਾਣੀ 'ਚ ਬਹੁਤ ਅੱਛਾ ਰੋਲ ਕਰਦਾ ਸੀ। ਹਾਂਜੀ ਹਾਂਜੀ ਹਾਂਜੀ, ਬਹੁਤ ਅੱਛਾ ਐਕਟਰ ਸੀ ਤੁਹਾਡਾ। ਹਾਂਜੀ, ਪਰ ਉਹ ਇਨਡਿਸਿਪਲਿਨ ਬਹੁਤ ਨੇਗੇ ਉਹਨਾਂ ਦਾ ਜਿਹੜਾ ਉਹ ਟਾਈਮ ਤੇ ਪਹੁੰਚੇ ਨਹੀਂ ਗਏ। ਅਸੀਂ ਉਧਰੋਂ ਸਾਰੀ ਟੀਮ ਤਿਆਰ ਸੀ, ਪਾਪਾ ਨੇ ਜਿੰਨੀਆਂ ਗਾਲਾਂ ਦੇਣੀਆਂ ਸੀ ਉਹ ਤਾਂ ਸਾਡੇ ਬਾਕੀ ਸਾਰੇ ਕਲਾਕਾਰਾਂ ਨੂੰ ਦਿੱਤੀਆਂ, ਤੇ ਜਦੋਂ ਉਹ ਨਹੀਂ ਪਹੁੰਚੇ ਸਾਰੇ ਰਾਹ ਵੀ ਆਏ ਵੀ ਗਾਲਾਂ ਉਹਨਾਂ ਨੂੰ ਪੈਂਦੀਆਂ ਗਈਆਂ। ਮਤਲਬ ਹੈ ਨਹੀਂ ਸੀ ਪ੍ਰੈਜ਼ੈਂਟ, ਫਿਜ਼ੀਕਲੀ ਪ੍ਰੈਜ਼ੈਂਟ ਹੈ ਨਹੀਂ ਸੀ ਕਿਉਂਕਿ ਪਹੁੰਚੇ ਨਹੀਂ, ਲੇਟ ਹੋ ਗਏ। ਤੇ ਪਾਪਾ ਨੇ ਉਹ ਕਿਹਾ ਵੀ ਛੱਡੋ ਉਹਨੂੰ, ਕੋਈ ਹੋਰ ਉੱਥੇ ਜਾ ਕੇ ਢਾਪਣ ਕਰਾਂਗੇ ਪਰ ਨਾਟਕ ਸਿਰੇ ਲਾਵਾਂਗੇ। ਇਹ ਨਹੀਂ ਹੈਗਾ ਵੀ ਉਹ ਨਹੀਂ ਆਇਆ ਤਾਂ ਵੀ ਆਪਾਂ ਉਹਦਾ ਵੀ ਆਪਾਂ ਨਾਟਕ ਨਹੀਂ ਕੈਂਸਲ ਕਰਨਾ ਹੈਗਾ। ਚਲੋ ਥਾਂ ਦੇ ਉੱਤੇ ਚਲੇ ਗਏ। ਇਨ ਬਿਟਵੀਨ ਕਿ ਬਿੱਟੂ ਨੂੰ ਤਿਆਰ ਕਰਵਾਤਾ, ਸੁਭਾਸ਼ ਨੂੰ ਜਿਹੜਾ ਹੈਗਾ ਸਾਈਂ ਲੋਕ ਦਾ ਜਿਹੜਾ ਹੈਗਾ ਰੋਲ ਆ ਉਹ ਤਿਆਰ ਕਰਵਾਤਾ। ਉਸ ਸਮੇਂ ਨਾਟਕ ਸੀਗਾ ਜਦੋਂ ਬੋਲ ਰੋਂਦੇ ਹਨ, ਉਹਦੇ ਵਿੱਚ ਸਾਈਂ ਲੋਕ ਦਾ ਜਿਹੜਾ ਹੈਗਾ ਕਿਰਦਾਰ ਉਹ ਦਰਸ਼ਨ ਘਾਰੂ ਕਰ ਰਹੇ ਸੀਗੇ, ਪਰ ਕਿਉਂਕਿ ਟਾਈਮ ਤੇ ਨਹੀਂ ਪਹੁੰਚੇ ਇਸ ਕਰਕੇ ਤੁਰੰਤ ਜਿਹੜਾ ਇਹ ਰੋਲ ਹੈਗਾ ਇਹ ਬਿੱਟੂ ਨੂੰ ਸੁਭਾਸ਼ ਨੂੰ ਤਿਆਰ ਕਰਵਾਇਆ ਗਿਆ। ਪਰ ਜਦੋਂ ਨਾਟਕ ਚੱਲ ਰਿਹਾ ਸੀ, ਸ਼ੁਰੂ ਹੋ ਗਿਆ, ਪਾਪਾ ਸਟੇਜ ਦੇ ਉੱਤੇ ਭਗਤੇ ਦਾ ਰੋਲ ਕਰ ਰਹੇ ਸੀ, ਉਹ ਬੈਠੇ ਸਨ ਉੱਥੇ, ਤਾਂ ਅਚਾਨਕ ਸਟੇਜ ਦੇ ਉੱਤੇ ਪਹੁੰਚਿਆ ਦਰਸ਼ਨ ਘਾਰੂ। ਦਰਸ਼ਨ ਘਾਰੂ ਜਿਹੜਾ ਉਹ ਟਾਈਮ ਦੇ ਉੱਤੇ ਉੱਥੇ ਪਹੁੰਚ ਕੇ ਉਹਨੇ ਬਿੱਟੂ ਨੂੰ ਕਿਹਾ ਸਟੇਜ ਦੇ ਉੱਤੇ ਨਹੀਂ ਚੜ੍ਹਨ ਦਿੱਤਾ, ਕਹਿੰਦੇ ਨਹੀਂ ਮੈਂ ਇਹ ਰੋਲ ਜਿਹੜਾ ਹੈਗਾ ਮੈਂ ਕਰੂੰਗਾ। ਤਾਂ ਪਾਪਾ ਨੇ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੀ ਹਾਸੀ ਵੀ ਨਿਕਲ ਗਈ, ਪਰ ਉਹਨਾਂ ਨੇ ਉਹਨਾਂ ਦੇ ਮੂੰਹ ਦੇ ਉੱਤੇ ਕੋਲੇ ਪਰਨਾ ਸੀ, ਉਹਨਾਂ ਨੇ ਪਰਨੇ ਨਾਲ ਆਪਦਾ ਮੂੰਹ ਢੱਕਿਆ ਤੇ ਨਾਲੇ ਉਹਨਾਂ ਨੂੰ ਗਾਲਾਂ ਕੱਢੀ ਜਾਣ, ਨਾਲੇ ਕਰੀ ਜਾਣੇ ਸੂਰ ਦਾ ਪੁੱਤ ਕਿੱਥੋਂ ਆ ਗਿਆ, ਨਾਲੇ ਸੂਰ ਦਾ ਪੁੱਤ ਕਿੱਥੋਂ ਆਇਆ। ਮਤਲਬ ਉਹਨਾਂ ਦੀ ਡਿਸਿਪਲਿਨ ਦੇ ਬਾਰੇ ਗੱਲ ਕਰ ਰਹੀ ਸੀ ਮੈਂ। ਡਿਸਿਪਲਿਨ ਉਹਨਾਂ 'ਚ ਇਹ ਸੀਗਾ ਕਿ ਜੇ ਕੋਈ ਕਲਾਕਾਰ ਟਾਈਮ ਤੇ ਨਹੀਂ ਸੀ ਪਹੁੰਚਦਾ ਤਾਂ ਉਸਨੂੰ ਛੱਡ ਕੇ ਵੀ ਜਾਣਾ ਉਹਨਾਂ ਨੂੰ ਮਨਜ਼ੂਰ ਸੀਗਾ, ਪਰ ਉਹ ਕਹਿੰਦੇ ਸੀ ਨਾਟਕ ਨਹੀਂ ਰੁਕੂ, ਉਹਦੀ ਥਾਂ ਦੇ ਉੱਤੇ ਕੁਝ ਵੀ ਢਾਪਣ ਕਰਨੀ ਪਵੇ ਉਹ ਕੀਤੀ ਜਾਵੇਗੀ।
ਹਾਂ ਬਿਲਕੁਲ ਬਿਲकुल ਮੈਂ ਤੇ ਆਪ ਕਈ ਵਾਰੀ ਛੱਡ ਗਿਆ ਜਿਹੜਾ ਟਾਈਮ ਸਿਰ ਨਹੀਂ ਪਹੁੰਚਿਆ ਉਹ ਰਾਹ 'ਚ ਜਾਂਦੇ ਜਾਂਦੇ ਇੱਕ ਹੋਰ ਤਿਆਰ ਕਰ ਲਈਦਾ ਹਾਂਜੀ ਇਸ ਤਰ੍ਹਾਂ ਬੜੀ ਵਾਰੀ ਕਰਨਾ ਪੈਂਦਾ ਥੋੜਾ ਜਿਹਾ ਐਕਚੁਅਲੀ ਉਹ ਐਕਟਰ ਨੂੰ ਥੋੜਾ ਜਿਹਾ ਰਿਅਲਾਈਜ਼ ਕਰਵਾਉਣਾ ਪੈਂਦਾ ਹੈ ਕਿ ਤੂੰ ਇਹ ਨਾ ਸੋਚ ਕਿ ਤੇਰੇ ਬਗੈਰ ਕੰਮ ਨਹੀਂ ਚੱਲੇਗਾ ਇਹ ਥੀਏਟਰ ਚੱਲੇਗਾ ਥੀਏਟਰ ਹੋ ਸਕਦਾ ਹੈ ਹਾਂ, ਪਰ ਮੈਂ ਇੱਕ ਗੱਲ ਹੋਰ ਦੱਸੂ, ਪਾਪਾ ਕਲਾਕਾਰ ਨੂੰ ਕੁਝ ਨਹੀਂ ਸੀ ਕਹਿੰਦੇ ਜਿਹੜਾ ਲੇਟ ਹੁੰਦਾ ਸੀ, ਉਹਦੀਆਂ ਗਾਲਾਂ ਦੂਸਰਿਆਂ ਤੇ ਵੰਡ ਕੇ ਆ ਜਾਂਦੀਆਂ ਸੀ ਸਾਰਿਆਂ ਤੇ। ਬਹੁਤ ਵਧੀਆ। ਅੱਛਾ ਮੈਂ ਨਾ ਹੁਣ ਇੱਕ ਬੜਾ ਸੀਰੀਅਸ ਸਵਾਲ ਹੈ ਕਿ ਔਲਖ ਸਾਹਿਬ ਦੀ ਇੰਨੀ ਕੰਟਰੀਬਿਊਸ਼ਨ ਹੈ ਔਰ ਮਾਨਸੇ ਦਾ ਜਦੋਂ ਨਾਮ ਲਿਆ ਜਾਂਦਾ ਤੇ ਔਲਖ ਸਾਹਿਬ ਦਾ ਨਾਮ ਆਪਣੇ ਆਪ ਹੀ ਜ਼ੁਬਾਨ ਤੇ ਆ ਜਾਂਦਾ ਹੈ ਕਿ ਅਜਮੇਰ ਔਲਖ ਦਾ ਸ਼ਹਿਰ ਮਾਨਸਾ ਮਾਨਸਾ ਕਿਹੜਾ ਅਜਮੇਰ ਔਲਖ ਵਾਲਾ ਮਾਨਸਾ ਜਿਹੜਾ ਯਾਨੀ ਕਿ ਇੰਨੇ ਉਹਨਾਂ ਦੀ ਕੰਟਰੀਬਿਊਸ਼ਨ ਹੈ ਤੇ ਮੈਂ ਪਿਛੇ ਜੇ ਪਹਿਲੇ ਵੀ ਗੱਲ ਇੱਕ ਵਾਰੀ ਕੀਤੀ ਸੀ ਮੇਰੇ ਖਿਆਲ ਸੁਪਨ ਨੇ ਵੀ ਉਦੋਂ ਕੋਈ ਕਿਹਾ ਸੀ ਕਿ ਅਸੀਂ ਕੁਝ ਉਹਨਾਂ ਦੀ ਯਾਦ ਵਿੱਚ ਕੋਈ ਆਡੀਟੋਰੀਅਮ ਓਪਨ 에ਅਰ ਥੀਏਟਰ ਬਣਾ ਰਹੇ ਆ ਜਾਂ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਕਿ ਕੋਈ ਪ੍ਰੋਗਰੈਸ ਹੋਈ ਜਾਂ ਕਿ ਤੁਸੀਂ ਕੋਈ ਪਰਿਵਾਰ ਵੱਲੋਂ ਜਾਂ ਕਿਸੇ ਵੱਲੋਂ ਕੁਝ ਇਦਾਂ ਦੀਆਂ ਐਫਰਟਸ ਹੋਈਆਂ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀਆਂ ਮੈਂ ਤੁਹਾਡੇ ਸਾਰਿਆਂ ਵੱਲ ਇਹ ਸਵਾਲ ਹੈ ਕੋਈ ਵੀ ਮੈਨੂੰ ਵੱਖ-ਵੱਖ ਜਵਾਬ ਦੇ ਸਕਦੇ ਹਾਂਜੀ ਭਾਜੀ ਇਹ ਸੁਭਾਸ਼ ਦੱਸਣ ਲੱਗੇ ਕੁਝ ਹਾਂਜੀ ਇਹ ਸ਼ੁਰੂ ਕੀਤਾ ਸੀ ਭਾਜੀ ਇਹ ਚੱਲ ਵੀ ਰਹੀ ਹੈ ਗੱਲਬਾਤ ਇਨ ਬਿਟਵੀਨ ਇੱਕ ਮਾਨਸਾ ਦੇ ਵਿੱਚ ਬਾਬਾ ਨਾਨਕ ਦੇ ਜਨਮ ਦਿਹਾੜੇ ਤੇ ਜਿਹੜਾ ਬਣਾਇਆ ਨਾ ਇੱਕ ਸੈਂਟਰਲ ਪਾਰਕ ਬਣਿਆ ਕਾਫੀ ਵੱਡਾ ਕਾਫੀ ਅੱਛਾ ਬਹੁਤ ਖੂਬਸੂਰਤ ਮਤਲਬ ਸੱਚੀ ਪਾਰਕ ਬਣਿਆ ਇੱਕ ਉਸ ਪਾਰਕ ਦੇ ਵਿੱਚ ਉਹਨਾਂ ਨੇ ਇੱਕ ਇਹ ਰੱਖਿਆ ਜ਼ੋਨ ਓਪਨ 에ਅਰ ਥੀਏਟਰ ਰੱਖਿਆ ਸੀ ਤਾਂ ਬਾਅਦ ਦੇ ਵਿੱਚ ਉਹ ਸ਼ਹਿਰੀਆਂ ਦੀ ਮੰਗ ਤੇ ਜਾਂ ਪ੍ਰਸ਼ਾਸਨ ਖੁਦ ਵੀ ਚਾਹੁੰਦਾ ਸੀ ਇੱਕ ਤਾਂ ਉਹ ਓਪਨ 에ਅਰ ਥੀਏਟਰ ਹੈ ਜਿਹੜਾ ਔਲਖ ਸਾਹਿਬ ਨੂੰ ਦੇ ਨਾਮ ਨੂੰ ਸਮਰਪਿਤ ਕਰਕੇ ਇਹਨਾਂ ਨੇ ਉੱਥੇ ਉਹ ਬਣਾਤਾ ਸੈਂਟਰਲ ਪਾਰਕ ਦੇ ਵਿੱਚ ਜਿਹੜੀ ਸੀ ਗੱਲ ਆਡੀਟੋਰੀਅਮ ਦੀ ਉਹ ਇੱਥੇ ਮਾਤਾ ਸੁੰਦਰੀ ਕਾਲਜ ਦੇ ਵਿੱਚ ਬਣਨ ਦੇ ਲਈ ਇੱਕ ਕਾਫੀ ਵੱਡੀ ਜਿਹੜੀ ਸੀਗੀ ਉਹ ਸ਼ੁਰੂ ਹੋ ਰਹੀ ਸੀ ਤੇ ਵਿਚਾਲਿਆ ਜਿਹੜਾ ਇਹ ਲੱਗਦਾ ਸੀ ਵੀ ਸ਼ਾਇਦ ਇਸ ਸਾਲ ਇਹ ਸਿਰੇ ਚੜ ਵੀ ਜਾਊਗਾ ਕਿਉਂਕਿ ਜਿੱਦਾਂ ਸੁਣੀਦਾ ਜਾਂ ਕੋਈ ਪ੍ਰੋਫੈਸਰ ਔਲਖ ਕਮੇਟੀ ਜਿਹੜੀ ਮਾਨਸਾ ਯਾਦਗਾਰੀ ਕਮੇਟੀ ਮਾਨਸਾ ਦੇ ਸ਼ਹਿਰ ਵਾਸੀਆਂ ਨੇ ਬਣਾਈ ਹੋਈ ਆ ਭਾਜੀ ਇਹ ਜਾ ਕੇ ਉੱਥੇ ਮੈਡਮ ਨੂੰ ਪ੍ਰਿੰਸੀਪਲ ਨੂੰ ਜਾਂ ਡੀਸੀ ਮੈਡਮ ਨੂੰ ਜਾਂ ਹਰਸਿਮਰਤ ਨੂੰ ਇਹਨਾਂ ਨੂੰ ਮਿਲਦੇ ਰਹੇ ਨੇਗੇ ਲੀਡਰਾਂ ਟਾਈਪ ਨੂੰ ਵੀ ਉਹ ਲੱਗਦਾ ਸੀ ਵੀ ਸਿਰੇ ਚੜ ਜੂ ਪਰ ਇਹਨਾਂ ਵਿੱਚ ਵੀ ਨਾ ਕਰੋਨਾ ਸੰਕਟ ਆਉਣ ਕਰਕੇ ਇਹ ਗੱਲ ਕਿਤੇ ਨਾ ਕਿਤੇ ਉੱਥੇ ਰੁਕੀ ਰਹਿ ਗਈ ਇੱਕ ਵਾਰੀ ਇਹ ਗੱਲ ਰੁਕੀ ਹੋਈ ਹੈ ਪਰ ਕੰਮ ਚੱਲ ਰਿਹਾ ਹੈ ਤੇ ਜ਼ਿਕਰ ਹੋ ਰਿਹਾ ਗੱਲ ਹੋ ਰਹੀ ਹੈ ਬਾਰ-ਬਾਰ ਇਹ ਧਿਆਨ ਚ ਲਿਆਂਦੀ ਜਾ ਰਹੀ ਹੈ ਪ੍ਰਸ਼ਾਸਨ ਦੀ ਫਿਰ ਅੱਗੋਂ ਤਾਂ ਹੁਣ ਦੇਖਦੇ ਨਹੀਂ ਇਹ ਤੇ ਹੁੰਦਾ ਕੀ ਹੈ ਕੋਈ ਸੁਪਨ ਤੁਸੀਂ ਕੁਝ ਕਹਿਣਾ ਚਾਹ ਰਹੇ ਹਾਂ ਮਾਈਕ ਔਨ ਕਰ ਲਓ ਮਾਈਕ ਔਨ ਕਰੋ ਪਹਿਲੇ ਆਪਣਾ ਨਹੀਂ ਮਾਈਕ ਨਹੀਂ ਔਨ ਹੋਇਆ ਮਾਈਕ ਨਹੀਂ ਔਨ ਹੋਇਆ ਮਾਈਕ ਸੈਕਿੰਡ ਮੈਨੂੰ ਲੱਗਦਾ ਟਾਈਮ ਲੱਗ ਗਿਆ ਥੋੜਾ ਜਿਹਾ ਹੁਣ ਹਾਂ ਆ ਗਿਆ ਹੁਣ ਆ ਰਹੀ ਹੈ ਮੇਰੇ ਖਿਆਲ ਆਵਾਜ਼ ਤੁਹਾਨੂੰ ਮੇਰੀ ਜੀ ਜੀ ਠੀਕ ਠੀਕ ਹਾਂ ਮੈਂ ਇੱਕ ਦੁੱਖ ਹੈ ਮੈਨੂੰ ਇਸ ਗੱਲ ਦਾ ਸ਼ਾਇਦ ਹੋਰ ਵੀ ਰੰਗਕਰਮੀਆਂ ਨੂੰ ਹੋਊਗਾ ਡੈਡੀ ਦਾ ਬਹੁਤਾ ਸਮਾਂ ਨਹਿਰੂ ਮੈਮੋਰੀਅਲ ਕਾਲਜ ਦੇ ਵਿੱਚ ਬੀਤਿਆ ਹਾਂ ਔਰ ਔਲਖ ਨਾਟਕਕਾਰ ਵੀ ਉੱਥੇ ਹੀ ਬਣਿਆ ਪਰ ਨਾਟਕਕਾਰ ਬਣਨ ਕਰਕੇ ਨਹਿਰੂ ਕਾਲਜ ਔਰ ਮਾਨਸਾ ਦੁਨੀਆ ਦੇ ਨਕਸ਼ੇ ਤੇ ਗਿਆ ਇੱਥੇ ਬਹੁਤ ਵਿਦਿਆਰਥੀ ਪੜ੍ਹ ਕੇ ਗਏ ਨੇ ਜਿਹੜੇ ਬਹੁਤ ਅੱਛੇ ਮੈਂ ਕਹਿੰਦੀ ਹਾਂ ਵੀ ਪੈਸੇ ਦੇ ਮਾਮਲੇ 'ਚ ਮੈਂ ਉਵੇਂ ਦੀ ਪਦਵੀ ਨਾ ਕਹਾਂ ਪਰ ਬੜੇ ਅੱਛੇ ਮੁਕਾਮ ਤੇ ਨੇ ਸਾਰੇ ਕਾਲਜ ਦੇ ਪੱਧਰ ਤੇ ਹਾਲੇ ਤੱਕ ਵੀ ਮੈਂ ਯਤਨ ਕਰਦੀ ਰਹੀ ਹਾਂ ਪਰ ਫਿਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਣ ਲੱਗ ਜਾਂਦਾ ਵੀ ਜਦੋਂ ਮੈਂ ਯਤਨ ਕਰਦੀ ਹਾਂ ਕਿਤੇ ਨਾ ਕਿਤੇ ਇਹ ਹੁੰਦਾ ਵੀ ਔਲਖ ਦੀ ਬੇਟੀ ਜਿਹੜੀ ਯਤਨ ਕਰ ਰਹੀ ਹੈ ਵੀ ਉਸ ਕਿਸਮ ਦਾ ਹਾਲੇ ਤੱਕ ਸਰਕਾਰ ਤੇ ਨਹੀਂ ਬਣ ਸਕਿਆ ਪ੍ਰੈਸ਼ਰ ਕਿ ਕਾਲਜ ਦੇ ਵਿੱਚ ਉਹਨਾਂ ਦੇ ਨਾਂ ਦਾ ਜਿਹੜਾ ਹੈ ਕੁਝ ਅੱਛਾ ਆਡੀਟੋਰੀਅਮ ਜਾਂ ਇਸ ਕਿਸਮ ਦਾ ਕੁਝ ਬਣੇ ਸਰਕਾਰੀ ਕਾਲਜਾਂ ਦੀਆਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਸਟਾਫ ਪ੍ਰਿੰਸੀਪਲ ਉਸ ਲੈਵਲ ਤੇ ਨਹੀਂ ਕੁਝ ਕਰ ਸਕਦੇ ਜੇ ਇਹ ਡਿਮਾਂਡ ਬਣਾਈ ਜਾਵੇ ਤੇ ਉਦੋਂ ਬਾਅਦ ਇੱਕ ਬਕਾਇਦਾ ਇੱਕ ਤੁਸੀਂ ਸਮਝ ਸਕਦੇ ਹੋ ਸਿਸਟਮ ਹੈ ਜਿਹੜਾ ਮੈਂ ਨਾ ਤੁਹਾਡੀ ਗੱਲ ਇੱਥੇ ਕੱਟ ਰਿਹਾ ਮੈਂ ਤੁਹਾਡੀ ਗੱਲ ਮੈਂ ਇਹ ਗੱਲ ਨਾ ਮੈਂ ਦੂਜੇ ਰੁਖ ਚਾਹੁੰਦਾ
ਤੁਸੀਂ ਕਾਲਜਾਂ ਤੋਂ ਜਿੱਥੇ ਉਹ ਪੜਾਉਂਦੇ ਰਹੇ ਉਹ ਕਾਲਜਾਂ ਦੀ ਹਾਂਜੀ। ਜ਼ਿੰਮੇਵਾਰੀ ਹੈ, ਉਹ ਕਰਦੇ ਆ ਕਿ ਨਹੀਂ ਕਰਦੇ। ਮੈਨੂੰ ਇਹ ਹੈ ਕਿ ਜਿਹੜੀ ਔਲਖ ਸਾਹਿਬ ਦੀ ਯਾਦ ਚ ਕਮੇਟੀ ਬਣੀ ਹੈ, ਤੁਸੀਂ ਪਰਿਵਾਰ ਹੋ, ਔਲਖ ਸਾਹਿਬ ਨੂੰ ਪਿਆਰ ਕਰਨ ਵਾਲੇ ਦੁਨੀਆ 'ਚ ਬੇਸ਼ੁਮਾਰ ਲੋਕ ਨੇ, ਕਿ ਕਿਸੇ ਤਰ੍ਹਾਂ ਦੀ ਕੋਈ ਕਰਕੇ ਉਹ ਆਡੀਟੋਰੀਅਮ ਕੋਈ ਕਿਸੇ ਕਾਲਜ ਦੇ, ਕਿਉਂਕਿ ਬਾਅਦ ਵਿੱਚ ਉਹ ਕਾਲਜ ਦਾ ਹੀ ਰਹਿਣਾ ਹੈ, ਉਹ ਸਿਰਫ ਨਾਮ ਦੇ ਦੇਣਗੇ ਅਜਮੇਰ ਔਲਖ ਆਡੀਟੋਰੀਅਮ, ਅਜਮੇਰ ਔਲਖ ਓਪਨ ਏਅਰ ਥੀਏਟਰ, ਜਿਹਦੀ ਜਿਹੜੀ ਕਿ ਸਾਰੀ ਉਹਦੀ ਵਾਗਡੋਰ ਜਿਹੜੀ ਆ ਕਿ ਉਹ ਤੁਹਾਡੇ ਪਰਿਵਾਰ ਜਾਂ ਔਲਖ ਕਮੇਟੀ ਦੇ ਕੋਲ ਜਾਂ ਜਿਹੜੇ ਮਾਨਸੇ ਦੇ ਵਿੱਚ ਰੰਗਮੰਚ ਕਰਨ ਵਾਲੇ ਲੋਕ ਹੈ ਉਹਨਾਂ ਦੇ ਹੱਥ 'ਚ ਹੋਵੇ। ਜਿਵੇਂ ਮੰਨ ਲਓ ਕਿ ਅਸੀਂ ਅੰਮ੍ਰਿਤਸਰ 'ਚ ਵਿਰਸਾ ਵਿਹਾਰ ਚਲਾ ਰਹੇ ਹਾਂ, ਨਾਟਸ਼ਾਲਾ ਹੈ, ਜਾਂ ਜਿਵੇਂ ਮੁੱਲਾਂਪੁਰ ਵਾਲਿਆਂ ਕੋਲ ਥੀਏਟਰ ਹੈ, ਗੁਰਸ਼ਰਨ ਕਲਾ ਭਵਨ ਉਹਨਾਂ ਬਣਾਇਆ। ਸੋ ਇਦਾਂ ਦਾ ਕੁਝ ਐਫਰਟਸ ਹੋ ਸਕਦੀ ਕਿ ਉੱਥੇ ਮੁੱਲਾਂਪੁਰ ਵਾਲਿਆਂ ਨੇ ਆਪਣੇ ਤੌਰ ਤੇ ਐਫਰਟਸ ਕੀਤੀਆਂ, ਮੁੰਡਿਆਂ ਨੇ ਖੁਦ ਸ਼ੁਰੂ ਕਰਕੇ ਥੋੜੀ ਜਿਹੀ ਜਗ੍ਹਾ ਲੈ ਕੇ ਕੋਈ ਇਦਾਂ ਦੀ ਕੋਈ ਨਾ ਬਹੁਤ ਵੱਡਾ ਆਡੀਟੋਰੀਅਮ ਬਣੇ, ਕੋਈ ਬੈਟਰੀ ਲੋ ਹੈ ਦੀ ਜ਼ਰਾ ਦੇਖੀ ਜਲਦੀ ਲਾਏ, ਇਹ ਕਿ ਬਹੁਤ ਵੱਡੀ ਕਿ ਨਾ ਜਗ੍ਹਾ ਬਣੇ ਕਿ 300-400 ਦੀ ਕੈਪੈਸਿਟੀ ਦਾ ਆਡੀਟੋਰੀਅਮ ਬਣ ਜਾਏ, ਛੋਟਾ ਆਡੀਟੋਰੀਅਮ ਬਣ ਜਾਏ, ਪਰ ਹੋਵੇ ਉਹ ਸਿਰਫ ਤੇ ਸਿਰਫ ਜਿਹਦੇ ਚੋਂ ਔਲਖ ਸਾਹਿਬ ਦੀ ਝਲਕ ਆਉਂਦੀ ਹੋਵੇ, ਹੈ ਨਾ। ਤੁਸੀਂ ਮੇਰੇ ਖਿਆਲ ਮੇਰਾ ਮਤਲਬ ਸਮਝ ਰਹੇ ਹੋ ਕਿ ਮੈਂ ਤੁਹਾਡਾ ਮੈਂ ਮਤਲਬ ਸਮਝ ਰਹੀ ਹਾਂ, ਪਰ ਇੱਕ ਚੀਜ਼ ਮੈਨੂੰ ਕਿਤੇ ਨਾ ਕਿਤੇ ਲੱਗਦੀ ਹੈ ਵੀ ਸਾਡੀਆਂ ਸਰਕਾਰਾਂ ਦਾ ਵੀ ਤਾਂ ਕੋਈ ਫਰਜ਼ ਹੈਗਾ ਨਾ। ਉਹ ਕਿਉਂ ਨਹੀਂ, ਅਸੀਂ ਇੱਕ ਪਾਸੇ ਕਹਿੰਦੇ ਆ ਵੀ ਪੱਛਮ ਵਾਲੇ ਦੇਸ਼ ਨੇ ਜਿਹੜੇ ਬਾਹਰਲੇ ਮੁਲਕ ਨੇ ਉਹ ਬਹੁਤ ਸਾਂਭਦੇ ਨੇ ਜੀ ਆਪਦੇ ਬੰਦਿਆਂ ਨੂੰ, ਅਸੀਂ ਕਦੋਂ ਤੱਕ ਖੜੇ ਰਹਾਂਗੇ, ਸਵਾਲ ਹੈ ਬਸ। ਪਰ ਸਾਡੇ ਕੋਲ ਇਹ ਦੇਖੋ ਨਾ, ਸਾਡੀਆਂ ਸਰਕਾਰਾਂ ਨੇ ਔਲਖ ਸਾਹਿਬ ਤੋਂ ਪਹਿਲੇ ਜਿਹੜੇ ਨਾਟਕਕਾਰ ਸੀ ਜਾਂ ਕਲਾਕਾਰ ਸੀ ਉਹਨਾਂ ਨੂੰ ਵੀ ਕਿੰਨਾ ਕੁ ਸਾਂਭਿਆ, ਕਿ ਜਿਹੜੀ ਹੁਣ ਅਸੀਂ ਉਹਨਾਂ ਕੋਲ ਇਹੀ ਕਹਿੰਦੇ ਆ ਨਹੀਂ ਉਹਨਾਂ ਨੂੰ ਨਹੀਂ, ਉਹ ਸਾਰਿਆਂ ਨੂੰ ਸਾਂਭਣਾ ਚਾਹੀਦਾ। ਹਾਂ, ਤੇ ਮੈਂ ਉਹੀ ਕਹਿ ਰਿਹਾ ਕਿ ਵੇਖੋ ਮੈਂ ਤੇ ਹੈਰਾਨ ਹੁੰਨਾ, ਅਮਰਤਾ ਪ੍ਰੀਤਮ ਬੜਾ ਵੱਡਾ ਨਾਮ, ਉਹਦਾ ਘਰ ਵੇਖਿਆ ਹੈ ਨਾ, ਘਰ ਵਿੱਚ ਜਿਹੜਾ ਇੱਕ ਗੁਰਸ਼ਰਨ ਭਾਜੀ ਦਾ ਘਰ ਇੱਧਰ ਉੱਧਰ ਕੋਈ ਪਤਾ ਨਹੀਂ ਲੱਗਾ, ਦੀ ਅਜੇ ਤੱਕ ਵੱਡੀ ਯਾਦਗਾਰ ਨਹੀਂ ਬਣ ਸਕੀ ਪਿੰਡ 'ਚ ਕਿਧਰੇ, ਕੋਈ ਬਠਿੰਡੇ ਵਿੱਚ ਉਦਾਂ ਦਾ। ਮੈਨੂੰ ਲੱਗਦਾ ਹੈ ਕਿ ਔਲਖ ਸਾਹਿਬ ਨੂੰ ਜਿੰਨਾ ਪਿਆਰ ਕਰਨ ਵਾਲੇ ਉਹਨਾਂ ਦੇ ਮੇਲੇ ਆ ਬਹੁਤ ਦੁਨੀਆ 'ਚ ਫੈਲੇ ਹੋਏ ਆ, ਬਹੁਤ। ਜੇਕਰ ਕੋਈ ਸਟ੍ਰੈਟਜੀ ਦੇ ਨਾਲ ਕੋਈ ਕੰਮ ਕਰਕੇ, ਪਲੈਨਿੰਗ ਕਰਕੇ, ਕਿ ਮੈਂ ਅਗਰ ਕਹਾਂ ਕਿ ਲਓ ਤੇ ਕਿ ਔਲਖ ਸਾਹਿਬ ਦੇ 100 ਬੰਦਾ ਵੀ ਨਹੀਂ ਹੈ ਕਿ ਜਿਹੜਾ ਲੱਖ ਰੁਪਇਆ ਦੇਗਾ ਤੇ 1 ਕਰੋੜ ਰੁਪਇਆ ਹੋ ਜਾਏਗਾ, ਹੈ ਨਾ। ਇੰਨੇ ਤਾਂ ਲੋਕ ਹੁੰਦੇ ਹੀ ਆ ਜੇਕਰ ਸ਼ੁਰੂਆਤ ਕਰੀਏ ਤੇ, ਹੈ ਨਾ। ਉਹ ਤਾਂ ਠੀਕ ਹੈ ਭਾਜੀ। ਉਹਨੂੰ ਮੇਰਾ ਖਿਆਲ ਹੈ, ਕਿਉਂਕਿ ਮੈਨੂੰ ਬੜਾ ਹੈ ਕਿ ਮਾਨਸੇ ਦੇ ਵਿੱਚ ਤੁਹਾਡੇ ਦੇ ਨਾਮ ਤੇ ਇੱਕ ਵੱਡੀ ਜਗ੍ਹਾ ਬਣਨੀ ਚਾਹੀਦੀ ਹੈ, ਕਿ ਉਹਦੇ ਕਿਵੇਂ ਸ਼ੁਰੂਆਤ ਕਰੀਏ, ਤੇ ਮੇਰਾ ਖਿਆਲ ਉਹਦੇ ਬਾਰੇ ਕੁਝ ਮਿਲ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਇਹ ਗੱਲ ਮੈਂ ਤਾਂ ਅੱਜ ਇਹਦੇ ਵਿੱਚ ਕਿਉਂਕਿ ਇਹ ਗੱਲਬਾਤ ਸਾਡੀ ਜਿਹੜੀ ਹੈ ਪੂਰੀ ਦੁਨੀਆ 'ਚ ਸੁਣੀ ਜਾਣੀ ਹੈ, ਸਾਡੇ ਰੋਜ਼ ਲੋਕ ਬਹੁਤ ਦੇਸ਼ਾਂ 'ਚ ਸੁਣਦੇ ਆ, ਤੇ ਮੈਂ ਚਾਹੁੰਦਾ ਕਿ ਜਿੱਥੇ ਵੀ ਔਲਖ ਸਾਹਿਬ ਦੇ ਸ਼ਾਗਿਰਦ ਬੈਠੇ ਨੇ, ਔਲਖ ਸਾਹਿਬ ਦੇ ਕੋਲ ਕੰਮ ਕਰਕੇ ਬਾਹਰਲੇ ਮੁਲਕਾਂ 'ਚ ਗਏ ਨੇ, ਔਲਖ ਸਾਹਿਬ ਕੋਲ ਪੜ੍ਹ ਕੇ ਗਏ ਨੇ, ਔਲਖ ਸਾਹਿਬ ਦੇ ਦੋਨੋਂ ਹੀ ਪੱਖ ਸੀ ਕਿ ਉਹਨਾਂ ਕੋਲ ਪੜ੍ਹਨ ਵਾਲੇ ਸਟੂਡੈਂਟ ਵੀ ਸੀ, ਉਹਨਾਂ ਦੇ ਕੋਲ ਨਾਟਕ ਕਰਨ ਵਾਲੇ ਸਟੂਡੈਂਟ ਵੀ ਸੀ, ਉਹ ਹਜ਼ਾਰਾਂ ਦੀ ਗਿਣਤੀ 'ਚ ਨੇ। ਤੇ ਜੇਕਰ ਉਹ ਜਿੱਥੇ ਵੀ ਸੁਣਦੇ ਪਏ ਨੇ, ਤੇ ਜੇਕਰ ਉਹ ਪਰਿਵਾਰ ਦੇ ਨਾਲ ਸੰਪਰਕ ਕਰਨ, ਔਰ ਮੈਂ ਕੋਈ ਬਹੁਤ ਵੱਡੀ ਅਮਾਉਂਟ ਦੀ ਗੱਲ ਵੀ ਨਹੀਂ ਕੀਤੀ, ਲੱਖ ਰੁਪਇਆ ਕਿਸੇ ਕੋਲ ਹੋਣਾ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਹੈ, ਤੇ ਉਹ ਇੱਕ ਕੰਟਰੀਬਿਊਟ ਕੀਤਾ ਜਾ ਸਕਦਾ ਹੈ। ਇਹ ਇਹੋ ਜਿਹੇ 200-300 ਲੋਕ ਇੱਕ ਲਿਸਟ ਬਣਾ ਕੇ ਇਕੱਠੇ ਕੀਤੇ ਜਾ ਸਕਦੇ ਆ, ਤੇ ਯਾਨੀ ਇਹ ਮੇਰੀ ਦਿਲੀ ਰੀਝ ਹੈ, ਕਿਉਂਕਿ ਮੈਂ ਦੁਨੀਆ 'ਚ ਘੁੰਮ ਕੇ ਵੇਖਿਆ ਹੈ ਕਿ ਕਿਵੇਂ ਸ਼ੇਕਸਪੀਅਰ ਦੇ ਘਰ ਦੇ ਵਿੱਚ ਆਡੀਟੋਰੀਅਮ ਬਣਿਆ, ਮੈਂ ਨਾਰਵੇ ਦੇ ਵਿੱਚ ਜਾ ਕੇ ਉੱਥੋਂ ਦੇ ਨਾਟਕਕਾਰਾਂ ਦੇ, ਇਬਸਨ ਦੇ ਘਰ ਦੇ ਵਿੱਚ ਬਣੇ ਹੋਏ ਵੇਖੇ ਨੇ, ਮੈਂ ਇੱਥੇ ਵੀ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਹਿੰਦੁਸਤਾਨ ਦੀਆਂ ਸਟੇਟਾਂ 'ਚ ਜਾਂਦਾ ਰਹਿਣਾ, ਤੇ ਮੈਨੂੰ ਇਹ ਚੰਗਾ ਲੱਗਦਾ ਹੁੰਦਾ ਹੈ ਕਿ ਕੋਈ ਜਿਹੜੇ ਸਾਡੇ ਵੱਡੇ ਨਾਟਕਕਾਰ ਨੇ, ਚਾਹੇ ਉਹ ਗੁਰਸ਼ਰਨ ਭਾਜੀ ਨੇ, ਬਲਵੰਤ ਗਾਰਗੀ ਹੈ, ਅਜਮੇਰ ਔਲਖ ਹੈ, ਯਾਨੀ ਇਹਨਾਂ ਦੀ ਇੰਨੀ ਕੰਟਰੀਬਿਊਸ਼ਨ ਹੈ ਸੋਸਾਇਟੀ ਲਈ ਵੀ, ਥੀਏਟਰ ਲਈ ਵੀ, ਕਲਚਰ ਲਈ ਵੀ, ਕਿ ਇਹਨਾਂ ਨੂੰ ਸਾਂਭਿਆ ਜਾਣਾ ਚਾਹੀਦਾ, ਇਹਨਾਂ ਦੀਆਂ ਯਾਦਾਂ ਨੂੰ ਇਸ ਰੂਪ ਦੇ ਵਿੱਚ।
ਤੇ ਮੇਰੇ ਖਿਆਲ ਤੁਸੀਂ ਕੋਈ ਹੋਰ ਮੈਂ ਲੰਬੀ ਗੱਲ ਕਰ ਰਿਹਾ, ਤੁਸੀਂ ਕੋਈ ਹੋਰ ਕਮੈਂਟ ਕਰਨਾ ਚਾਹੋ, ਤੁਸੀਂ ਜਾਂ ਚਾਹਲ ਸਾਹਿਬ ਜਾਂ ਕੋਈ ਅਜਮੀਤ ਜਾਂ ਸੁਭਾਸ਼, ਰੁਪਾਲ ਤੁਸੀਂ ਸੁਣਦੇ ਪਏ ਹੋ, ਲੱਖਾ ਲਹਿਰੀ ਜਾਂ ਸਾਹਿਬ ਸਿੰਘ ਵੀ ਕੋਈ ਕਮੈਂਟ ਕਰਨਾ ਚਾਹੋ ਤੇ ਜ਼ਰੂਰ ਕਰੋ। ਸੁਭਾਸ਼ ਜੀ ਤੁਸੀਂ ਕੁਝ ਕਹਿਣ ਲੱਗੇ ਸੀ? ਮੈਂ ਇਹ ਗੱਲ ਕੰਟੀਨਿਊ ਕਰਦਾ ਸੀ ਭਾਜੀ, ਘਰ ਦੇ ਵਿੱਚ ਤਾਂ ਅਸੀਂ ਉਹਨਾਂ ਦੀ ਇੱਕ ਚੀਜ਼ ਨੂੰ ਸਾਂਭ ਲਿਆ ਹੁਣ। ਪਹਿਲਾਂ ਤਾਂ ਲਾਇਬ੍ਰੇਰੀ ਜਾਂ ਉਹਨਾਂ ਦੇ ਜੋ ਵੀ ਬੁੱਕਸ ਇਨਾਮ ਸਨਮਾਨ ਜੋ ਸੀ ਉਹਨਾਂ ਦਾ ਉਹ ਸਾਂਭ ਲਿਆ। ਤਾਂ ਪਿਛਲੇ ਹਫਤੇ ਬਾਈ ਲੱਖਾ ਲਹਿਰੀ ਤੇ ਗੋਲਡੀ ਭੈਣ ਜੀ ਦਾ ਫੋਨ ਆਇਆ ਸੀ, ਜਿਹੜਾ ਵੀ ਬਾਕੀ ਦਾ ਕੁਝ ਆਪਾਂ ਉਹ ਵੀ ਸੈੱਟ ਕਰੀਏ ਸਾਰਾ ਕੁਝ। ਸੋ ਇੱਥੇ ਮਾਨਸਾ ਵੀ ਆਏ ਸੀ, ਅਸੀਂ ਸਾਰਾ ਪੁਰਾਣਾ ਸਮਾਨ ਕੱਢ ਕੇ ਉਹਨਾਂ ਦੇ ਪੈਨ ਘੜੀ ਗਾਊਨ ਜੋ ਵੀ ਕੁਝ ਸੀ ਉਹਨਾਂ ਦਾ ਅਸੀਂ ਇੱਕ ਵਾਰੀ ਉਸ ਕਮਰੇ ਦੇ ਵਿੱਚ ਸੈਟਲ ਕਰ ਰਿਹਾ, ਪਰ ਉਹ ਘਰ ਦੇ ਵਿੱਚ ਹੀ ਹੈ, ਤਾਂ ਕਿ ਉਹਨੂੰ ਪ੍ਰੋਪਰਲੀ ਅਸੀਂ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਬਾਹਰ ਸਾਂਭੇ ਹੋਏ ਨੇ ਰਾਈਟਰਾਂ ਦਾ ਜੋ ਵੀ ਸਮਾਨ ਹੈ, ਅਸੀਂ ਵੀ ਉਹ ਉਹ ਤਾਂ ਅਸੀਂ ਸੰਭਾਲ ਲਿਆ। ਮੈਂ ਸੁਭਾਸ਼ ਮੈਂ ਇਹਨਾਂ ਐਕਚੁਅਲੀ ਮੈਂ ਕਿਉਂਕਿ ਡਿਜ਼ਾਈਨਰ ਹੈ ਨਾ, ਮੈਨੂੰ ਉਹ ਦਿਮਾਗ 'ਚ ਆ ਰਹੀਆਂ ਚੀਜ਼ਾਂ, ਮੈਂ ਉਹੀ ਦੱਸ ਰਿਹਾ ਭਾਜੀ। ਇਬਸਨ ਦੇ ਘਰ 'ਚ ਮੈਂ ਦੇਖਿਆ ਉਹਦੇ ਨਾਟਕਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਨਾ, ਜੀ ਉਹ ਵੀ ਟਾਇਲਸ ਬਣੀਆਂ ਹੋਈਆਂ ਨੇ, ਉਹ ਵੀ ਕਰ ਰਹੇ ਆ ਜੀ ਸਾਰਾ। ਟਾਇਲਸ ਕੰਧਾਂ ਤੇ ਲੱਗੀਆਂ ਹੋਈਆਂ, ਉਹਨਾਂ ਦਾ ਬੁੱਤ ਬਾਹਰ ਲੱਗਾ ਹੋਇਆ। ਮੈਨੂੰ ਇਹ ਕਿ ਦੇਖੋ ਤੁਹਾਡੇ ਕੋਲ ਔਲਖ ਸਾਹਿਬ ਦਾ ਕੋਈ ਘਰ ਤੇ ਆਪਣਾ ਹੈਗਾ ਹੈ ਨਾ, ਜੀ ਉੱਥੇ ਕੁਝ ਇੱਕ ਏਦਾਂ ਦੀ ਸ਼ੁਰੂਆਤ ਐਗਜ਼ੀਬਿਸ਼ਨ ਦੀ ਕੁਝ ਪਰਿਵਾਰ ਵੱਲੋਂ ਜਿਹੜੇ 3-4 ਹੋ ਗਈ ਸ਼ੁਰੂ, ਉਹ ਕਰ ਲਈ ਹੈ ਸਰ ਸ਼ੁਰੂ। ਉਹ ਇੱਕ ਦੋ ਮਹੀਨੇ ਤੱਕ ਸਾਡਾ ਇਹ ਪ੍ਰੋਗਰਾਮ ਇਹੀ ਸੀ ਵੀ 1-2 ਮਹੀਨੇ ਤੱਕ ਉਹਨੂੰ ਪੂਰਾ ਕੰਪਲੀਟ ਕਰਕੇ ਆਪਾਂ ਹੀ ਸਾਰੇ ਥੀਏਟਰ ਵਾਲੇ ਬੰਦੇ ਇਕੱਠੇ ਹੋ ਕੇ ਇਹਨੂੰ ਆਪਣੇ ਜਿਹੜਾ ਹੈ ਉਹ ਕਰਦੀ ਹੈ, ਮਤਲਬ ਜੋ ਵੀ ਹੁੰਦਾ ਹੈ ਅੱਗੇ ਰਸਮਾਂ ਹੁੰਦੀਆਂ। ਕਈ ਵਾਰੀ ਲੱਗਦਾ ਹੁੰਦਾ ਜੇਕਰ ਨਹੀਂ ਸਰਕਾਰਾਂ ਕਰਦੀਆਂ, ਕੁਝ ਹੋਰ ਨਹੀਂ ਹੋ ਰਿਹਾ, ਤੇ ਕੁਝ ਛੋਟਾ ਜਿਹਾ ਇੱਕ ਘਰ ਦੇ ਵਿੱਚ ਹੀ ਜਿਹੜਾ ਸਟੂਡੀਓ ਥੀਏਟਰ ਵਰਗਾ ਕੁਝ ਬਣਾ। ਹਾਂਜੀ ਹਾਂ ਬਿਲਕੁਲ ਭਾਵੇਂ ਉਹ 'ਚ ਮੈਂ ਦਿੱਲੀ 'ਚ ਵੇਖਿਆ, ਭੋਪਾਲ 'ਚ ਦੇਖਿਆ, ਸਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਮੇਰਾ ਆਪਣਾ ਰੰਗਮੰਚ ਭਵਨ ਹੈ ਨਾ। ਮਨਜੀਤ ਮੈਡਮ ਆਏ ਸੀ, ਅਸੀਂ ਉਦੋਂ ਚਿੱਟੀਆਂ ਰਾਤਾਂ ਨਾਟਕ ਕੀਤਾ ਸੀ, ਤੇ ਔਲਖ ਸਾਹਿਬ ਵੀ ਆਏ ਸੀ ਉਦੋਂ ਦੇਖਣ ਸਾਡੇ ਰੰਗਮੰਚ ਭਵਨ 'ਚ, ਤੇ ਉਹਨਾਂ ਬੜੀ ਖੂਬਸੂਰਤ ਗੱਲ ਕੀਤੀ ਸੀ, ਕਹਿੰਦੇ ਕਿ ਜਿਸ ਤਰ੍ਹਾਂ ਤੂੰ ਇਸ ਜਗ੍ਹਾ ਤੇ ਨਾਟਕ ਕੀਤਾ ਹੈ ਕਿ ਅਸੀਂ ਵੱਡੇ ਵੀ ਜਿਹੜੇ ਛੋਟਿਆਂ ਕੋਲੋਂ ਸਿੱਖਦੇ ਆ। ਉਹ ਹਮੇਸ਼ਾ ਔਲਖ ਸਾਹਿਬ ਬੜਾ ਪਿਆਰ ਕਰਦੇ ਸੀਗੇ ਤੇ ਇਦਾਂ ਦੀ ਗੱਲ ਹਮੇਸ਼ਾ ਸਿੱਖਣ ਦੀ ਕਰਦੇ ਸੀ। ਘਰ ਦੇ ਵਿੱਚ ਵੀ ਤੁਸੀਂ ਇਦਾਂ ਦਾ ਕੁਝ ਡਿਜ਼ਾਈਨ ਕਰੋ, ਤੁਸੀਂ ਮੇਰੇ ਵੱਲੋਂ ਆਫਰ ਹੈ, ਕਦੀ ਵੀ ਤੁਸੀਂ ਇਦਾਂ ਦਾ ਕੁਝ ਡਿਜ਼ਾਈਨ ਕਰਨਾ ਹੋਵੇ, ਇਹ ਲੋਕਡਾਊਨ ਖੁੱਲੇਗਾ ਕਦੀ ਵੀ ਤੇ ਮੈਂ ਆ ਸਕਦਾ, ਕਿਉਂਕਿ ਮੈਨੂੰ ਬੜਾ ਚਾਅ ਹੈ ਕਿ ਉਹਨਾਂ ਦੀਆਂ ਯਾਦਗਾਰਾਂ ਜਿਹੜੀਆਂ ਇਸ ਰੂਪ 'ਚ ਜ਼ਰੂਰ ਜਿਹੜੀਆਂ, ਤੇ ਮੇਰੀਆਂ ਜਿਸ ਤਰ੍ਹਾਂ ਦੀਆਂ ਵੀ ਸੇਵਾਵਾਂ ਦੀ ਲੋੜ ਹੋਵੇ ਮੈਂ ਆ ਸਕਦਾ ਉਹਦੇ ਵਿੱਚ ਜ਼ਰੂਰ। ਤੁਹਾਡੇ ਪਰਿਵਾਰਕ ਤੌਰ ਤੇ ਤਾਂ ਭਾਜੀ ਸਾਰਾ ਪਰਿਵਾਰ ਅੱਜ ਇੱਥੇ ਵੀ ਇਕੱਠਾ ਤੇ ਪੂਰੀ ਸ਼ਿੱਦਤ ਮਿਹਨਤ ਨਾਲ ਉਹਨਾਂ ਦੀ ਕੱਲੀ ਚੀਜ਼ ਸਾਂਭ ਵੀ ਰਿਹਾ। ਬਿਲਕੁਲ। ਜਿਹੜੀ ਰਹਿ ਗਈ ਗੱਲ ਡਿਜ਼ਾਈਨ ਦੀ, ਉਹ ਆਪਾਂ ਮਿਲ ਕੇ ਲੋਕਡਾਊਨ ਖੁੱਲ ਜਾਏਗਾ ਜਦੋਂ ਤੁਸੀਂ ਅਵੇਲੇਬਲ ਹੋ ਸਕਦੇ ਹੋ, ਆਪਾਂ ਮਿਲ ਕੇ ਉਦਾਂ ਦੀ ਗੱਲਬਾਤ ਕਰ ਲਾਂਗੇ। ਬੜੀ ਖੁਸ਼ੀ ਹੋਈ ਤੁਸੀਂ ਸਾਨੂੰ ਇਹ ਆਫਰ ਦੇਈ ਜਾਂਦੇ ਹੋ, ਬੜਾ ਚੰਗਾ ਲੱਗੀ ਜਾਂਦਾ, ਇੰਨਾ ਸੋਹਣਾ ਐਡਾ ਖੂਬਸੂਰਤ ਲੱਗੀ ਜਾਂਦਾ ਭਾਜੀ, ਤੁਸੀਂ ਸੋਚ ਨਹੀਂ ਸਕਦੇ। ਬਸ ਭਾਵੁਕਤਾ ਆਈ ਜਾਂਦੀ ਹੈ ਬਸ। ਬਿਲਕੁਲ ਨਹੀਂ ਔਲਖ ਸਾਹਿਬ ਦਾ ਬਹੁਤ ਵੱਡਾ ਕੰਮ ਹੈ, ਮੈਨੂੰ ਕਿ ਇਹ ਵੱਡੇ ਲੋਕਾਂ ਨੂੰ ਸਾਂਭਣਾ ਚਾਹੀਦਾ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਕੋਲੋਂ ਕੁਝ ਸਿੱਖਣਗੀਆਂ। ਜਦੋਂ ਉਹਨਾਂ ਦੀ ਐਗਜ਼ੀਬਿਸ਼ਨ ਵੇਖਣਗੀਆਂ ਉਹ ਨੌਜਵਾਨ ਤਾਂ ਵੀ ਸਿੱਖਣਗੇ, ਹੈ ਨਾ। ਉਹਨਾਂ ਦੇ ਉਹ ਕਾਸਟਿਊਮ ਦੇਖ ਕੇ, ਉਹਨਾਂ ਦੇ ਪੈਨ ਦੇਖ ਕੇ, ਉਹਨਾਂ ਦੀ ਕਿਤਾਬਾਂ ਦੇਖ ਕੇ, ਉਹਨਾਂ ਦੀਆਂ ਨਾਟਕਾਂ ਦੀਆਂ ਤਸਵੀਰਾਂ, ਉਹਨਾਂ ਦੇ ਅਵਾਰਡ ਦੀਆਂ ਤਸਵੀਰਾਂ, ਉਹ ਸਾਰਾ ਕੁਝ ਘਰ ਦੇ ਵਿੱਚ। ਸੁਪਨ ਤੁਸੀਂ ਕੁਝ ਕਹਿ ਰਹੇ ਸੀ? ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਆਹੀ ਗੱਲ ਹੈ ਜਿਹਦੇ ਹਾਂਜੀ ਆ ਰਹੀ ਆਵਾਜ਼ ਆ ਰਹੀ ਤੁਹਾਡੀ, ਠੀਕ ਹੈ। ਇਸੇ ਕਰਕੇ ਹੀ ਮੈਂ ਕਹਿ ਰਹੀ ਸੀ ਕਿ ਇਹ ਕੰਮ ਸਾਰਿਆਂ ਦੇ ਸਹਿਯੋਗ ਨਾਲ ਹੋਣਾ ਚਾਹੀਦਾ, ਕਿਉਂਕਿ ਜਿੰਨੀ ਗੱਲ ਫੈਲੂਗੀ, ਜਿੰਨੀ ਅੱਗੇ ਜਾਊਗੀ, ਉਹ ਬੱਚੇ ਆਉਣ ਵਾਲੇ ਨੇ ਜਿਹੜੇ ਉਹ ਸਾਡੇ ਪ੍ਰੇਰਿਤ ਹੁੰਦੇ ਨੇ। ਅਗਲੀ ਪੀੜ੍ਹੀ ਚੋਂ ਵੀ ਕੋਈ ਔਲਖ ਬਣੂ, ਕੋਈ ਗੁਰਸ਼ਰਨ ਭਾਜੀ ਬਣੂ, ਕੋਈ ਕੁਛ ਹੋਰ ਬਣੂ। ਤਾਂ ਇਸੇ ਲਈ ਜ਼ਰੂਰੀ ਹੈ ਕਿ ਸਾਰਾ ਜਿਹੜਾ ਸਾਡੇ ਦਿਲਾਂ 'ਚ ਹੋਣਾ ਚਾਹੀਦਾ ਤੇ ਅਸੀਂ ਉਹਨੂੰ ਡਿਸਪਲੇ ਕਰ ਸਕੀਏ। ਕੋਈ ਆਡੀਟੋਰੀਅਮ ਬਣ, ਕੋਈ ਜਿਹੜੇ ਹੈਗੇ ਓਪਨ ਏਅਰ ਥੀਏਟਰ ਬਣ, ਔਰ ਘਰ ਵੱਲੋਂ ਚਲੋ ਯਤਨ ਸ਼ੁਰੂ ਹੈ, ਅਸੀਂ ਕਰ ਲਾਂਗੇ, ਪਰ ਜਿਹੜੇ ਵੱਡੇ ਕੰਮ ਨੇ ਉਹ ਸਾਨੂੰ ਰਲ ਕੇ ਹੀ ਕਰਨੇ ਪੈਣਗੇ। ਤੁਹਾਡੇ ਮਾਧਿਅਮ ਰਾਹੀਂ ਮੇਰੀ ਬਾਕੀਆਂ ਨੂੰ ਗੁਜ਼ਾਰਿਸ਼ ਇਹੀ ਹੈ ਵੀ ਇਹਨਾਂ ਕੰਮਾਂ ਪਿੱਛੇ ਆਪਾਂ ਲੇਟ ਨਾ ਹੋਈਏ। ਬਹੁਤ ਪਹਿਲ ਦੇ ਆਧਾਰ ਤੇ ਕਰਨ ਵਾਲੇ ਹੁੰਦੇ ਨੇ ਕੁਝ ਕੰਮ, ਇਹ ਔਲਖ ਲਈ ਨਹੀਂ, ਸਾਡੇ ਲਈ ਨਹੀਂ, ਇਹ ਸਾਰੇ ਸਮਾਜ ਲਈ ਜ਼ਰੂਰਤ ਹੈ ਇਸ ਚੀਜ਼ ਦੀ।
ਬਿਲਕੁਲ ਬਿਲकुल ਬਿਲकुल ਹਾਂ। ਬਿਲकुल ਜੀ। ਗੱਲ ਇਹ ਹੈ ਕੇਵਲ ਵੀ ਜਿਹੜਾ ਔਲਖ ਤੇ ਗੁਰਸ਼ਰਨ ਸਿੰਘ ਜੀ ਸਥਾਪਤੀ ਦੇ ਹਮੇਸ਼ਾ ਉਲਟ ਰਹੇ ਨੇ। ਬਿਲकुल ਉਹ ਲੋਕਾਂ ਦੀ ਖਾਤਰ ਲੜੇ ਨੇ, ਲੋਕਾਂ ਦੇ ਖਾਤਰ ਹੀ ਉਹਨਾਂ ਨੇ ਮਤਲਬ ਆਪਣੀਆਂ ਜ਼ਿੰਦਗੀਆਂ ਲਾਈਆਂ ਨੇ। ਉਹਨਾਂ ਦੇ ਵਿਹੜਿਆਂ ਦੇ ਵਿੱਚ ਜਾ ਕੇ, ਘਰਾਂ ਦੇ ਵਿੱਚ ਜਾ ਕੇ ਨਾਟਕ ਕੀਤੇ ਨੇ। ਤਾਂ ਜਿਹੜਾ ਇਨਸਾਨ ਜਾਂ ਨਾਟਕਕਾਰ ਸਥਾਪਤੀ ਦੇ ਪ੍ਰਸ਼ਾਸਨ ਦੇ ਉਲਟ ਰਿਹਾ, ਉਸ ਨੂੰ ਸਰਕਾਰਾਂ ਤਾਂ ਸਾਂਭਣੋਂ ਰਹੀਆਂ। ਉਹਨਾਂ ਨੂੰ ਤਾਂ ਉਹਨਾਂ ਦੇ ਚੇਲੇ ਬਾਲ ਕੇ, ਉਹਨਾਂ ਦੇ ਜਿਹੜੇ ਰੰਗ ਕਰਮੀ ਨੇ ਉਹਨਾਂ ਨੇ ਸਾਂਭਣਾ। ਇਹ ਲੋਕਾਂ ਦੇ ਨਾਟਕਕਾਰ ਸੀ, ਲੋਕਾਂ ਨੇ ਸਾਂਭਣੇ ਨੇ। ਠੀਕ ਹੈ, ਸਾਡਾ ਯੋਗਦਾਨ ਰਹੇਗਾ ਪਰਿਵਾਰ ਦਾ, ਪਰ ਬਹੁਤੀ ਗੱਲ ਜਿਹੜੀ ਹੈਗੀ ਹੈ ਉਹ ਤੁਹਾਡੇ ਸਾਰਿਆਂ ਤੇ ਡਿਪੈਂਡ ਕਰਦੀ ਹੈ। ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਹੈ। ਬਿਲਕੁਲ ਜ਼ਰੂਰ। ਅਸੀਂ ਲੋਕਡਾਊਨ ਦੇ ਅਸੀਂ ਕੁਝ ਨਾ ਕੁਝ ਮਿਲ ਕੇ ਇੱਕ ਵਾਰੀ, ਮੈਂ ਸਮਝਦਾ ਸੀ ਜਿਵੇਂ ਪ੍ਰੀਤਮ ਰੁਪਾਲ ਹੁਰੀਆ, ਲੱਖਾ ਲਹਿਰੀਆ, ਅਸੀਂ ਸਾਰੇ ਇੱਕ ਵਾਰੀ ਉੱਥੇ ਮਾਨਸੇ ਕੋਈ ਮੀਟਿੰਗ ਤੁਹਾਡੇ ਕੋਲ ਘਰ ਦੇ ਵਿੱਚ ਕਰਦੇ ਆ ਤੇ ਫਿਰ ਪਲਾਨ ਕਰਦੇ ਆ ਇਸ ਚੀਜ਼ ਨੂੰ। ਜ਼ਰੂਰ ਇਹ ਕੰਮ ਹੋਣੇ ਚਾਹੀਦੇ ਆ। ਸੋ ਬਹੁਤ ਸਾਰੀਆਂ ਗੱਲਾਂ ਹੋਈਆਂ, ਬੜਾ ਚੰਗਾ ਲੱਗ ਰਿਹਾ ਕਿ ਬੜੀਆਂ ਖੂਬਸੂਰਤ ਗੱਲਾਂ, ਬੜੀਆਂ ਖੂਬਸੂਰਤ ਯਾਦਾਂ ਨੇ ਔਲਖ ਸਾਹਿਬ ਦੀਆਂ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ। ਅੱਜ ਉਹਨਾਂ ਨੂੰ ਜਨਮ ਦਿਹਾੜੇ ਤੇ ਯਾਦ ਕਰ ਰਹੇ ਹਾਂ ਔਰ ਮੇਰਾ ਖਿਆਲ ਹੈ ਬੜੇ ਖੂਬਸੂਰਤ ਪਲ। ਔਰ ਇਹ ਉਹਨਾਂ ਦੇ ਕੰਮ ਇੰਨੇ ਵੱਡੇ ਆ ਕਿ ਜਿਹੜੇ ਕੰਮ ਕਿ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦੇ, ਹੈ ਨਾ, ਕੋਈ ਕੋਈ ਕਰਦਾ ਹੁੰਦਾ। ਉਹਨਾਂ ਨੇ ਇਹ ਕੰਮ ਕੀਤੇ ਆ। ਤੇ ਸੋ ਬਹੁਤ ਚੰਗਾ ਲੱਗਾ, ਬਹੁਤ ਸ਼ੁਕਰੀਆ। ਤੁਸੀਂ ਸਾਰਾ ਪਰਿਵਾਰ ਯਾਨੀ ਕਿ ਅੱਜ ਇਕੱਠੇ ਬੈਠੇ ਹੋ, ਆਪਾਂ ਸੋਹਣੀਆਂ ਗੱਲਾਂ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਕੁਝ ਨਾ ਕੁਝ ਫੇਰ ਮਿਲ ਕੇ ਬੈਠਾਂਗੇ ਆਪਾਂ ਤੇ ਦੁਆ ਕਰਦੇ ਆ ਕਿ ਜਲਦੀ ਜਲਦੀ ਹੈ ਕਰੋਨਾ ਖਤਮ ਹੋਵੇ ਤੇ ਆਪਾਂ ਫੇਰ ਮਿਲ ਕੇ ਇਦਾਂ ਦੇ ਜਿਹੜੇ ਚੰਗੇ ਕੰਮ ਹੈ। ਐਕਚੁਅਲੀ ਮੇਰੀ ਪਤਾ ਕੀ ਰੀਝ ਹੈ ਸੁਪਨ, ਕਿ ਜਦੋਂ ਮੈਂ ਤੁਹਾਡੀ ਉਹ ਗਲੀ ਗਿਆ ਸੀ, ਮੈਂ ਉਦੋਂ ਨਵਾਂ NSD ਤੋਂ ਆਇਆ ਸੀਗਾ 93 91 ਚ ਆ ਗਿਆ ਸੀ, ਪਰ ਬਾਅਦ ਚ 2-3 ਸਾਲ ਬਾਅਦ ਮੈਂ ਗਿਆ ਤੇ ਤੁਹਾਡੀ ਜਿਹੜੀ ਗਲੀ ਦੇ ਅੰਦਰ ਵੜੀ ਦਾ ਨਾ, ਉਹਦੇ ਬਾਹਰ ਨਾ ਲੋਕ ਕਲਾ ਮੰਚ ਦਾ ਬੋਰਡ ਲੱਗਾ ਹੋਇਆ ਸੀਗਾ। ਲੋਕ ਛੋਟਾ ਅੱਜ ਵੀ ਲੱਗਿਆ ਹੋਇਆ ਭਾਜੀ, ਅੱਜ ਵੀ ਹੈਗਾ ਉਹ, ਹੈਗਾ ਨਾ ਅਜੇ ਵੀ। ਹਾਂਜੀ ਉਹ ਗਲੀ ਵੜਦੇ ਹੀ ਤੀਜਾ ਚੌਥਾ ਘਰ ਸੱਜੇ ਹੱਥ ਤੇ ਉੱਥੇ। ਤੇ ਮੈਂ ਉਦੋਂ ਨਾ, ਮੈਨੂੰ ਦੂਰਦਰਸ਼ਨ ਵਾਲਿਆਂ ਨੇ ਇੱਕ ਆਫਰ ਕੀਤੀ ਸੀ ਕਿ ਜਿਹੜਾ ਨਾਟਕ ਹੈ ਕੇਰ ਸਿੰਘ ਦੀ ਮੌਤ, ਇਹਦੇ ਉੱਤੇ ਤੁਸੀਂ ਸੀਰੀਅਲ ਬਣਾਓ। ਤੇ ਮੈਂ ਉਦੋਂ 5 ਕਿਸ਼ਤਾਂ ਦਾ ਉਹ ਸੀਰੀਅਲ ਜਿਹੜਾ ਉਹਦੀ ਸਕ੍ਰਿਪਟ ਬਣਾ ਕੇ ਉਹ ਸਾਰਾ ਔਲਖ ਸਾਹਿਬ ਨਾਲ ਡਿਸਕਸ ਕਰਨ ਗਿਆ ਸੀ। ਮੈਂ ਘਰ ਦੇ ਵਿੱਚ ਸਵੇਰੇ ਮੈਂ ਬ੍ਰੇਕਫਾਸਟ ਦੇ ਟਾਈਮ ਹੀ ਪਹੁੰਚ ਗਿਆ ਸੀ ਤੇ ਉਦੋਂ ਮੈਂ ਘਰ ਬਹਿ ਕੇ ਬ੍ਰੇਕਫਾਸਟ ਵੀ ਕੀਤਾ ਸੀ ਤੇ ਮੈਂ ਉਦੋਂ ਫਿਰ ਔਲਖ ਸਾਹਿਬ ਨਾਲ ਸੀਰੀਅਲ ਸਾਰਾ ਡਿਸਕਸ ਕੀਤਾ ਸੀ। ਉਦੋਂ ਹਰਜੀਤ ਹੋਰੀ ਪ੍ਰੋਡਿਊਸਰ ਸੀ, ਉਹ ਡਾਕਟਰ ਹਰਜੀਤ ਦੂਰਦਰਸ਼ਨ ਵਾਲੇ। ਉਹ ਬਾਅਦ ਵਿੱਚ ਯਾਨੀ ਕਿ ਸਾਰਾ ਕੁਝ ਉਹਦਾ ਮਿਊਜ਼ਿਕ ਫਾਈਨਲ ਹੋ ਗਿਆ, ਕਾਸਟਿਊਮ, ਐਕਟਰ, ਈਚ ਐਂਡ ਐਵਰੀਥਿੰਗ। ਅਸੀਂ ਉਹਦਾ ਨਾਂ ਰੱਖਿਆ ਸੀ ਟੂਮਾ, ਉਹ ਸੀਰੀਅਲ ਦਾ 5 ਕਿਸ਼ਤਾਂ ਵਿੱਚ ਉਹ ਸਾਰਾ ਸੀ। ਉਹ ਪਤਾ ਨਹੀਂ ਮੁੜ ਕੇ ਕੀ ਅੜਚਨ ਜੀ ਕੋਈ ਆਈ, ਮੈਨੂੰ ਵੀ ਬਿਲਕੁਲ ਯਾਦ ਨਹੀਂ। ਫਿਰ ਉਹਦੀਆਂ ਰਿਹਰਸਲਾਂ ਵੀ ਹੋ ਗਈਆਂ ਤੇ ਉਹ ਕਿਵੇਂ ਡ੍ਰੌਪ ਹੋ ਗਿਆ ਮੈਨੂੰ ਹੁਣ ਯਾਦ ਨਹੀਂ ਹੈ। ਪਰ ਮੈਨੂੰ ਇੰਨਾ ਯਾਦ ਹੈ ਕਿ ਮੈਂ ਉਸ ਕੰਮ ਲਈ ਪਹਿਲੀ ਵਾਰੀ ਉਸ ਘਰ ਚ ਗਿਆ ਸੀ ਮਾਨਸੇ ਤੁਹਾਡੇ ਕੋਲ, ਤੇ ਬਾਹਰ ਮੈਂ ਗਲੀ ਦੇ ਬਾਹਰੋਂ ਪੜ੍ਹ ਲਿਆ ਸੀ ਲੋਕ ਕਲਾ ਮੰਚ ਮਾਨਸਾ। ਤੇ ਮੈਨੂੰ ਇਸ ਲਈ ਉਹ ਚੰਗਾ ਲੱਗ ਰਿਹਾ ਕਿ ਉਹ ਲੋਕ ਕਲਾ ਮੰਚ ਮਾਨਸਾ ਵਾਲੀ ਗਲੀ ਦੇ ਅੰਦਰ ਵੜ ਕੇ ਇੱਕ ਛੋਟਾ ਜਿਹਾ ਆਡੀਟੋਰੀਅਮ ਹੋਣਾ ਚਾਹੀਦਾ, ਸਟੂਡੀਓ ਥੀਏਟਰ ਹੋਣਾ ਚਾਹੀਦਾ, ਜਿਹਦੇ ਵਿੱਚ ਕੁਝ ਐਕਸਪੈਰੀਮੈਂਟਲ ਕੰਮ ਕੀਤੇ ਜਾਣ। ਭਾਵੇਂ ਉਹਨੂੰ 50 ਲੋਕਾਂ ਦੇ ਬੈਠਣ ਵਾਲੀ ਥਾਂ ਹੋਵੇ, ਪਰ ਹੋਵੇ ਜ਼ਰੂਰ ਉਹਦੇ ਅੰਦਰ ਹੀ ਕੁਝ ਹੋਵੇ। ਉਸ ਗਲੀ ਦੇ ਅੰਦਰ ਜਿਹੜਾ ਔਲਖ ਸਾਹਿਬ ਵੜਦੇ ਨਿਕਲਦੇ ਸਾਨੂੰ ਨਜ਼ਰ ਆਉਂਦੇ ਰਹਿਣ, ਉਹਦੇ ਅੰਦਰ ਜਿਹੜਾ ਉਹ ਗਲੀ ਜਿਹੜੀ ਹੈ ਉਹ ਲੋਕ ਕਲਾ ਮੰਚ ਮਾਨਸਾ ਦੀ ਗਲੀ ਉਹ ਬਣੇ। ਉਹ ਇੱਕ ਖੂਬਸੂਰਤ ਜਗ੍ਹਾ ਹੈ ਜਿੱਥੇ ਤੁਸੀਂ ਮੇਰਾ ਖਿਆਲ ਸਾਰੀਆਂ ਰਿਹਰਸਲਾਂ ਉੱਥੇ ਕਰਦੇ ਹੋ ਤੁਸੀਂ। ਹਾਂ ਉੱਥੇ। ਨਹੀਂ, ਇਹ ਬਹੁਤ ਵਧੀਆ ਰਾਏ ਹੈ ਤੁਹਾਡੀ, ਬਹੁਤ ਅੱਛੀ ਰਾਏ ਹੈ ਤੁਹਾਡੀ, ਇਹ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਉਹ ਗਲੀ ਜਿਹੜੀ ਉਹ ਤੁਹਾਡੇ ਉਹ ਅਜਮੇਰ ਔਲਖ ਦੇ ਰੰਗਮੰਚ ਦੀ ਗਲੀ ਬਣ ਜਾਣੀ ਚਾਹੀਦੀ ਹੈ ਕਿ ਉਹ ਜਿਵੇਂ ਅਸੀਂ ਕਹਿੰਦੇ ਨਾ ਕਿ ਲੰਡਨ ਜਾਈਏ ਤੇ ਸ਼ੇਕਸਪੀਅਰ ਸਟਰੀਟ ਹੈ,
ਤੇ ਉਹ ਜਿਹੜੀ ਗਲੀ ਹੈ ਨਾ ਉਹ ਬਣ ਜਾਣੀ ਚਾਹੀਦੀ ਹੈ ਅਜਮੇਰ ਔਲਖ ਦੀ ਰੰਗਮੰਚ ਦੀ। ਉਹ ਗਲੀ ਇੱਕ ਜਿਹੜੀ ਸਟਰੀਟ ਬਣ ਜਾਣੀ ਚਾਹੀਦੀ ਹੈ ਉਹਦੇ ਵਿੱਚ। ਸੋ ਉਦਾਂ ਦਾ ਉਹ ਬਣਨਾ। ਰੁਪਾਲ ਜੀ ਅਸੀਂ ਤੁਹਾਨੂੰ ਬੜਾ ਯਾਦ ਕੀਤਾ, ਤੁਸੀਂ ਕਿਤੇ ਹੋਰ ਪਰਾਂ ਕੋਈ ਚਾਹ ਚੂ ਪੀਣ ਚਲੇ ਗਏ, ਕੋਈ ਪਤਾ ਨਹੀਂ ਕਿਹੜੇ ਕੰਮ ਕਰਨ ਲੱਗ ਪਏ ਸੀਗੇ। ਤੇ ਅਸੀਂ ਚਾਹੁੰਦੇ ਸੀ ਤੁਸੀਂ ਕੋਈ ਆਪਣੀ ਯਾਦ ਕੋਈ ਗੱਲ ਸਾਡੇ ਨਾਲ ਸਾਂਝੀ ਕਰਦੇ। ਮੈਂ ਤੇ ਕੱਲ ਬੁਲਾ ਦੇਣਾ ਸੀ, ਹੁਣ ਅਸਲ ਦੇ ਵਿੱਚ ਆਪਣਾ ਧਾਲੀਵਾਲ ਸਾਹਿਬ ਮੇਰੀ ਇਹ ਸੀ ਗਰਜ ਵੀ ਅੱਜ ਪਰਿਵਾਰ ਵਾਲੇ ਹੀ ਮੈਂਬਰ ਗੱਲਾਂ ਕਰਨ ਦਾ ਜ਼ਿਆਦਾ ਚੰਗਾ ਹੈ। ਤੇ ਕਿਉਂਕਿ ਚਲੋ ਖੈਰ ਮੈਂ ਵੀ ਆਪਣੇ ਆਪ ਨੂੰ ਪਰਿਵਾਰ ਦਾ ਮੈਂਬਰ ਸਮਝਦਾ ਤੇ ਪਰਿਵਾਰ ਦਾ ਹਿੱਸਾ ਹੈ। ਹਾਂਜੀ, ਪਰਿਵਾਰ ਦਾ ਹਿੱਸਾ ਹੀ ਹੈ। ਨਹੀਂ ਬਿਲਕੁਲ। ਤੇ ਕਰ ਮੈਨੂੰ ਇਸ ਗੱਲ ਦਾ ਤਾਂ ਮਾਣ ਹੈ ਬੜਾ। ਤੇ ਮੇਰੀ ਇਹ ਸੀ ਤਾਂ ਮੈਂ ਆਪਣਾ ਬੰਦ ਕਰ ਰੱਖਿਆ ਸੀ। ਮੈਂ ਗੱਲਾਂ ਜਿਹੜੀਆਂ ਸੀ ਸਾਰੀਆਂ ਸੁਣੀਆਂ, ਬੜੀਆਂ ਵਧੀਆ ਗੱਲਾਂ ਹੋਈਆਂ। ਤੇ ਜਿਹੜੇ ਅਸਲ 'ਚ ਤਜਰਬੇ ਜਾਂ ਰੰਗਮੰਚ ਦੇ ਜਾਂ ਪਰਿਵਾਰ ਦੇ ਰਿਹਰਸਲਾਂ ਦੇ ਜਿਹੜੇ ਮਾਤਾ ਜੀ ਹੋਰਾਂ ਨੇ ਸਾਂਝੇ ਕੀਤੇ ਜਾਂ ਸੁਪਨ ਨੇ ਕੀਤੇ, ਮਨਜੀਤ ਨੇ ਕੀਤੇ, ਤੇ ਲਗਭਗ ਉਹੀ ਗੱਲਾਂ ਮੇਰੀਆਂ ਨੇ। ਕਿਉਂਕਿ ਮੁੱਢਲੇ ਦੌਰ ਦੇ ਵਿੱਚ 10 ਸਾਲ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਤੇ ਇਸ ਕਰਕੇ ਕੋਈ ਮੇਰਾ ਵੱਖਰਾ ਐਕਸਪੀਰੀਅੰਸ ਨਹੀਂ। ਪਰ ਜਿਹੜਾ ਥੋੜਾ ਜਿਹਾ ਮੇਰਾ ਵੱਖਰਾ ਐਕਸਪੀਰੀਅੰਸ ਉਹਨਾਂ ਦੀ ਲੇਖਣੀ ਬਾਰੇ ਤੇ ਉਹਨਾਂ ਦਾ ਜਿਹੜਾ ਰੰਗਮੰਚ ਤੋਂ, ਰਿਹਰਸਲਾਂ ਤੋਂ ਜਾਂ ਪਰਿਵਾਰ ਤੋਂ ਜਿਹੜਾ ਬਾਹਰ ਉਹਨਾਂ ਦਾ ਪੜ੍ਹਨ ਦਾ ਜਿਹੜਾ ਤਰੀਕਾ ਜਾਂ ਪੜ੍ਹਨ ਬਾਰੇ ਉਹ ਥੋੜਾ ਜਿਹਾ ਮੇਰਾ ਰਹਿ ਸੀ। ਕਿਉਂਕਿ ਸਾਨੂੰ ਕਈ ਵਾਰ ਇਕੱਠਿਆਂ ਮੈਨੂੰ ਸੈਮੀਨਾਰ ਵਗੈਰਾ ਤੇ ਲੈ ਜਾਂਦੇ ਸੀ। ਸ਼ਾਇਦ ਮੇਰੇ ਲਈ ਤਾਂ ਮੈਂ ਸਮਝਦਾ ਕਿ ਇੱਕ ਵਰਦਾਨ ਹੀ ਸਾਬਤ ਹੋਈ ਗੱਲ। ਮੈਨੂੰ ਯਾਦ ਹੈ ਇੱਕ ਵਾਰੀ ਦਿੱਲੀ ਅਸੀਂ ਗਏ, ਅਸੀਂ ਅਸਲ ਦੇ ਵਿੱਚ ਉਹ ਕੈਨੇਡਾ ਜਾਣਾ ਸੀ ਉਹਨਾਂ ਦਿਨਾਂ ਦੇ ਵਿੱਚ। ਅਸੀਂ ਵੀਜ਼ੇ ਵਗੈਰਾ ਦੇ ਸੰਬੰਧ 'ਚ ਗਏ। ਉਹ ਸਾਹਿਬ ਕਹਿੰਦੇ ਯਾਰ ਆਪਾਂ ਨਾ ਸਤਾਂਸਲੇਵਸਕੀ ਦੀ ਕਿਤਾਬ ਹੈ ਉਹ ਲੈਣੀ ਹੈ। ਕਹਿੰਦੇ ਮਿਲੀ ਨੀ ਉਧਰੋਂ ਕਿਤੋਂ ਪੰਜਾਬ ਤੋਂ। ਤੇ ਉੱਥੇ ਪੁੱਛਿਆ ਆਰਸੀ ਵਾਲਿਆਂ ਕੋਲੇ ਗਏ, ਉਹ ਕਹਿੰਦੇ ਵੀ ਨਹੀਂ ਤੁਹਾਨੂੰ ਇੱਥੋਂ ਨਹੀਂ ਮਿਲਣੀ, ਤੁਸੀਂ ਸ਼੍ਰੀ ਰਾਮ ਸੈਂਟਰ ਜਾਓ ਤੇ ਉੱਥੇ ਸਟਾਲ ਹੈ ਬੁੱਕ ਸਟਾਲ, ਉੱਥੋਂ ਤੁਹਾਨੂੰ ਉਹ ਮਿਲੇਗੀ, ਪੱਕਾ ਮਿਲੇਗੀ। ਤੇ ਉੱਥੋਂ ਅਸੀਂ ਕਿਉਂਕਿ ਦਿੱਲੀ ਦੇ ਨਾਂ ਉਹ ਜਾਣੂ ਸੀ ਜੇ ਬਹੁਤੇ, ਨਾ ਮੈਂ ਜਾਣੂ ਸੀ। ਪੁੱਛ ਗਿੱਛ ਕੇ ਜੇ ਏਦਾਂ ਅਸੀਂ ਕਰਦੇ ਤੇ ਉੱਥੋਂ ਵੱਡੇ ਵੱਡੇ ਉਹ ਚੱਲਦੇ ਸੀ, ਵੱਡੇ ਵੱਡੇ ਟਾਇਰਾਂ ਵਾਲੇ ਤੁੱਕ ਪਤਾ ਨਹੀਂ ਟੱਕ ਟੱਕ ਕੀ ਉਹਨਾਂ ਨੂੰ ਕਹਿੰਦੇ ਸੀ। ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਕਨਾਟ ਪਲੇਸ ਦਾ ਇੱਥੋਂ ਮਿਲ ਜਾਊਗਾ। ਉੱਥੋਂ ਅਸੀਂ ਲਾਲ ਕਿਲ੍ਹੇ ਦੇ ਸਾਹਮਣੇ ਤੋਂ ਲਿਆ, ਉੱਥੇ ਕਨਾਟ ਪਲੇਸ ਪਹੁੰਚੇ। ਕਨਾਟ ਪਲੇਸ ਤੋਂ ਪੁੱਛ ਪਛਾ ਕੇ ਫਿਰ ਸ਼੍ਰੀ ਰਾਮ ਸੈਂਟਰ ਉਹ ਕਹਿੰਦੇ ਤੁਸੀਂ ਏਦਾਂ ਜਾਓ, 12 ਖੰਭਾ ਰੋਡ ਜਾ ਕੇ ਫਿਰ ਤੁਸੀਂ, ਅਸੀਂ ਉਹ ਲੱਭਿਆ, ਅਸੀਂ ਪਹੁੰਚ ਵੀ ਗਏ ਉੱਥੇ ਤੇ ਸਾਨੂੰ ਕਿਤਾਬ ਉੱਥੋਂ ਵੀ ਨਾ ਮਿਲੀ। ਤੇ ਮੈਨੂੰ ਯਾਦ ਹੈ ਇੱਕ ਉੱਥੇ ਹਿੰਦੀ ਦੇ ਵਿੱਚ ਹੌਵਰਡ ਫਾਸਟ ਦਾ ਜਿਹੜਾ ਨਾਵਲ ਹੈਗਾ ਸਪਾਰਟਕਸ, ਤੇ ਹਾਂ ਉਹਦਾ ਹਿੰਦੀ ਦੇ ਵਿੱਚ ਆਦਿ ਵਿਦਰੋਹੀ ਪਿਆ ਸੀ ਨਾਮ, ਤੇ ਉਹ ਮਿਲ ਗਿਆ। ਔਰ ਸਾਹਿਬ ਬਹੁਤ ਖੁਸ਼ ਹੋਏ। ਮੈਂ ਕਿਹਾ ਕਹਿੰਦੇ ਵੀ ਮੈਂ ਬੜਾ, ਕਿਉਂਕਿ ਵੀ ਮੇਰੇ ਕੋਲੇ ਉਹ ਅੰਗਰੇਜ਼ੀ ਵਾਲਾ ਹੈਗਾ ਤੇ ਇਹ ਮੈਂ ਲੱਭਦਾ ਸੀ ਤੇ ਹੁਣ ਆਪਾਂ ਇੱਕ ਪਲੇ ਕਹਿੰਦੇ ਨਵਾਂ ਲਿਖਾਂਗੇ ਬਸ। ਉਹ ਮਤਲਬ ਕਿ ਜਿਹੜੀਆਂ ਇਦਾਂ ਦੀਆਂ ਕਈ ਐਕਸਪੀਰੀਅੰਸ ਸੀ ਉਹ ਮੈਨੂੰ ਬੜੇ ਜਿਹੜੇ ਚੰਗੇ ਲੱਗੇ। ਮੈਨੂੰ ਪੜ੍ਹਨ ਦੀ ਆਦਤ ਪਾਈ, ਲਿਖਣ ਦੀ ਆਦਤ ਪਾਈ। ਸ਼ੁਰੂ 'ਚ ਮੈਂ ਆਪਣੀ ਪੱਤਰਕਾਰੀ ਦੇ ਵਿੱਚ ਜਦੋਂ ਆਇਆ ਮੈਂ ਉਹਨਾਂ ਦੀ ਬਦੌਲਤ ਆਇਆ, ਕਿਉਂਕਿ ਪਹਿਲਾਂ ਮੈਂ ਨਾਟਕਾਂ ਬਾਰੇ ਥੋੜਾ ਮੋਟਾ ਲਿਖਿਆ ਤੇ ਇਸ ਕਰਕੇ ਉਹ ਤਾਂ ਸਾਡੀਆਂ ਯਾਦਾਂ ਤਾਂ ਖੈਰ ਹਮੇਸ਼ਾ ਰਹਿਣਗੇ, ਸਾਡੇ ਅੰਗ ਸੰਗ ਵੀ ਰਹਿਣਗੇ। ਤੇ ਕੋਸ਼ਿਸ਼ ਅਸੀਂ ਕੀਤੀ, ਮੈਂ ਕਿਉਂਕਿ ਮੈਂ ਲੋਕਲਾ ਮੰਚ ਹੁਣ ਅਸੀਂ ਇੱਕ ਗਰੁੱਪ ਬਣਾਇਆ, ਮੈਂ ਜਿੰਨੇ ਵੀ ਕਲਾਕਾਰ ਸ਼ੁਰੂ ਤੋਂ ਲੈ ਕੇ ਮੈਂ ਕੋਸ਼ਿਸ਼ ਕੀਤੀ ਵੀ ਸਾਰੇ ਹੁਣ ਤੱਕ ਜਿਹੜੇ ਕਲਾਕਾਰ ਨੇ ਉਹਦੇ ਨਾਲ ਜੁੜਨ। ਅਸੀਂ ਇਹ ਕੋਸ਼ਿਸ਼ ਕਰਦੇ ਵੀ ਲੋਕ ਕਲਾ ਮੰਚ ਦਾ ਨਾ ਇੱਕ ਇਤਿਹਾਸ ਕਿਤੇ ਲਿਖਤੀ ਰੂਪ ਦੇ ਵਿੱਚ, ਕਿਉਂਕਿ ਮੰਮੀ ਹੈਗੇ ਔਲਖ ਤੇ ਸਾਰੇ ਆਪਣੇ ਆਪਣੇ ਐਕਸਪੀਰੀਅੰਸ ਜਿਹਦੇ ਸਾਂਝੇ ਕਰਨ ਤੇ ਕਿੱਦਾਂ ਦਾ ਕੋਈ ਮੈਂ ਚਾਹੁੰਦਾ ਕਿ ਬਣੇ। ਤੇ ਜੇ ਮਤਲਬ ਕਿ ਸਾਨੂੰ ਤੁਹਾਡੀ ਵੀ ਹੈਲਪ ਦੀ ਲੋੜ ਪਈ ਜਾਂ ਕੱਲ ਨੂੰ ਸੰਗੀਤ ਨਾਟਕ ਅਕੈਡਮੀ ਦੀ ਹੈਲਪ ਦੀ ਲੋੜ ਪਈ, ਅਸੀਂ ਉਹ ਮੰਗਾਂਗੇ। ਇਹ ਮੇਰੀ ਸੀ ਇੱਛਾ ਇੰਨੀ ਕੁ ਗੱਲਬਾਤ, ਕਿਉਂਕਿ ਬਾਕੀ ਗੱਲਾਂ ਸਾਰੀਆਂ ਕਾਮਨ ਨੇ। ਤੇ ਬਾਕੀ ਮੈਂ ਸ਼ੁਰੂ 'ਚ ਵੀ ਇਹ ਗੱਲ ਕਹੀ ਸੀ ਵੀ ਮੰਮੀ ਗੱਲਬਾਤ ਕਰਨ ਜਾਂ ਸੁਪਨ ਕਰੇ, ਮਨਜੀਤ ਹੋਰੀ ਕਰਨ, ਸੁਭਾਸ਼ ਹੁਣ ਦੇਖ ਰਿਹਾ ਸਾਰੇ ਇਸ ਨੂੰ ਲੋਕ ਕਲਾ ਮੰਚ ਨੂੰ ਕਰਤਾ ਧਰਤਾ ਹੈ ਤੇ ਉਹ ਕਰੇ, ਕਿਉਂਕਿ ਉਹਦੇ ਕੋਲੇ ਵੀ ਇੱਕ ਤਜਰਬਾ ਲੰਬਾ ਹੈ। ਅਸੀਂ ਜਦੋਂ ਜਿਵੇਂ ਉਹ ਰਿਲੇ ਰੇਸ ਦੇ ਵਿੱਚ ਇੱਕ ਉਹ ਪੈਟਰਨ ਹੁੰਦਾ ਨਾ ਵੀ ਪੈਟਰਨ ਇੱਕ ਜਾਂਦਾ ਤੇ ਰਨਰ ਦੂਜੇ ਨੂੰ ਫੜਾਉਂਦਾ, ਫਿਰ ਉਹ ਅੱਗੇ ਦੂਜੇ ਨੂੰ ਫੜਾਉਂਦਾ, ਅੱਗੇ ਦੂਜੇ ਨੂੰ ਫੜਾਉਂਦਾ। ਤੇ ਸੁਭਾਸ਼ ਨੂੰ ਅਸੀਂ ਉਹ ਪੈਟਰਨ ਹੁਣ ਕਰਾ ਕੇ ਜਾਂ ਗਏ, ਜਾਂ ਚਲੋ ਔਲਖ ਸਾਹਿਬ ਦੀ ਸਰਪ੍ਰਸਤੀ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਿਆ। ਤੇ ਮੈਂ ਚਾਹੁੰਦਾ ਕਿ ਇਹ ਇੱਕ ਜਿਹੜੀ ਧਾਰਾ ਹੈ ਗੁਰਸ਼ਰਨ ਭਾਜੀ ਨੇ ਸ਼ੁਰੂ ਕੀਤੀ, ਜਿਹਨੂੰ ਆਪਾਂ ਗ੍ਰਾਮ ਰੰਗਮੰਚ, ਦਿਹਾਤੀ ਰੰਗਮੰਚ, ਪੇਂਡੂ ਰੰਗਮੰਚ ਕੁਝ ਵੀ ਕਹਿ ਲਓ,
ਤੇ ਇਹ ਧਾਰਾ ਚੱਲਦੀ ਰਹਿਣੀ ਚਾਹੀਦੀ ਹੈ। ਇਹ ਇੱਕ ਗੱਲ ਹੈ ਜਿਹੜੀ ਰੁਪਾਲ ਤੁਸੀਂ ਕੀਤੀ ਹੈ ਕਿ ਯਾਦਾਂ ਲਿਖ ਕੇ ਇੱਕ ਕਿਤਾਬ ਦੇ ਰੂਪ ਚ, ਮੇਰਾ ਖਿਆਲ ਇਹ ਵੀ ਇੱਕ ਆਈਡੀਆ ਬਹੁਤ ਅੱਛਾ ਹੈ। ਤੁਸੀਂ ਇਹ ਜਿਹੜਾ ਇਹ ਗੱਲ ਹੈ ਜਿਹੜੀ ਤੁਸੀਂ ਯਾਦਾਂ ਜਿਹੜੀਆਂ ਆਪਣੇ ਕੋਈ ਜਿਹੜੇ ਨਾਲ ਜੁੜੇ ਹੋਏ ਕੋਈ 70 80 ਜਾਂ 100 ਦੇ ਕਰੀਬ ਕਲਾਕਾਰ ਉਹ 2-2 ਪੇਜ ਵੀ ਲਿਖਣਗੇ ਆਪਣੀਆਂ ਯਾਦਾਂ ਤੇ ਬਹੁਤ ਸੋਹਣੀ ਕਿਤਾਬ ਬਣ ਜਾਏਗੀ ਜਿਹਦੇ ਵਿੱਚ ਕਾਫੀ ਕੁਝ ਸਮੋਇਆ ਜਾ ਸਕਦਾ ਉਹਨਾਂ ਦੇ ਕੰਮਾਂ ਦੇ ਬਾਰੇ ਚ, ਉਹਨਾਂ ਦੀਆਂ ਯਾਦਾਂ ਦੇ ਬਾਰੇ। ਰੁਪਾਲ ਨੇ ਤੁਸੀਂ ਜ਼ਿੰਮੇਵਾਰੀ ਲਓ, ਇਸ ਨੂੰ ਤੁਸੀਂ ਸੰਪਾਦਨਾ ਕਰੋ ਕਿਤਾਬ ਦੀ, ਸੰਪਾਦਨਾ ਕਰੋ ਕਿਤਾਬ ਦੇ ਵੱਲੋਂ ਦਿਆਂਗੇ, ਉਹ ਕੋਈ ਦਿੱਕਤ ਬਿਲਕੁਲ ਤੇ ਕੋਈ ਆਪਾਂ ਨੂੰ ਦੇਰ ਨਹੀਂ ਲੱਗਣੀ ਕਿਤਾਬ ਛਾਪਣ ਲੱਗਿਆ, ਦੇਰ ਨਹੀਂ ਲੱਗਣੀ ਤਾਂ ਕੋਈ ਅਕੈਡਮੀ ਛਾਪੇਗੀ, ਅਸੀਂ ਹੋਰ ਸਾਡੇ ਬਥੇਰੇ ਹੈਗੇ ਪਬਲਿਸ਼ਰ, ਹੋਰ ਸਾਡੇ ਬਥੇਰੇ ਹੈਗੇ ਪਰ ਤੁਸੀਂ ਇਹਨੂੰ ਕਰ ਲਓ ਕਿਧਰੇ, ਇਹਨਾਂ ਸਾਰਿਆਂ ਕੋਲੋਂ ਜਿਹੜੇ ਲਿਖਵਾ ਲਓ। ਨਹੀਂ ਬਿਲਕੁਲ ਤੇ ਸੋ ਅੱਜ ਦੇ ਸਾਡੀ ਇਸ ਡਿਸਕਸ਼ਨ ਚ 2 ਗੱਲਾਂ ਬੜੀਆਂ ਅੱਛੀਆਂ ਹੋਈਆਂ। ਇੱਕ ਤਾਂ ਰੁਪਾਲ ਹੋਰਾਂ ਵਾਲੀ ਗੱਲ ਹੋ ਗਈ ਵੀ ਆਪਾਂ ਕਿਤਾਬ, ਇੱਕ ਜਿਹੜੀ ਉਹਨਾਂ ਦੀ ਯਾਦ ਵਿੱਚ ਵੀ ਅਸੀਂ ਇੱਕ ਛੋਟਾ ਭਾਵੇਂ ਸਟੂਡੀਓ ਥੀਏਟਰ ਬਣਾਈਏ ਮਾਨਸੇ ਦੇ ਵਿੱਚ, ਘਰ ਦੇ ਵਿੱਚ ਬਣਾਈਏ, ਕਿਤੇ ਵੀ ਨੇੜੇ ਤੇੜੇ, ਉਹ ਜ਼ਰੂਰ, ਔਰ ਉਹਨਾਂ ਦੀ ਇੱਕ ਪੂਰੇ ਦਾ ਪੂਰਾ ਮਿਊਜ਼ੀਅਮ ਬਣਾਇਆ ਜਾਏ, ਉਹਨਾਂ ਦੀਆਂ ਯਾਦਾਂ ਜਿੱਥੇ ਜਿਹੜੀਆਂ ਸਾਂਭੀਆਂ ਜਾ ਸਕਣ, ਔਰ ਮਾਨਸੇ ਦੇ ਵਿੱਚ ਆਡੀਟੋਰੀਅਮ ਬਣੇ। ਇਹ ਗੱਲਾਂ ਹੋਈਆਂ, ਮੇਰਾ ਖਿਆਲ ਹੈ ਇਹ ਗੱਲਾਂ ਅਗਲੇ ਸਮੇਂ ਦੇ ਵਿੱਚ ਲਾਕਡਾਊਨ ਤੋਂ ਬਾਅਦ ਜਿਹੜਾ ਮੀਟਿੰਗ ਕਰਕੇ ਕਰ ਲੈਣੀਆਂ ਚਾਹੀਦੀਆਂ, ਸਾਂਭੀਆਂ ਜਾਣੀਆਂ ਚਾਹੀਦੀਆਂ। ਸੋ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਦੋਸਤਾਂ ਦਾ ਔਰ ਪੂਰੇ ਪਰਿਵਾਰ ਦਾ, ਮਨਜੀਤ ਚਹਿਲ ਹੋਰਾਂ ਦਾ, ਸੁਪਨ ਤੁਹਾਡਾ ਵੀ, ਮਨਜੀਤ ਮੈਡਮ ਦਾ, ਸੁਭਾਸ਼ ਜੀ, ਅਜਮੀਤ ਤੁਹਾਡਾ, ਰੁਪਾਲ ਜੀ, ਦਵੇਸਰ ਸਾਹਿਬ, ਬਾਕੀ ਸਾਰੇ ਜਿਹੜੇ ਸਾਹਿਬ ਸਿੰਘ ਹੋਰੀ, ਲੱਖੇ ਹੋਰੀ ਜੁੜੇ ਹੋਏ ਹੋ ਸਾਰੇ, ਡਾਕਟਰ ਸਾਹਿਬ ਤੁਹਾਡਾ ਵੀ ਕਿ ਤੁਸੀਂ ਅੱਜ ਕਾਫੀ ਲੰਬੀ ਅਸੀਂ 1 ਘੰਟਾ ਉਹਦਾ ਗੱਲਾਂ ਕਰਦੇ ਆ, ਅੱਜ ਪੌਣੇ 2 ਘੰਟੇ ਹੋ ਗਏ ਸਾਨੂੰ ਗੱਲਾਂ ਕਰਦਿਆਂ ਨੂੰ, ਕਾਫੀ ਲੰਬੀ ਇੱਕ ਡਿਸਕਸ਼ਨ, ਔਰ ਮੇਰਾ ਖਿਆਲ ਇਹ ਯਾਦਾਂ ਵੀ ਕਿਧਰੇ ਇਸ ਰੂਪ ਚ ਵੀ ਅਸੀਂ ਇਹਨਾਂ ਨੂੰ ਸਾਂਭ ਕੇ ਰੱਖਾਂਗੇ, ਲਿਖੀਆਂ ਵੀ ਜਾਣਗੀਆਂ। ਸੋ ਬਹੁਤ ਸ਼ੁਕਰੀਆ। ਕੱਲ ਅਸੀਂ ਫਿਰ ਮਿਲਾਂਗੇ। ਕੱਲ ਸ਼ਾਮੀ ਸਾਡੇ ਨਾਲ 2 ਜਣੇ ਜਿਹੜੇ ਪੰਜਾਬ ਦੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਹੋ ਕੇ ਆਏ, ਇੱਕ ਤਾਂ ਪ੍ਰੀਤਪਾਲ ਰੁਪਾਣਾ ਜਿਹੜੇ ਕਿ ਗੁਰਦੇਵ ਰੁਪਾਣਾ ਹੋਰਾਂ ਦੇ ਬੇਟੇ, ਔਰ ਉਹ ਇਧਰ ਮੁਕਤਸਰ ਮਲੋਟ ਵੱਲ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਹੁਣ ਵੀ ਕੰਮ ਕਰਦੇ ਪਏ ਨੇ, ਔਰ ਇੱਕ ਹਰਵਿੰਦਰ ਬਬਲੀ ਜਿਹੜੀ ਕਪੂਰਥਲਾ ਤੋਂ ਕੁੜੀ, ਬਹੁਤ ਕਮਾਲ ਦੀ ਐਕਟਰੈਸ ਹੈ, ਉਹਨੇ ਕੰਮ ਕੀਤਾ। ਉਹ ਕੱਲ ਸ਼ਾਮ ਨੂੰ ਦੋਨੋਂ ਸਾਡੇ ਨਾਲ 5 ਵਜੇ ਜੁੜਨਗੇ। ਸੋ ਇਸ ਤਰ੍ਹਾਂ ਵੱਖ-ਵੱਖ ਦਿਨਾਂ ਚ ਵੱਖ-ਵੱਖ ਪੰਜਾਬ ਦੇ ਜਿਹੜੇ ਕਲਾਕਾਰ ਹੈ ਉਹ ਸਾਡੇ ਨਾਲ ਜੁੜਦੇ ਰਹਿਣਗੇ। ਬਹੁਤ ਸ਼ੁਕਰੀਆ। ਕੱਲ ਮਿਲਦੇ ਆਪਾਂ ਸ਼ਾਮ ਨੂੰ 5 ਵਜੇ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਭਾਜੀ। ਸ਼ੁਕਰੀਆ ਕੇਵਲ ਤੁਹਾਡਾ ਵੀ, ਸਾਰੇ ਦਰਸ਼ਕਾਂ ਦਾ ਵੀ, ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਥੈਂਕ ਯੂ।